ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ। ਤੇ ਪ੍ਰੋਗਰਾਮ ਹੈ ਜੀ ਕੁਰਸੀ ਦੀ ਦੌੜ, ਜਿਸ ਦੇ ਵਿੱਚ ਜਿਹੜੇ ਚੋਣ ਹੋ ਰਹੀ ਆ ਪੰਜਾਬ ਦੇ ਵਿੱਚ। ਆਪਾਂ ਪੰਜਾਬ ਦੇ ਨਾਲ ਬਹੁਤ ਜੁੜੇ ਹੋਏ ਹਾਂ। ਬੇਸ਼ੱਕ ਹੋਰ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਹੋ ਰਹੀ ਆ, ਪਰ ਆਪਾਂ ਜਿਹੜੇ ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦਾ ਮੋਹ ਆ, ਉੱਥੇ ਕੁਝ ਵੀ ਹੁੰਦਾ ਆ ਤੇ ਅਸੀਂ ਤੜਫ ਉੱਠਦੇ ਹਾਂ। NRI ਭਾਵੇਂ ਦੂਰ ਬੈਠੇ ਆ, ਕਿਤੇ ਵੀ ਬੈਠੇ ਆ, ਸਾਨੂੰ ਜਿਹੜਾ ਮੋਹ ਆ ਉਹ ਮਾਰਦਾ ਆ। ਉੱਥੇ ਜੋ ਵੀ ਚੰਗੇ ਦੀ ਆਸ ਅਸੀਂ ਕਰਦੇ ਹਾਂ ਸਦਾ ਕਿ ਉੱਥੇ ਚੰਗਾ ਹੀ ਹੋਵੇ। ਤੇ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਜੀ ਗੁਰਵਿੰਦਰ ਸਿੰਘ ਜੀ। ਹਾਂਜੀ ਹਾਂਜੀ। ਅਤੇ ਗੁਰਵਿੰਦਰ ਸਿੰਘ ਜੀ, ਆਪਾਂ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ ਤੇ ਉਹਨਾਂ ਨਾਲ ਕਰਦੇ ਗੱਲਬਾਤ। ਜਰਨੈਲ ਸਿੰਘ ਜੀ ਨੰਬਰਦਾਰ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਭੈਣ ਜੀ ਸੈਕਿੰਡ ਥੋੜਾ ਜਿਹਾ, ਤੇ ਮੈਂ ਤਾਂ ਸਮਝ 41 ਦੀ ਮੇਰੀ ਡੇਟ ਆਫ ਬਰਥ ਹੈ, 1941 ਦੀ। ਤੇ ਮੈਂ ਤਾਂ ਇੰਨਾ ਹੀ ਕੁਐਸਚਨ ਕਰਦਾ ਵੀ ਦੂਜੀਆਂ ਪਾਰਟੀਆਂ ਕਿਉਂ ਨਹੀਂ ਆ ਰਹੀਆਂ ਜਦੋਂ ਆਪਦਾ ਵਿਕਾਸ ਦੇ ਨਾਂ ਤੇ ਦੱਸ ਰਹੇ ਆ, ਚਾਹੇ ਕੋਈ ਪਹਿਲਾਂ ਪਾਰਟੀ ਰਹੀ ਚਾਹੇ ਹੁਣ ਰਹੀ ਹੈ। ਇਹ ਕੀ ਗੱਲ ਹੁਣ ਕਿਉਂ ਨਹੀਂ ਦੱਸ ਰਹੇ ਕੁਐਸਚਨਾਂ ਦੇ ਵਿੱਚ ਆ ਕੇ ਵੀ ਅਸੀਂ ਆਹ ਕੀਤਾ? ਬਹੁਤ ਵਧੀਆ ਸਵਾਲ ਆ ਜਰਨੈਲ ਸਿੰਘ ਜੀ ਤੁਹਾਡਾ, ਥੈਂਕ ਯੂ। ਤੁਸੀਂ ਇਹ ਜਿਹੜਾ ਸਵਾਲ ਉਠਾਏ ਆ, ਕਿਉਂਕਿ ਇਸ ਦਾ ਸਵਾਲ ਇਹ ਤਾਂ ਗੁਰਵਿੰਦਰ ਸਿੰਘ ਜੀ ਸ਼ਾਮਪੁਰਾ ਤੇ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਗਾ ਕਿ ਰੇਡੀਓ ਤੇ ਕੀ ਕੁਛ ਹੋ ਰਿਹਾ ਤੇ ਆਪਾਂ ਰੋਜ਼ ਕੀ ਕਰਦੇ ਹਾਂ। ਹਾਂ, ਉੱਥੇ ਦੇ ਜਿਹੜੇ ਸਪੋਰਟਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਆਪੋ ਆਪਣੀਆਂ ਜਾਂ ਸੱਤਾਧਾਰੀ ਪਾਰਟੀ ਆ ਜਾਂ ਕਾਂਗਰਸ ਪਾਰਟੀ ਆ, ਉਹਨਾਂ ਦੇ ਵੀ ਸਾਨੂੰ ਜ਼ਰੂਰ ਤੁਸੀਂ ਆਪਣੇ ਆਪਣੇ ਕੈਂਡੀਡੇਟਸ ਜਿਹੜੇ ਇਲਾਕਿਆਂ ਦੇ ਆ ਉਹਨਾਂ ਦੇ ਨੰਬਰ ਜ਼ਰੂਰ ਦਿਓ। ਉਹ ਵੀ ਆ ਕੇ ਆਪਣਾ ਪੱਖ ਪੇਸ਼ ਕਰਨ ਕਿ ਜਿਹੜਾ ਵਿਕਾਸ ਆ ਉਸ ਨੂੰ ਅਸੀਂ NRI ਕਿਸ ਤਰੀਕੇ ਨਾਲ ਦੇਖਦੇ ਹਾਂ ਕਿ ਕਿੰਨਾ ਕੁ ਵਿਕਾਸ ਕੀਤਾ ਹੈ। ਅਸ਼ੋਕ ਵਰਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੁਰਵਿੰਦਰ ਸਿੰਘ ਜੀ ਭਾਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਆਮ ਆਦਮੀ ਦੇ ਨਾਲ ਸਪੋਰਟ ਕਰਦਾ ਜੀ। ਮੇਰਾ ਸਵਾਲ ਇਹ ਹੈ ਕਿ ਆਪਣਾ ਥੋੜੇ ਦਿਨ ਹੋਏ ਕੇਜਰੀਵਾਲ ਜੀ ਨੇ ਕਿਹਾ ਕਿ ਦਿੱਲੀ ਨੂੰ ਵੀ ਪਾਣੀ ਦੀ ਲੋੜ ਹੈਗੀ ਹੈ ਪੰਜਾਬ ਦੇ ਪਾਣੀ ਤੋਂ, ਤੇ ਉਹਦੇ ਨਾਲ ਆਪਾਂ ਕਮਜ਼ੋਰ ਹੋ ਜਾਵਾਂਗੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਥੈਂਕ ਯੂ ਜੀ। ਨਹੀਂ, ਦਰਅਸਲ ਗੱਲ ਹੈ ਜੀ। ਹਾਂਜੀ, ਹੈਲੋ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਜੀ। ਮੀਡੀਆ ਜਿਹੜਾ ਨਾ ਜੀ, ਉਹਨੂੰ ਗੱਲ ਨੂੰ ਹੋਰ ਪਾਸੇ ਲੈ ਜਾਂਦਾ। ਅਸੀਂ ਕਪੂਰੀ ਦੇ ਵਿੱਚ ਖਲੋ ਕੇ ਆਖਿਆ ਅਸੀਂ ਪੰਜਾਬ ਦੀ ਧਰਤੀ ਨਾਲ, ਮੈਨੂੰ ਨਹਿਰ ਦਾ ਪਾਣੀ ਆਪ ਲੱਗਦਾ ਮੇਰੇ ਖੇਤਾਂ ਨੂੰ। ਪੰਜਾਬ ਕੋਲ ਇੱਕ ਬੂੰਦ ਪਾਣੀ ਨਹੀਂ ਵਾਧੂ ਦੇਣ ਲਈ। ਜਿਹੜਾ ਪਹਿਲਾਂ ਚੱਲ ਰਿਹਾ, ਜਾਂ ਉਹ ਇੰਦਰਾ ਗਾਂਧੀ ਦੇ ਵੇਲੇ ਤੇ ਹੋਇਆ ਜਾਂ ਜੋ ਵੀ ਦਿੱਤਾ ਗਿਆ, ਦੇਖੋ ਉਦੋਂ ਇੰਦਰਾ ਗਾਂਧੀ ਨੇ ਪੰਜਾਬ ਦਾ ਪਾਣੀ ਲਟਾ ਦਿੱਤਾ, ਔਰ ਦਰਬਾਰਾ ਸਿੰਘ ਨੇ ਕੇਸ ਜਿਹੜਾ ਸੁਪਰੀਮ ਕੋਰਟ 'ਚ ਉਸ ਵੇਲੇ ਦੇ ਚੀਫ ਮਿਨਿਸਟਰ ਨੇ ਵਾਪਸ ਲੈ ਲਿਆ। ਔਰ ਬਾਦਲ ਸਾਹਿਬ ਨੇ ਦੇਵੀ ਲਾਲ ਕੋਲ 2.5 ਕਰੋੜ ਦਾ ਚੈੱਕ ਰਿਸੀਵ ਕਰ ਲਿਆ। SYL ਦੀ ਨਹਿਰ ਇਹਨਾਂ ਪਟਾਤੀ। ਇਹ ਬਾਦਲ ਵੀ ਦੋਸ਼ੀ ਹੈ ਤੇ ਕਾਂਗਰਸ ਵੀ ਦੋਸ਼ੀ ਆ। ਅਸੀਂ ਤੇ ਅਜੇ ਇਸ ਵਾਰੀ ਤਾਕਤ ਵਿੱਚ ਆਉਣਾ ਹੈ ਪੰਜਾਬ 'ਚ। ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ, ਜੋ ਮਰਜ਼ੀ ਮੀਡੀਆ ਕਹੀ ਜਾਏ, ਜੋ ਮਰਜ਼ੀ ਕੋਈ ਕਹੀ ਜਾਏ, ਅਸੀਂ ਪੰਜਾਬੀ ਹਾਂ, ਕਿਸਾਨ ਦੇ ਪੁੱਤ ਹਾਂ, ਕਿਸਾਨੀ ਕਿੱਤਾ ਕਰਨ ਵਾਲੇ ਹਾਂ। ਸਾਡੇ ਕੋਲ ਇੱਕ ਬੂੰਦ ਪੰਜਾਬ 'ਚ ਪਾਣੀ ਨਹੀਂ ਤੇ ਨਾ SYL ਦੇ ਵਿੱਚ ਪਾਣੀ ਜਾਣ ਦੇਵਾਂਗੇ, ਨਾ ਕਰੋ। ਸਾਡਾ ਤੁਹਾਡੇ ਨਾਲ ਵਾਅਦਾ, ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਜੀ ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ ਸਰਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਿਸਟਰ ਜੀ। ਮੇਰਾ ਸਵਾਲ ਇਹ ਆ ਵੀ ਇਹ ਜਿਹੜੇ ਇਹਨਾਂ ਨੇ ਪੁਲਿਸ ਨਹੀਂ ਆਪਣੀ ਭਰਤੀ ਕੀਤੀ, ਉਹ ਗੁੰਡਾਗਰਦੀ ਕਰਦੇ, ਉਹਨੂੰ ਕਿੱਦਾਂ ਕੰਟਰੋਲ ਕਰੋਗੇ? ਨਹੀਂ, ਆਪਣੇ ਪੁਲਿਸ ਵਾਲੇ ਭਰਤੀ ਕੀਤੇ ਹੋ। ਇਹ ਜਥੇਦਾਰਾਂ ਦੀ ਗੱਲ ਮੰਨਦੇ, ਜਥੇਦਾਰ ਕੁੱਤੇ ਬੰਦੇ ਆ। ਇਹਨਾਂ ਦੀ ਕੁੱਤਿਆਂ ਦੀ ਗੱਲ ਕਿੱਦਾਂ ਤੁਸੀਂ ਪੁੱਛੋਗੇ? ਮੈਂ ਤਾਂ ਇਸ ਗੱਲ ਤੇ ਪਰੇਸ਼ਾਨ ਹੋਈ। ਬਹੁਤ ਔਖਾ ਕੰਮ ਹੈ। ਸਰਜੀਤ ਸਿੰਘ ਜੀ, ਆਪਣੀ ਜ਼ਬਾਨ ਆਪਾਂ ਨਾ ਹੀ ਗੰਦੀ ਕਰੀਏ, ਆਪਣਾ ਸਵਾਲ ਜ਼ਰੂਰ ਪੁੱਛੋ ਜੀ। ਲੋਕਾਂ ਨੂੰ ਦੁਖੀ ਕਰਦੇ, ਜਿਹੜੇ ਤੁਸੀਂ ਰਿਪੋਰਟ ਲਿਖਾਣੀ ਆ ਉੱਥੇ ਵੜਨੇ ਨਾ ਦੇਣ ਕੇ ਕੀ ਕਰੋਗੇ ਤੁਸੀਂ? ਕਿੰਨੇ ਦੁਖੀ ਹੋਗੇ ਤੁਸੀਂ? ਗੰਦੀ ਦੀ ਜ਼ਬਾਨ ਨਹੀਂ ਮੈਂ ਗੰਦੀ ਕਰਦਾ, ਮੈਂ ਦੁਖੀ ਹਾਂ ਇਸ ਗੱਲ ਤੋਂ। ਹੁਣ ਹੀ ਨਹੀਂ ਦਿੰਦਾ ਤਾਂ ਰਿਪੋਰਟ ਨਹੀਂ ਦਰਜ ਹੋਣ ਦਿੰਦੇ। ਜੀ ਥੈਂਕ ਯੂ ਜੀ। ਉੱਥੇ ਪੁਲਿਸ ਦੀ ਗੱਲ ਕਰ ਰਹੇ ਨੇ ਵੀਰ ਜੀ। ਵੀਰ ਜੀ ਨੂੰ ਕਹੋ ਵੀ ਆਪਾਂ ਇਹ ਲੈਂਗੁਏਜ ਨਹੀਂ ਵਰਤਣੀ, ਆਪਾਂ ਸਾਫ਼ ਸੁਥਰੀ ਗੱਲ ਕਰੀਏ। ਮੈਂ ਇਹ ਕਹਿਣਾ ਆ ਵੀ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਔਰ ਇਹ ਗੁੰਡਾ ਬ੍ਰਿਗੇਡ, ਇਹਦੇ 'ਚ ਕੋਈ ਦੋ ਰਾਵਾ ਨਹੀਂ। ਅੱਜ ਹਾਲਤ ਇਹ ਆ ਵੀ ਜਿਹੜੇ ਬਾਦਲ ਦੇ ਹਰੇ ਹੋਏ ਬੰਦੇ ਆ, ਜਿਹੜੇ ਜਿੱਤੇ ਵੀ ਨਹੀਂ, ਉਹ ਹਲਕਾ ਇੰਚਾਰਜ ਬਣੇ ਆ। ਉਹੀ ਥਾਣੇ 'ਚ ਉਹੀ ਥਾਣੇਦਾਰ ਆ, ਉਹੀ DC ਆ, ਉਹੀ ਸਭ ਕੁਝ ਆ। ਉਹਨਾਂ ਦੇ ਕਹਿਣ ਤੇ ਵੀਰ ਜੀ ਦੀ ਗੱਲ ਬਿਲਕੁਲ ਠੀਕ ਹੈ ਵੀ ਉਹਨਾਂ ਦੇ ਕਹਿਣ ਤੇ ਹੀ ਪਰਚੇ ਦਰਜ ਹੁੰਦੇ ਆ, ਉਹਨਾਂ ਦੇ ਕਹਿਣ ਤੇ ਨਜਾਇਜ਼ ਲੋਕਾਂ ਨੂੰ ਤੰਗ ਕੀਤਾ ਜਾਂਦਾ। ਇਸ ਵੇਲੇ ਬਿਲਕੁਲ ਪੰਜਾਬ ਦੇ ਵਿੱਚ ਗੁੰਡਾ ਰਾਜ ਹੈ। ਮੈਂ 100% ਸਹਿਮਤ ਹਾਂ। ਇਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕਰਾਂਗੇ? ਜਦੋਂ ਉੱਤੇ ਮੁਖੀ ਚੰਗਾ ਹੋ ਜੇ ਉਦੋਂ ਕੰਟਰੋਲ ਸਭ ਕੁਝ ਹੋ ਜਾਊਗਾ। ਮੈਂ ਕਹਿੰਦਾ ਸਾਨੂੰ 24 ਘੰਟੇ ਮਿਲ ਜੇ ਨਾ, ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ, ਤੁਹਾਡੇ ਨਾਲ ਵਾਅਦਾ ਕਰਦਾ ਵੀ ਜੇ ਆਮ ਆਦਮੀ ਪਾਰਟੀ ਤਾਕਤ ਵਿੱਚ ਆ ਜੀ, ਮੈਂ ਤੁਹਾਨੂੰ ਫਤਿਹਗੜ੍ਹ ਚੂੜੀਆਂ ਦੇ ਮੇਰੇ ਨੁਮਾਇੰਦੇ ਸੁਣਦੇ ਹੋਣ ਜਾਂ ਕੋਈ ਬਾਹਰ ਵਾਲੇ ਸੁਣਦੇ ਹੋਣ, ਮੈਂ ਤੁਹਾਨੂੰ 24 ਘੰਟੇ 'ਚ ਇੱਥੇ ਨਸ਼ੇ ਬੰਦ ਕਰਕੇ ਦੱਸਾਂਗਾ ਔਰ ਪ੍ਰਸ਼ਾਸਨ ਨੂੰ ਖਿੱਚ ਕੇ ਦੱਸਾਂਗਾ ਵੀ ਕਿਵੇਂ ਕਾਨੂੰਨ ਦਾ ਰਾਜ ਹੁੰਦਾ। ਅੱਗੋਂ ਜਦੋਂ ਸਰਕਾਰ ਆ ਜਾਂਦੀ ਆ, ਸਰਕਾਰ ਦੀ ਨੀਅਤ ਠੀਕ ਹੋਏ, ਸਭ ਕੁਝ ਥੱਲੇ ਠੀਕ ਹੋ ਜਾਂਦਾ। ਜੇ ਕੇਜਰੀਵਾਲ ਦਿੱਲੀ ਵਿੱਚ 350 ਕਰੋੜ ਦਾ ਪੁਲ ਦਾ ਐਸਟੀਮੇਟ ਵਾਲਾ 200 ਕਰੋੜ ਨੂੰ ਬਣਾ ਸਕਦਾ,
150 ਕਰੋੜ ਰੁਪਏ ਦੀ ਬਚਤ ਕਰ ਸਕਦਾ। ਕੀ ਪੁਲਿਸ ਪ੍ਰਸ਼ਾਸਨ ਦੂਜਾ ਕੰਟਰੋਲ 'ਚ ਨਹੀਂ ਆਏਗਾ? ਮੈਂ ਤੇ ਬਾਦਲ ਸਾਹਿਬ ਨੂੰ ਇੱਕ ਵਾਰ ਬੜੇ ਆਪਣੀ ਸਪੀਚ ਵੀ ਕਹਿੰਦਾ, ਸਵਾਲ ਅੱਜ ਵੀ ਕਰਦਾ ਜੇ ਸੁਣਦਾ ਹੋਵੇ, ਵੀ ਮੈਂ ਕਹਿੰਦਾ ਆ ਤੁਸੀਂ ਸਾਰੇ SSP ਤੇ DC ਇਕੱਠੇ ਕਰ ਲਓ, ਉਹਨਾਂ ਨੂੰ ਸੱਦ ਕੇ ਚੰਡੀਗੜ੍ਹ ਕਹੋ ਜਿਹਦੇ ਹਲਕੇ 'ਚ ਨਸ਼ਾ ਵਿਕਿਆ, ਜਿੱਥੇ ਨਜਾਇਜ਼ ਪਰਚਾ ਹੋਇਆ, ਜਿੱਥੇ ਗੁੰਡਾਗਰਦੀ ਹੋਈ, ਮੈਂ ਸਸਪੈਂਡ ਕਰ ਦੂੰਗਾ। ਲਓ, ਸਾਰਾ ਕੰਮ ਹੀ ਬੰਦ ਹੋ ਜੂ। ਇਹ ਆਪ ਨਹੀਂ ਚਾਹੁੰਦੇ ਬੰਦ ਕਰਨਾ, ਇਹ ਤੇ ਆਪ ਇਹਨਾਂ ਗੁੱਡਾ ਮਾਹੌਲ ਪੈਦਾ ਕੀਤਾ ਹੈ। ਇਸ ਕਰਕੇ ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਮਤ ਸੋਚੋ ਵੀ ਕੰਟਰੋਲ ਨਹੀਂ, ਸਰਕਾਰ ਆਓ, ਮੈਂ ਪਾਵਰ 'ਚ ਆ ਕੇ ਅਗਰ ਆਉਣਾ ਆ, ਕੀ ਹਿੰਮਤ ਆ ਕਿਸੇ ਦੀ ਪ੍ਰਸ਼ਾਸਨ ਦੀ ਕਿਸੇ ਤੇ ਨਜਾਇਜ਼ ਪਰਚਾ ਦਰਜ ਕਰਕੇ? ਕੀ ਹਿੰਮਤ ਆ ਕਿਸੇ SHO ਦੀ, ਇੰਸਪੈਕਟਰ ਦੀ, ਜਾਂ ਕਿਸੇ ਪੁਲਿਸ ਅਫਸਰ ਦੀ ਕਿਸੇ ਨੂੰ ਨਜਾਇਜ਼ ਤੰਗ ਕਰ ਰਹੇ? ਮੈਂ ਖੁਦ ਇਮਾਨਦਾਰ ਹਾਂ। ਅਗਰ ਮੈਂ ਇਮਾਨਦਾਰ ਹਾਂ ਤੇ ਇਮਾਨਦਾਰੀ ਹੋਊਗੀ, ਅਗਰ ਮੈਂ ਬੇਈਮਾਨ ਹਾਂ ਤਾਂ ਥੱਲੇ ਬੇਈਮਾਨੀ ਚੱਲੂ। ਬਿਲਕੁਲ ਕਲੀਅਰ ਕੱਟ ਗੱਲ। ਬਿਲਕੁਲ ਜੀ, ਸਾਡਾ ਤੇ ਮੰਨਣਾ ਜੇ ਨੋਟਬੰਦੀ ਹੋ ਸਕਦੀ ਹੈ ਤੇ ਨਸ਼ਾਬੰਦੀ ਕਿਉਂ ਨਹੀਂ ਹੋ ਸਕਦੀ। ਅੱਗੇ ਸਾਡੇ ਨਾਲ ਰਾਜਵਿੰਦਰ ਸਿੰਘ ਜੀ ਧਾਲੀਵਾਲ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਰਾਜਵਿੰਦਰ ਜੀ? ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਹਿਲੀ ਆਪਦੀ ਸ਼ੁਰੂ ਇੰਟਰਵਿਊ 'ਚ ਕਿਹਾ ਵੀ ਅਸੀਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਾਂਗੇ। ਬੜੀ ਮਿਹਰਬਾਨੀ ਤੁਹਾਡਾ ਇਹ ਬਿਆਨ ਦੇਣ ਦਾ, ਪਰ ਇਹ ਤਾਂ ਬਿਆਨ ਅਸੀਂ 36, 37, 35, 40 ਸਾਲ ਤੋਂ ਸੁਣਦੇ ਆਉਂਦੇ ਹਾਂ। ਫਿਰ ਤੁਹਾਡੇ 'ਚ ਤੇ ਉਹਨਾਂ 'ਚ ਕੀ ਫਰਕ? ਜੇ ਇਹ ਫਰਕ ਹੈ ਤਾਂ ਤੁਸੀਂ ਮੈਨੂੰ ਇੱਕ ਬੇਨਤੀ ਦੱਸੋ ਵੀ ਕੇਜਰੀਵਾਲ ਦਿੱਲੀ ਤੋਂ ਜਿੱਤ ਕੇ ਕਹਿੰਦੇ ਸੀ ਸ਼ੀਲਾ ਡਿਕਸਨ ਨੂੰ 30 ਦਿਨਾਂ ਦੇ ਅੰਦਰ ਕਰ ਦੂੰ, ਅੰਦਰ ਕਰਤੇ। ਹੁਣ ਤੁਸੀਂ ਕਹਿੰਦੇ ਹੋ ਮਜੀਠੀਏ ਨੂੰ ਅੰਦਰ ਕਰ ਦੂੰ। ਉਹ ਤਾਂ ਬਿਆਨਬਾਜ਼ੀ ਹੈ, ਉਹ ਕਰੋਗੇ ਕਿਵੇਂ ਹੋ ਜੂ? ਪਹਿਲੀ ਗੱਲ ਸ਼ੀਲਾ ਨੂੰ ਕਰਕੇ ਦਿਖਾਓ, ਫਿਰ ਤੁਸੀਂ ਇੱਥੇ ਕਰਿਓ। ਸਿੱਧੀ ਪੋਲੀਟਿਕਸ ਜਿਹੜੀ ਤੁਸੀਂ ਲੜਦੇ ਸੀ, ਜੇ ਉਹ ਲੜਦੇ ਤਾਂ ਬਹੁਤ ਵਧੀਆ ਸੀ। ਮੇਰਾ ਜਵਾਬ ਦੇ ਜਿਓ ਮਿਹਰਬਾਨੀ ਕਰਕੇ, ਮੈਂ ਤੁਹਾਡੇ ਹੱਕ 'ਚ ਬੋਲਣਾ, ਕਿਉਂਕਿ ਤੁਹਾਡੇ ਤੋਂ ਕੋਈ ਇਹ ਜਿਹੜੀ ਬੁਰਾਈ ਅਸੀਂ ਇੱਕ ਦੂਜੇ ਦੀ ਦੇਖਾਂਗੇ ਤਾਂ ਸਾਨੂੰ ਪਤਾ ਲੱਗੂ, ਨਹੀਂ ਤਾਂ ਬਿਆਨਬਾਜ਼ੀ 'ਚ ਹੀ ਰਹਿ ਜਾਂਗੇ। ਦੂਜਾ ਮੇਰਾ ਫਰਕ ਇਹ ਹੈ, ਲੁਧਿਆਣਾ ਤੇ ਮਜੀਠੀਏ ਦਾ ਕਿੰਨਾ ਕੁ ਫਰਕ ਹੈ ਵੀਰ ਜੀ? ਮੀਲਾਂ ਦੇ ਹਿਸਾਬ ਨਾਲ ਪਹਿਲਾਂ ਦੱਸਿਓ। ਲੁਧਿਆਣੇ ਦੇ ਵਿੱਚ ਬੈਂਸਾਂ ਦੀ ਮੀਟਿੰਗ ਤੇ ਪਾਰਟੀ ਤੇ ਕੇਜਰੀਵਾਲ ਨੇ ਕਿਹਾ ਇੱਕ ਬੂੰਦ ਨਹੀਂ ਦੇਉ ਪਾਣੀ ਦੀ। ਮਜੀਠੀਏ ਦੇ ਵਿੱਚ ਜਾ ਕੇ ਕਹਿੰਦਾ ਦਿੱਲੀ ਨੂੰ ਦਿੱਲੀ ਦੀ ਲੋੜ ਆ ਪਾਣੀ ਨੂੰ, ਪਾਣੀ ਦੀ ਪੰਜਾਬ ਦੀ ਪੰਜਾਬ ਦੀ, ਹਰਿਆਣੇ ਨੂੰ ਹਰਿਆਣੇ ਦੀ। ਸੋ ਉਹਦਾ ਮਤਲਬ ਉਹ ਉੱਥੇ ਜਾ ਕੇ ਬਦਲ ਗਿਆ। ਸੋ ਇਹ ਅੱਗੇ ਵੀ ਹੋਇਆ ਸੀ। ਉਸ ਚੀਜ਼ ਨੂੰ ਮੈਂ ਸ਼ੁਰੂ ਤੋਂ ਚੱਕੀ ਬੈਠਾ, ਜਿਹੜਾ ਇਹਦੇ PA ਨੇ ਹਾਈ ਕੋਰਟ ਦੇ ਵਿੱਚ ਹਲਫੀਆ ਬਿਆਨ ਦੇਤਾ। ਤੁਸੀਂ ਪੋਲੀਟਿਕਸ ਦੇ ਬੰਦੇ ਹੋ, ਮੈਂ ਇੱਕ ਨਾਰਮਲ ਇਨਸਾਨ, 8 ਪੜ੍ਹਿਆ ਇਨਸਾਨ ਹੈ, ਪਰ ਮੈਨੂੰ ਇੰਨਾ ਪਤਾ ਹਲਫੀਆ ਬਿਆਨ ਬਦਲਿਆ ਨਹੀਂ ਜਾਂਦਾ। ਹਲਫੀਆ ਬਿਆਨ ਤੁਸੀਂ ਦੇ ਚੁੱਕੇ ਹੋ। ਤੁਹਾਡਾ ਮੇਨ ਮੁੱਖ ਮੰਤਰੀ ਬੰਦਾ ਦਿੱਲੀ ਵਾਲਾ ਦੇ ਚੁੱਕਿਆ ਵੀ ਹਰਿਆਣੇ ਦਾ ਪਾਣੀ ਹਰਿਆਣਾ ਲਵੇ, ਪੰਜਾਬ ਦਾ ਪੰਜਾਬ, ਦਿੱਲੀ ਦਾ ਦਿੱਲੀ। ਜੀ ਰਾਜਵਿੰਦਰ ਜੀ, ਆਪਣਾ ਸਵਾਲ ਦੇ ਜੋ ਮਿਹਰਬਾਨੀ। ਰਾਜਵਿੰਦਰ ਜੀ, ਆਪਣਾ ਸਵਾਲ ਜਿਹੜਾ ਲੁਧਿਆਣੇ ਵਾਲਾ ਪੁੱਛਿਆ ਸੀ, ਇੱਕ ਵਾਰੀ ਫੇਰ ਦੁਹਰਾਇਓ। ਮੇਰੇ ਖਿਆਲ ਤੁਸੀਂ ਲਾਈਨ ਛੱਡ ਗਏ ਹੋ ਜੀ, ਕੁਝ ਪੁੱਛਿਆ ਸੀਗਾ ਤੁਸੀਂ ਜੀ। ਹਲੋ, ਇਸ ਤਰ੍ਹਾਂ ਹੈ ਜੀ, ਇਹ ਭਾਈ ਸਾਹਿਬ ਜਿਹੜੀ ਗੱਲ ਕਹਿ ਰਹੇ ਆ ਨਾ ਜੀ, ਮੈਂ ਪਹਿਲਾਂ ਕਲੀਅਰ ਕਰ ਚੁੱਕਾ ਵੀ ਅਸੀਂ ਜਿਹੜੇ ਪੰਜਾਬ ਦੇ ਰਹਿਣ ਵਾਲੇ ਲੋਕ ਆ, ਅਸੀਂ ਜੋ ਵੀ ਮਰਜ਼ੀ ਹੋ ਜੇ, ਕੋਈ ਵੀ ਹੋ ਜੇ, ਜਿਹੜਾ ਪਾਣੀ ਲੁਟਾਇਆ ਜਾ ਚੁੱਕਾ ਪਹਿਲਾਂ, ਉਹਦੇ 'ਚ ਤਾਂ ਸਾਡਾ ਕੋਈ ਕਸੂਰ ਨਹੀਂ ਹੈ। ਜੇ ਉਹ ਤਾਂ ਦੋਨਾਂ ਪਾਰਟੀਆਂ ਨੇ ਲੁਟਾਇਆ, ਉਹਦੇ 'ਚ ਬਾਦਲ ਦੀ ਸਹਿਮਤੀ ਸੀ ਜਾਂ ਉਹਦੇ ਵਿੱਚ ਸੀ ਇੰਦਰਾ ਗਾਂਧੀ ਨੇ ਉਦੋਂ ਪਾਣੀ ਲੁਟਾ। ਅਸੀਂ ਹੁਣ ਜਿਹੜਾ ਪਾਣੀ ਸਾਡੇ ਕੋਲ ਆ, ਸਾਡੀ ਤਾਂ ਆਪਣੀ ਲੋੜ ਪੂਰੀ ਨਹੀਂ ਕਰਦਾ, ਅਸੀਂ ਕਿਸ ਤਰ੍ਹਾਂ ਜਾਣ ਦੇਵਾਂਗੇ? SIL ਜਿਹੜੀ SYL ਨਹਿਰ ਆ, ਇਹਨੂੰ ਬਿਲਕੁਲ ਨਹੀਂ ਅਸੀਂ ਨਿਕਲਣ ਦੇਵਾਂਗੇ ਤੇ ਪਾਣੀ ਨਹੀਂ ਦੇਵਾਂਗੇ। ਲਓ, ਇਹ ਗੱਲ ਤਾਂ ਬਿਲਕੁਲ ਹੈਗੀ ਆ, ਪਾਣੀ ਨਹੀਂ ਦੇਵਾਂਗੇ। ਉਹ ਮੀਡੀਆ ਜਿਹੜਾ ਨਾ, ਜਦੋਂ ਕੋਈ ਸਵਾਲ ਪੁੱਛਦਾ, ਉਹ ਸਟੇਜ ਤੋਂ ਉਤਰ ਰਿਹਾ ਸੀ ਕੇਜਰੀਵਾਲ, ਉਹਨੇ ਕਿਹਾ ਦਿੱਲੀ ਨੂੰ ਅੱਗੇ ਪਾਣੀ ਜਾਂਦਾ ਹੈ, ਉਹ ਕਹਿੰਦਾ ਜਾਂਦਾ ਹੈ, ਹੈਗਾ। ਔਰ ਉਹ ਮੀਡੀਆ ਦਾ ਕਈ ਵਾਰ ਵਿਚਾਰਧਾਰਾ ਜਿਹੜੀ ਆ ਜਾਂ ਗੱਲ ਕਰਦਿਆਂ ਕਈ ਵਾਰ ਕੋਈ ਫਰਕ ਪੈ ਜਾਂਦਾ, ਉਹ ਗੱਲ ਵੱਖਰੀ ਆ। ਜਿੱਦਣ SYL ਦੇ ਮੁੱਦੇ ਤੇ ਅਸੀਂ ਕਪੂਰੀ ਧਰਨਾ ਲਾਇਆ ਆਮ ਆਦਮੀ ਪਾਰਟੀ ਵੱਲੋਂ, ਉਦੋਂ ਸਾਡੀ ਪੰਜਾਬ ਦੀ ਸਾਰੀ ਲੀਡਰਸ਼ਿਪ ਉੱਥੇ ਇਕੱਠੀ ਹੋਈ ਹੈ। ਅਸੀਂ ਬਿਲਕੁਲ ਇਹਦੇ ਮਸਲੇ 'ਚ ਕਲੀਅਰ ਹਾਂ ਵੀ ਅਸੀਂ ਪਾਣੀ ਪੰਜਾਬ ਦਾ ਜਿਹੜਾ ਸਾਡੇ ਕੋਲ ਹੈ ਨਹੀਂ, ਸਾਡੀ ਤੇ ਆਪਣੀ ਧਰਤੀ ਡਰਾਈ ਹੋ ਗਈ ਆ, ਡੂੰਘੇ ਪਾਣੀ ਚਲ ਗਏ ਆ, ਅਸੀਂ ਕਿੱਥੋਂ ਦੇ ਦਾਂਗੇ ਪਾਣੀ ਜੀ? ਪਾਣੀ ਕਿਸ ਤਰ੍ਹਾਂ ਦੇਵਾਂਗੇ ਅਸੀਂ ਪਾਣੀ ਪੰਜਾਬ ਦਾ? ਅਸੀਂ ਦੇਖੋ, ਬਾਦਲ ਨੇ ਤੇ ਦੇਵੀ ਲਾਲ ਨਾਲ ਯਾਰਾਨਾ ਪਕਾ ਲਿਆ, 2.5 ਕਰੋੜ ਰੁਪਈਆ ਲਾ ਕੇ SYL ਨਹਿਰ ਦਾ ਜ਼ਮੀਨ ਅਕਵਾਇਰ ਕਰ ਲਈ, ਹੁਣ ਉਹੀ ਬਾਦਲ ਵਾਪਸ ਕਰ ਰਿਹਾ। ਡਰਾਮੇ ਇਹ ਕਰਦੇ ਕਿ ਅਸੀਂ ਤੇ ਪਹਿਲੀ ਵਾਰੇ ਪੰਜਾਬ 'ਚ ਤਾਕਤ ਵਿੱਚ ਆਉਣਾ ਆ। ਅਗਰ ਸਾਨੂੰ ਲੋਕ ਫਤਵਾ ਦਿੰਦੇ ਆ ਪੰਜਾਬ ਦੇ, ਅਸੀਂ ਪੰਜਾਬ ਦੇ ਵਾਸੀ, ਅਸੀਂ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਲੋਕ ਆ, ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਮੈਂ ਤਾਂ ਖੁਦ ਆਪ ਨਹਿਰ ਦਾ ਪਾਣੀ ਵਰਤਣਾ, ਜੇ ਮੈਨੂੰ ਨਹੀਂ ਮਿਲੂਗਾ ਤਾਂ ਦੂਜੇ ਨੂੰ ਕਿੱਥੋਂ ਮਿਲ ਜੂਗਾ? ਇਹ ਬਿਲਕੁਲ ਗਲਤ ਗੱਲ ਆ। ਪੰਜਾਬ ਦਾ ਪਾਣੀ ਬਿਲਕੁਲ ਨਹੀਂ ਦੇਗਾ, ਨਾ ਕੇਜਰੀਵਾਲ ਦੇਗਾ, ਨਾ ਕੋਈ ਹੋਰ ਦੇਗਾ। ਹਾਂਜੀ, ਬਿਲਕੁਲ। ਇੱਕ ਇਹਨਾਂ ਨੇ ਗੱਲ ਸ਼ੀਲਾ ਦੀਕਸ਼ਤ ਦੀ ਕੀਤੀ ਸੀ, ਉਹ ਜ਼ਰੂਰ ਯਾਦ ਕਰਾ ਦੇ ਕਿ ਸ਼ੀਲਾ ਦੀਕਸ਼ਤ ਦੀ ਫਾਈਲ ਆ ਜਿਹੜੀ, ਉਹ ਮੋਦੀ ਚੱਕ ਕੇ ਲੈ ਗਿਆ ਜੀ। ਉਹ ਚੀਫ ਮਿਨਿਸਟਰ ਆ ਪੰਜਾਬ ਦਾ, ਕੇਜਰੀਵਾਲ ਦਿੱਲੀ ਦਾ। ਹਾਂਜੀ, ਅਸੀਂ ਪੰਜਾਬ ਦਾ ਚੀਫ ਮਿਨਿਸਟਰ ਚੁਣਨਾ, ਪੰਜਾਬੀ ਚੁਣਨਾ, ਪੰਜਾਬ ਦਾ ਰਹਿਣ ਵਾਲਾ ਚੁਣਨਾ, ਪੰਜਾਬ ਦੇ MLA ਬਣਨੇ।
ਸਾਡੇ ਪੰਜਾਬ ਦੀਆਂ ਹੋਰ ਗੱਲਾਂ ਨੇ, ਦਿੱਲੀ ਵਿੱਚ ਹੋਰ ਮੁਸ਼ਕਲਾਂ। ਜਿੱਥੋਂ ਤੱਕ ਉੱਥੇ ਦੀ ਪ੍ਰਸ਼ਾਸਨ ਦੀ ਗੱਲ ਹੈ, ਪੁਲਿਸ ਤਾਂ ਇਹਦੇ ਅੰਡਰ ਹੀ ਨਹੀਂ ਹੈ। ਜੇ ਉਹ ਚਾਹੇ ਵੀ ਪੁਲਿਸ ਪ੍ਰਸ਼ਾਸਨ ਦੇ ਕੋਈ ਪਕੜ ਆਪਣੀ ਮਜ਼ਬੂਤ ਕਰਨੀ ਨਹੀਂ ਕਰ ਸਕਦਾ, ਕਿਉਂਕਿ ਪੁਲਿਸ ਪ੍ਰਸ਼ਾਸਨ ਕੇਜਰੀਵਾਲ ਦੇ ਅੰਡਰ ਨਹੀਂ ਹੈ ਦਿੱਲੀ ਵਿੱਚ। ਉਹਨੂੰ ਕਈ ਸਮੱਸਿਆਵਾਂ ਦਾ ਉੱਥੇ ਸਾਹਮਣਾ ਕਰਨਾ ਪੈ ਰਿਹਾ ਮੈਡਮ ਜੀ। ਜਦੋਂ ਤੱਕ ਪੁਲਿਸ ਪ੍ਰਸ਼ਾਸਨ ਤੁਹਾਡੇ ਕੰਟਰੋਲ ਵਿੱਚ ਨਹੀਂ ਆ, ਉਦੋਂ ਤੱਕ ਤੁਸੀਂ ਉਹ ਕੁਛ ਨਹੀਂ ਕਰ ਸਕਦੇ ਜੋ ਕਰਨਾ ਚਾਹੋਗੇ। ਉਹਨੂੰ ਪੂਰਨ ਰਾਜ ਹੈ ਨਾ, ਜਿਹੜਾ ਪੂਰਨ ਰਾਜ, ਉਹਦਾ ਦਰਜਾ ਨਹੀਂ ਹੈ ਦਿੱਲੀ ਦਾ। ਪੂਰਨ ਰਾਜ ਦਾ ਦਰਜਾ ਹੀ ਨਹੀਂ ਹੈ ਦਿੱਲੀ ਕੋਲ ਅਜੇ। ਸਾਡੇ ਕੋਲ ਪੂਰਨ ਰਾਜ ਪੰਜਾਬ ਦਾ ਦਰਜਾ ਆ। ਸਾਡਾ ਪ੍ਰਸ਼ਾਸਨ, ਪੁਲਿਸ ਸਭ ਕੁਝ ਸਾਡੇ ਅੰਡਰ ਹੋਏਗਾ। ਅਸੀਂ ਇੱਥੇ ਤੇ ਬਹੁਤ ਕੁਛ ਕਰ ਸਕਦੇ ਹਾਂ। ਜੋ ਅਜੇ ਕੇਜਰੀਵਾਲ ਦਿੱਲੀ ਨਹੀਂ ਕਰ ਸਕਿਆ, ਉਹ ਪੰਜਾਬ 'ਚ ਕਰਨਾ ਸਾਨੂੰ ਸੌਖਾ ਹੈ। ਬਿਲਕੁਲ ਬਿਲਕੁਲ ਜੀ। ਇੱਕ ਹੋਰ ਕਲੀਅਰ ਕਰ ਦਈਏ, ਸ਼ੀਲਾ ਦੀਕਸ਼ਤ ਦਾ ਰਾਜਵਿੰਦਰ ਹੋਣੀ ਕੁਐਸਚਨ ਪੁੱਛਿਆ ਸੀਗਾ, ਉਹ ਬਹੁਤ ਵਾਰੀ ਕਲੀਅਰ ਹੋ ਚੁੱਕਿਆ ਕਿ ਸ਼ੀਲਾ ਦੀਕਸ਼ਤ ਦੀ ਫਾਈਲ ਆ ਮੋਦੀ ਹੋਣੀ ਚੱਕ ਕੇ ਲੈ ਗਏ ਆ। ਬਾਕੀ ਬਹੁਤ ਸਾਰੇ ਆਫਿਸਰ ਜਿਹੜੇ ਆ, 100 ਦੇ ਕਰੀਬ ਆਫਿਸਰ ਆ ਦਿੱਲੀ ਦੇ ਵਿੱਚ, ਉਹ ਸਸਪੈਂਡ ਕੀਤੇ ਗਏ ਆ। ਇਹ ਆਪਾਂ ਨੂੰ ਪੁਰਾਣੀਆਂ ਗੱਲਾਂ ਵੀ ਉਹ ਵੀ ਯਾਦ ਰੱਖਣੀਆਂ ਚਾਹੀਦੀਆਂ ਕਿ ਪੰਜਾਬ ਦੇ ਵਿੱਚ ਜਿਹੜਾ ਸਾਰਾ ਕੁਝ ਘੁੰਮ ਰਿਹਾ ਆ, ਅਣਪਛਾਤੀ ਪੁਲਿਸ, ਉਹ ਪਹਿਲੀ ਵਾਰ ਇਸ ਤਰ੍ਹਾਂ ਪੰਜਾਬ ਦੇ ਵਿੱਚ ਹੋ ਰਿਹਾ। ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜਪਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਆਪਣਾ ਜਿਹੜੀ ਆਪਾਂ ਸਕੂਲਾਂ ਬਾਰੇ ਗੱਲ ਕਰ ਰਹੇ ਹਾਂ, ਜੇ ਫਰਜ਼ ਕਰੋ ਆਪਣੀ ਪਾਰਟੀ ਸਦਾ ਦੇ ਵਿੱਚ ਆਉਂਦੀ ਹੈ ਤੇ ਇਹਦੇ ਵਿੱਚ ਜਿੰਨੇ ਵੀ ਆਫਿਸਰ ਹੈਗੇ ਜਾਂ MLA ਬਣ ਗਏ, ਕੁਛ ਵੀ ਹੈ, ਉਹ ਆਪਣੇ ਬੱਚੇ ਜੇ ਕਹਿੰਦੇ ਵੀ ਹਾਂ ਅਸੀਂ ਲਾਉਣੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ, ਇਹ ਹੋ ਸਕਦੀ ਹੈ ਕੋਈ ਗੱਲ ਕਿ ਨਹੀਂ ਹੋ ਸਕਦੀ? ਆਹ ਕੁਐਸਚਨ ਹੈ। ਥੈਂਕ ਯੂ ਜੀ। ਸਰਕਾਰੀ ਸਕੂਲ ਜਿਹੜੇ ਆ ਜੀ, ਜਦੋਂ ਵਿਦਿਆ ਦਾ ਮਿਆਰ ਉਹਦੇ ਵਿੱਚ ਪ੍ਰਾਈਵੇਟਾਂ ਦੇ ਬਰਾਬਰ ਹੋਇਆ, ਤੇ ਲੋਕੀ ਆਪੇ ਉੱਥੇ ਪੜ੍ਹਾਉਣਗੇ ਬੱਚੇ, ਬਿਲਕੁਲ ਪੜ੍ਹਾਉਣਗੇ। ਉਹਨਾਂ ਨੂੰ ਸਸਤੀ ਐਜੂਕੇਸ਼ਨ ਮਿਲੇਗੀ, ਚੰਗਾ ਸਕੂਲ ਮਿਲੇਗਾ, ਤੇ ਕਿਉਂ ਨਹੀਂ ਪੜ੍ਹਾਉਣਗੇ? ਦੇਖੋ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹਾਂ। ਮੈਂ ਬਾਰ-ਬਾਰ ਕਹਿ ਰਿਹਾ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹਾਂ, ਸਾਰੇ ਸਰਕਾਰੀ ਸਕੂਲਾਂ 'ਚੋਂ ਪਹਿਲਾਂ, ਕਿਉਂਕਿ ਵਿਦਿਆ ਦਾ ਮਿਆਰ ਇਸ ਪੱਧਰ ਡਿੱਗ ਪਿਆ ਸਰਕਾਰੀ ਸਕੂਲਾਂ ਦਾ। ਸਰਕਾਰੀ ਸਕੂਲਾਂ ਦਾ ਪ੍ਰਬੰਧ ਇਸ ਖਾਤਰ ਖਰਾਬ ਹੋ ਗਿਆ ਤੇ ਲੋਕਾਂ ਨੂੰ ਮਜਬੂਰਨ ਵਾਸਤੇ ਮਹਿੰਗੀ ਐਜੂਕੇਸ਼ਨ ਦੇਣੀ ਪੈ ਰਹੀ ਹੈ ਬੱਚਿਆਂ ਨੂੰ। ਇਹ ਜਦੋਂ ਉਹਦਾ ਪ੍ਰਬੰਧ ਸਹੀ ਹੋ ਜਾਏਗਾ, ਬੱਚੇ ਉੱਥੇ ਲੋਕੀ ਪੜ੍ਹਾਉਣਗੇ, ਡੈਫੀਨੇਟ ਪੜ੍ਹਾਉਣਗੇ। ਅੱਜ ਜੀ ਤੇ ਸਾਡੇ ਨਾਲ ਅਗਲੇ ਸਾਡੇ ਕਾਲਰ ਨੇ JS ਹੁੰਦਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੈਦਾਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਜੈਦਾਰ ਜੀ, ਮੈਂ ਪੱਪਾ ਵਾਲੀ ਦੇ ਨਾਲ ਕੰਸਰਨ ਰਿਹਾ, ਤੁਹਾਡੇ ਲਾਗੇ ਆ। ਹਾਂਜੀ ਹਾਂਜੀ, ਪੱਬਰ ਵਾਲੀ ਦਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਕਰਦਾ। ਅੱਛਾ ਅੱਛਾ, ਠੀਕ ਠੀਕ, ਲਾਗੇ ਨਾਲ ਏਰੀਆ ਪੈ ਜਾਂਦਾ ਜੀ ਅੰਮ੍ਰਿਤਸਰ। ਹਾਂ, ਮੈਂ ਉੱਥੇ ਢੰਗਾਈ ਨਹੀਂ ਜਾਊਂਗਾ। ਮੈਂ ਗੈਸਟ ਅਫਸਰ ਦੀ ਨੌਕਰੀ ਵੀ ਕੀਤੀ ਹੈ, ਪਰ ਮੈਂ ਇਹ ਢੰਗਾਈ ਤੱਕ ਨਹੀਂ ਜਾਊਂਗਾ। ਜੋ ਉੱਥੇ ਕੀਤਾ, ਜੋ ਕਰਾਉਂਦੇ ਸੀ ਆਪਣਾ ਪ੍ਰੈਸ਼ਰ ਪਾ ਕੇ, ਇਹ ਸਭ ਨੂੰ ਪਤਾ, ਜਾਣਦੇ ਤੁਸੀਂ ਇਹ ਪਾਰਟੀ ਰਹੇ ਜੇ ਕਾਂਗਰਸੀ, ਜੋ ਕਰਾਉਂਦੇ ਸੀ ਸਭ ਨੂੰ ਪਤਾ ਕੀ ਹੁੰਦਾ। ਹਾਂਜੀ, ਹੁਣ ਮੈਂ ਅੱਗੇ ਆ ਜਾਣਾ ਕਿ ਤੁਸੀਂ ਬੜੀਆਂ ਸੱਚੀਆਂ ਸੁੱਚੀਆਂ ਗੱਲਾਂ ਕੀਤੀਆਂ ਨੇ, ਵਿੱਚ ਕੋਈ ਗੁੰਜਾਇਸ਼ ਵਾਲੀ ਗੱਲ ਨਹੀਂ ਰਹਿ ਜਾਂਦੀ। ਮੈਂ ਐਪਰੀਸ਼ੀਏਟ ਕਰਦਾ ਤੁਹਾਨੂੰ, ਔਰ ਮੈਂ ਸਪੋਰਟ ਵੀ ਕਰਦਾ ਪਾਰਟੀ ਨੂੰ। ਹਾਂਜੀ, ਤੇ ਜਿਹੜੇ ਆਪਾਂ ਇੱਕ ਪਹਿਲਾਂ ਕਹਿ ਦਿੰਦੇ ਹਾਂ ਕਿ ਅਸੀਂ ਸਪੋਰਟ ਕਰਦੇ ਹਾਂ, ਮੁੜ ਕੇ ਆਪਾਂ ਆਮ ਪਾਰਟੀ ਦੀ ਪੜਚੋਲ ਕਰਦੇ ਹਾਂ, ਬਹੁਤ ਮਾੜੀ ਗੱਲ ਹੈ। ਖਾਸ ਕਰਕੇ ਸਾਡੇ ਜਿਹੜੇ ਪੰਜਾਬ ਦੇ ਲੋਕ ਹੈ, ਜੇ ਅਜੇ ਵੀ ਨਾ ਇਹ ਸੰਭਲੇ, 70 ਸਾਲਾਂ ਦਾ ਇਹਨਾਂ ਨੇ ਪੰਜਾਬ ਨੂੰ ਘੁੰਮਣ ਘੇਰੀ 'ਚ ਪਾਇਆ, ਇਹਨਾਂ ਨੂੰ ਬੜਾ ਸੋਚਣਾ ਚਾਹੀਦਾ, ਬੜੇ ਲਹਿਜੇ ਨਾਲ ਚੱਲਣਾ ਚਾਹੀਦਾ। ਤੇ ਅਜੇ ਵੀ ਜੇ ਇਹਨਾਂ ਨੇ ਪੰਜਾਬ ਨੂੰ ਨਾ ਬਦਲਿਆ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਜੋ ਕਰ ਰਹੀਆਂ, ਤੇ ਬਹੁਤ ਨੁਕਸਾਨ ਹੋਊਗਾ ਪੰਜਾਬ। ਹਾਂ, ਅੱਗੇ ਮੇਰਾ ਸਵਾਲ ਜਿਹੜਾ ਹੈਗਾ, ਅੱਗੇ ਮੇਰਾ ਸਵਾਲ ਹੈਗਾ ਕਿ ਕੁਛ ਸਾਡੇ ਗੱਲਾਂ ਤੇ ਸਾਰੀਆਂ ਦੱਸਦੀਆਂ ਨੇ, ਕੁਛ ਸਾਡੇ ਇੱਥੇ ਕੋਈ ਵਿਚਾਰੇ NRI ਨੇ, ਖੈਰ ਤੁਹਾਡੇ ਹੱਥ ਦੇ ਵਿੱਚ ਤਾਂ ਨਹੀਂ ਹੈਗਾ, ਜਿੱਦਾਂ NRI ਕਿਸੇ ਕੋਲ 30 ਜਾਂ 30, 25, 20 ਹਜ਼ਾਰ ਰੁਪਇਆ ਵਿਚਾਰੇ ਲੈ ਕੇ ਆਏ ਨੇ, ਉਹਨਾਂ ਕੋਲ ਕਰੰਸੀ ਆ ਜਿਹੜੀ ਇੰਡੀਆ ਦੀ, ਤੇ ਉਹ ਆਮ ਜਦੋਂ ਆਜ ਦੇ ਕੋਲ ਲੈ ਆਉਂਦੇ ਤੇ ਉੱਥੋਂ ਖਰਚ ਕੇ ਚਲ ਜਾਂਦੇ। ਉਹਦੇ ਬਾਰੇ ਵੀ ਤੁਸੀਂ ਕੋਈ ਸੋਚੋਗੇ? ਤੁਹਾਡੀ ਸਰਕਾਰ ਆਉਂਦੀ ਹੈ। ਨਹੀਂ, ਮੈਂ ਤੁਹਾਡਾ ਸਵਾਲ ਥੋੜਾ ਜਿਹਾ ਕਲੀਅਰ ਨਹੀਂ ਸਮਝਿਆ, ਦੁਬਾਰਾ ਕਰਿਓ, ਰਿਪੀਟ ਕਰਿਓ। ਇਹ ਸਵਾਲ ਮੈਂ ਦੁਹਰਾ ਦਿੰਦੀ ਹਾਂ। ਥੈਂਕ ਯੂ JS ਹੁੰਦਲ ਜੀ। ਇਹਨਾਂ ਨੇ ਜਿਹੜੇ ਨੋਟਬੰਦੀ ਹੋਈ ਆ, ਬਹੁਤ ਸਾਰੇ NRI ਆ ਰਾਹ ਦੇ ਖਰਚੇ ਦੇ ਲਈ ਉਹ ਪੈਸੇ ਨਾਲ ਲੈ ਆਉਂਦੇ ਆ ਥੋੜ੍ਹੇ ਬਹੁਤੇ, ਤੇ ਉਹ ਜਦੋਂ ਵਾਪਸ ਹੁਣ ਜਾਣਾ ਆ ਤੇ ਉਹਨਾਂ ਦੇ ਪੈਸਿਆਂ ਦਾ ਕੀ ਹੋਊਗਾ? ਇਹ ਸਵਾਲ ਆਖਰੀ ਆ ਉਹਨਾਂ ਦਾ। ਨਹੀਂ, ਵੇਖੋ ਜੀ ਮੈਡਮ ਜੀ, ਇਹ ਤੇ ਅਸੀਂ ਆਪ ਖੁਦ ਪਰੇਸ਼ਾਨ। ਲਾਈਨ 'ਚ ਲੱਗ ਕੇ 2000 ਰੁਪਈਆ ਸਾਨੂੰ ਡੇਲੀ ਮਿਲ ਰਿਹਾ, ਸਾਰਾ ਦਿਨ ਲਾਈਨ 'ਚ ਧੱਕੇ ਖਾਣੇ ਪਏ। ਇਹ ਬਹੁਤ ਗਲਤ ਕੰਮ ਇਹਨੇ ਕੀਤਾ ਹੈ। ਜਾਂ ਇਹ ਕਰੰਸੀ ਇੰਨੀ ਪਹਿਲਾਂ ਛਾਪ ਲੈਂਦੇ ਤੇ ਫਿਰ ਇਹ ਬੰਦ ਕਰਦੇ। ਔਰ ਦੇਖੋ, ਰੋਜ਼ ਕਦੀ ਅਮੀਰ ਕੋਈ ਲਾਈਨ 'ਚ ਲੱਗਾ, ਗਰੀਬ ਵਾਸਤੇ ਮੁਸੀਬਤ ਬਣੀ ਪਈ ਆ ਕਰੰਸੀ ਦੀ। ਦੂਸਰੀ ਗੱਲ ਇਹ ਹੈਗੀ ਆ ਕਿ ਅੱਜ ਕਈਆਂ ਦੇ ਘਰਾਂ 'ਚ ਛਾਪੇ ਪੈ ਰਹੇ ਆ, ਵੱਡੇ ਵੱਡੇ ਬਿਜ਼ਨਸਮੈਨਾਂ ਦੇ ਘਰਾਂ 'ਚ ਕਰੋੜਾਂ ਰੁਪਈਏ ਨਵੀਂ ਕਰੰਸੀ ਦੇ ਫੜੇ ਜਾ ਰਹੇ ਆ। ਇਹ ਕਿੱਥੇ ਕੰਟਰੋਲ ਕਰ ਲੈਣਗੇ? ਇਹ ਬਿਲਕੁਲ ਇਹਨਾਂ ਨੇ ਬਹੁਤ ਫੈਸਲਾ ਗਲਤ ਟਾਈਮ ਔਰ ਗਲਤ ਸਮੇਂ ਕੀਤਾ। ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਕਰੰਸੀ ਪੂਰੀ ਛਾਪ ਦੇ, ਬੈਂਕਾਂ ਨਾਲ ਉਹ ਕਰੰਸੀ ਬੈਂਕਾਂ ਵਿੱਚ ਅਵੇਲੇਬਲ ਹੁੰਦੀ, ਉਸ ਤੋਂ ਬਾਅਦ ਬੰਦ ਕਰ ਲੈਂਦੇ। ਸਾਨੂੰ ਕੋਈ ਇਤਰਾਜ਼ ਨਹੀਂ, ਬਲੈਕ ਮਨੀ ਫੜੋ, ਅਸੀਂ ਤਾਂ ਕਹਿੰਦੇ ਫੜੋ, ਸਾਡੇ ਕੋਲ ਤਾਂ ਕਿਸੇ ਕੋਲ ਹੈ ਨਹੀਂ, ਅਸੀਂ ਤਾਂ ਕਿਸਾਨੀ ਕਿੱਤਾ ਕਰਨ ਵਾਲੇ, ਅਸੀਂ ਤਾਂ ਖੁਸ਼ ਹਾਂ ਵੀ ਬਲੈਕ ਮਨੀ ਫੜੋ। ਪਰ ਇਹਦਾ ਜਿਹੜਾ ਢੰਗ ਤਰੀਕਾ ਇਹਨਾਂ ਅਪਣਾਇਆ, ਬਹੁਤ ਗਲਤ ਅਪਣਾਇਆ। ਲੋਕ ਇੱਥੇ ਪਰੇਸ਼ਾਨ ਆ
ਕਿਸੇ ਕੋਈ ਹਸਪਤਾਲ 'ਚ ਐਡਮਿਟ ਹੈ, ਡਾਕਟਰ ਪੁਰਾਣੀ ਕਰਾਂਸੀ ਨਹੀਂ ਕੋਈ ਵੀ ਲੈ ਰਿਹਾ, ਕਹਿੰਦੇ ਲਿਆਓ ਜੀ ਨਵੀਂ। ਅਗਰ ਉਹਨੂੰ ਲੱਖ ਰੁਪਏ ਦੀ 2 ਲੱਖ ਰੁਪਏ ਦੀ ਇਲਾਜ ਕਰਾਉਣ ਲਈ ਲੋੜ ਪੈ ਜਾਂਦੀ ਆ ਤੇ ਉਹਨੂੰ ਆਪਣੇ ਅਕਾਊਂਟ 'ਚੋਂ 2000 ਰੁਪਇਆ ਡੇਲੀ ਮਿਲ ਰਿਹਾ, ਵੱਧ ਤੋਂ ਵੱਧ ਹਫ਼ਤੇ ਦਾ 24,000 ਰੁਪਇਆ ਦੇ ਰਹੇ ਆ, ਉਹ ਵੀ ਲਾਈਨ 'ਚ ਲੱਗ ਕੇ। ਸਾਡੇ ਤੇ ਇੱਥੇ ਪੰਜਾਬ ਵਿੱਚ ਸਾਡੀ NRI ਦੀ ਨਹੀਂ ਗੱਲ ਹੈਗੀ, ਸਾਡੀ ਆਪਣੀ ਸਿਰਦਰਦੀ ਬਣੀ ਹੋਈ ਹੈ ਪੰਜਾਬ ਵਾਸੀਆਂ ਦੀ ਆਪਣੀ। ਹਾਂ ਜੀ ਬਿਲਕੁਲ, ਬਹੁਤ ਪਰੇਸ਼ਾਨ ਨੇ ਸਾਰੇ। ਸਾਡੇ ਨਾਲ ਜੁੜੇ ਨੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਨਾਨ ਪੋਲੀਟੀਕਲ, ਇਹ ਸਮਝੋ ਕਿ ਮੈਂ ਨਾਨ ਪੋਲੀਟੀਕਲ ਗੱਲ ਕਰ ਰਿਹਾ ਜੀ। ਪਹਿਲਾਂ ਤਾਂ ਆਪਾਂ ਤੁਸੀਂ ਕਹਿੰਦੇ ਵੀ ਉਹ ਪਾਰਟੀ ਸਾਰੇ, ਮਤਲਬ ਕਿ ਕੋਈ ਵੀ ਪਾਰਟੀ ਦਾ ਬੰਦਾ ਆ ਜਾਵੇ ਉਹ ਕਹਿੰਦਾ ਹੈ ਕਿ ਮਤਲਬ ਕਿ ਕਾਂਗਰਸ ਦੇ ਸਾਰੇ ਬੰਦੇ ਸਾਰੇ ਕੰਮ ਮਾੜੇ ਕੀਤੇ ਨੇ, ਅਕਾਲੀਆਂ ਨੇ ਸਾਰੇ ਕੰਮ ਮਾੜੇ ਕੀਤੇ ਨੇ, ਜਿਵੇਂ ਤੁਸੀਂ ਹੁਣੀ ਡਿਸਕ੍ਰਾਈਬ ਕੀਤਾ ਸੀਗਾ ਨਾ। ਮਤਲਬ ਕਿ ਅਕਾਲੀਆਂ ਦੇ ਵਿੱਚੋਂ ਜਾਂ ਕਾਂਗਰਸ ਦੇ ਵਿੱਚੋਂ ਜਾਂ ਆਮ ਆਦਮੀ ਦੇ ਵਿੱਚੋਂ ਕੋਈ ਵੀ ਪਾਰਟੀ ਇਹ ਨਹੀਂ ਕਹਿੰਦੀ ਕਿ ਇਸ ਪਾਰਟੀ ਨੇ ਇੱਕ ਕੰਮ ਵੀ ਵਧੀਆ ਕੀਤਾ। ਇਹ ਤਾਂ ਨਹੀਂ ਪੋਸੀਬਲ ਹੋ ਸਕਦਾ ਵੀ ਕਿਸੇ ਨੇ ਕੰਮ ਕੋਈ ਵਧੀਆ ਹੀ ਨਾ ਕੀਤਾ ਹੋਵੇ। ਤੁਸੀਂ ਇਹਦੇ ਬਾਰੇ ਕੀ ਡਿਸਕ੍ਰਾਈਬ ਕਰੋਗੇ? ਤੇ ਨਾਲੇ ਤੁਸੀਂ ਹੁਣੀ ਇੱਕ ਹੋਰ ਗੱਲ ਕਹਿੰਦੇ ਸੀ ਵੀ ਸਾਨੂੰ 24 ਘੰਟੇ ਦਿਓ, ਅਸੀਂ ਪੁਲਿਸ ਦਾ ਕੰਮ ਸਾਰਾ ਵਧੀਆ ਕਰ ਦਾਂਗੇ। ਵੀਰ ਜੀ, ਇਹ ਤਾਂ ਐ ਹੋ ਗਿਆ ਵੀ ਤੁਸੀਂ ਪੋਲੀਟੀਕਲ ਗੱਲਾਂ ਹੋ ਗਈਆਂ ਕਿ ਆਪਾਂ ਕਹਿੰਦੇ ਵੀ ਰਾਤੋਂ ਰਾਤ ਸਾਰਾ ਕੁਝ ਠੀਕ ਕਰ ਦਾਂਗੇ। ਆਪਾਂ ਪੜ੍ਹੇ ਲਿਖੇ ਬੰਦੇ ਆ ਕਿ ਇਹ ਕੁਝ ਵੀ ਪੋਸੀਬਲ ਨਹੀਂ ਕਿ ਰਾਤੋਂ ਰਾਤ ਆਪਣੇ ਕੋਈ ਵੀ ਸਿਸਟਮ ਠੀਕ ਹੋ ਜਾਵੇ। ਇਟ ਟੇਕ ਸਮ ਟਾਈਮ ਨਾ ਕੋਈ ਵੀ ਚੀਜ਼ ਨੂੰ ਰਿਕਵਰ ਕਰਨ ਲਈ, ਜਿਹੜਾ ਕਿ ਇੰਨਾ ਸਾਰਾ ਵਰਸਟ ਹੋਇਆ ਪਿਆ, ਸਾਰਾ ਕਰਪਟ ਹੋਇਆ ਪਿਆ, 24 ਘੰਟੇ 'ਚ ਤਾਂ ਵੀਰ ਜੀ ਠੀਕ ਨਹੀਂ ਹੁੰਦਾ। ਇਹ ਹਰ ਇੱਕ ਚੀਜ਼ ਨੂੰ ਟਾਈਮ ਲੱਗੂਗਾ ਨਾ। ਤੁਸੀਂ ਇਹਦੇ ਬਾਰੇ ਕੀ ਵਿਊ ਦਵੋਗੇ? ਨਰਿੰਦਰ ਜੀ, ਮੈਂ ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਲੀਅਰ ਕਰ ਦਿਓ ਕਿ ਤੁਸੀਂ ਕੱਲੀ ਪੁਲਿਸ ਦੀ ਗੱਲ ਕਰਦੇ ਆ ਜਾਂ ਜੌਬਾਂ ਦੀ ਕਰਦੇ ਜਾਂ ਕਿਹੜੀ ਗੱਲ ਲਈ 24 ਘੰਟੇ ਦੀ ਆਉਂਦੇ? ਪਹਿਲਾਂ ਮੇਰਾ ਪਹਿਲਾ ਸਵਾਲ ਸੀਗਾ ਜੀ, ਆਪਾਂ ਕਹਿ ਦਿੰਦੇ ਆ ਪੁਲਿਸ ਦੇ ਅਕਾਲੀਆਂ ਦੇ ਸਾਰੇ ਮਾੜੇ ਨੇ ਜੀ, ਸਾਰੇ ਨਹੀਂ ਉਹ ਸਵਾਲ ਤੇ ਸੁਣਿਆ ਗਿਆ। ਦੂਸਰਾ ਸਵਾਲ 24 ਘੰਟਿਆਂ ਵਾਲਾ ਤੁਹਾਡਾ। ਦੂਜਾ ਜੀ 24 ਘੰਟਿਆਂ ਵਾਲਾ ਪੁਲਿਸ ਦਾ ਲੈ ਲਓ। ਠੀਕ ਹੈ, ਬਸ ਇਹ ਕਲੀਅਰ ਕਰਨਾ ਸੀ, ਇਹ ਕਲੀਅਰ ਕਰਨਾ। ਥੈਂਕ ਯੂ ਜੀ ਗੁਰਵਿੰਦਰ ਸਿੰਘ ਜੀ। ਦੇਖੋ ਭੈਣ ਜੀ ਬਲਵਿੰਦਰ ਜੀ, ਗੱਲ ਇਹ ਆ ਵੀ ਮੈਂ ਤੁਹਾਨੂੰ ਬਾਰ-ਬਾਰ ਇਹ ਰਿਪੀਟ ਕਰਦਾ ਵੀ ਜਦੋਂ ਉੱਪਰਲਾ ਪ੍ਰਬੰਧਕ ਸਹੀ ਹੋ ਜੇ, ਅਗਰ ਪੁਲਿਸ ਪ੍ਰਸ਼ਾਸਨ ਵਿੱਚ SSP ਡਿਸਟ੍ਰਿਕਟ ਲੈਵਲ ਦਾ ਅਫਸਰ ਹੈ, ਉਹ ਇਮਾਨਦਾਰ ਹੈ, ਕਿਸੇ ਕੋ ਪੈਸਾ ਨਹੀਂ ਲੈਂਦਾ, ਡਿਊਟੀ ਸਹੀ ਕਰਦਾ, ਉਹਦੇ ਥੱਲੇ SHO ਕਿਸ ਤਰ੍ਹਾਂ ਕਰ ਲੂ ਗਲਤ ਜੀ? ਬਿਲਕੁਲ ਨਹੀਂ ਕਰੂਗਾ। ਮੈਂ ਤਾਂ ਕਹਿੰਦਾ ਬਿਲਕੁਲ ਹੋ ਸਕਦਾ 24 ਘੰਟੇ ਬਹੁਤ ਸਮਾਂ, ਮੈਂ ਤਾਂ ਕਹਿੰਦਾ ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਅਗਰ ਤੁਹਾਡਾ ਉੱਤੋਂ ਪ੍ਰਬੰਧਕ ਸਹੀ ਆ, ਅਗਰ ਤੁਹਾਡਾ ਹਲਕਾ ਵਿਧਾਇਕ ਕਿਸੇ ਪੁਲਿਸ ਅਫਸਰ ਨੂੰ ਹਦਾਇਤ ਕਰਦਾ ਆ ਵੀ ਬਿਲਕੁਲ ਨਜਾਇਜ਼ ਪਰਚਾ ਨਹੀਂ ਹੋਣਾ ਚਾਹੀਦਾ, ਮੇਰੇ ਹਲਕੇ ਵਿੱਚ ਨਜਾਇਜ਼ ਸਮੈਕ ਸ਼ਰਾਬ ਨਸ਼ੇ ਨਹੀਂ ਵਿਕਣੇ ਚਾਹੀਦੇ, ਮੈਂ ਤੇਰੇ ਨਾਲ ਆ। ਅਗਰ ਕੋਈ ਗਲਤ ਕੰਮ ਕਰਦਾ ਬਿਲਕੁਲ ਸਟੈਂਡ ਲੈ ਤੂੰ, ਉੱਥੇ ਹੋ ਜਾਊਗਾ ਠੀਕ। ਅਗਰ ਜੇ ਮੇਰੀ ਨੀਅਤ ਮਾੜੀ ਆ, ਇਹ ਮੇਰਾ ਬੰਦਾ ਆ, ਜੇ ਕੋਈ ਨਸ਼ਾ ਵੇਚਣ ਵਾਲਾ ਪੋਲੀਟੀਕਲ ਬੰਦੇ ਨਾਲ ਜੁੜਿਆ ਹੋਇਆ ਤੇ ਪੁਲਿਸ ਪ੍ਰਸ਼ਾਸਨ ਬੇਵੱਸ ਹੋ ਜਾਂਦੀ ਆ ਵੀ ਯਾਰ ਇਹ ਉਹਦਾ ਬੰਦਾ ਹੈ, ਕਿਵੇਂ ਇਹਨੂੰ ਕਾਬੂ ਕਰਾਂਗੇ? ਜਿਹੜਾ ਕਿ ਅੱਜ ਦੀ ਤਰਾਸਦੀ ਪੰਜਾਬ ਦੀ ਇਹ ਹੈ ਕਿ ਜਿੰਨੇ ਨਸ਼ੇ ਵਿਕ ਰਹੇ ਆ ਜਾਂ ਜੋ ਕੁਝ ਹੋ ਰਿਹਾ, ਇਹ ਰਾਜਨੀਤਿਕ ਲੋਕਾਂ ਦੀ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵਿਕ ਰਿਹਾ। ਵਿਕ ਹੀ ਨਹੀਂ ਸਕਦਾ, ਬਿਲਕੁਲ ਨਹੀਂ ਵਿਕ ਸਕਦਾ। ਮੈਂ ਅੱਜ ਵੀ ਉੱਥੇ ਖੜਾ ਤੇ ਬਿਲਕੁਲ ਪ੍ਰਬੰਧ ਸੁਧਰ ਸਕਦਾ ਹੈ ਪੁਲਿਸ ਪ੍ਰਸ਼ਾਸਨ ਦੇ ਵਿੱਚ, ਔਰ ਸਾਰੇ ਸੁਧਰ ਸਕਦਾ ਜੇ ਅਗਰ ਉੱਤੋਂ ਨੀਅਤ ਠੀਕ ਹੋ ਜੇ। ਬਹੁਤਾ ਟਾਈਮ ਨਹੀਂ ਲੱਗਦਾ ਇਸ ਗੱਲ ਨੂੰ, ਨੀਅਤ ਠੀਕ ਕਰਨ ਦੀ ਲੋੜ। ਬਿਲਕੁਲ ਗੁਰਵਿੰਦਰ ਸਿੰਘ ਜੀ, ਆਪ 24 ਘੰਟੇ ਮੈਂ ਆਪਣੇ ਹਿਸਾਬ ਨਾਲ ਸੋਚਿਆ ਤਾਂ ਮੈਨੂੰ ਵੀ ਬਹੁਤ ਲੱਗਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਸਾਰੀ ਦੁਨੀਆ ਮਾੜੀ ਨਹੀਂ ਹੈਗੀ, ਬਹੁਤ ਵਧੀਆ ਬੰਦੇ ਆ। 8 ਘੰਟੇ ਬੜੇ ਅਫਸਰ ਵਧੀਆ ਖੁੱਡੇ ਲੈਣ। ਦੇਖੋ ਭੈਣ ਜੀ ਬਲਵਿੰਦਰ ਜੀ, ਬੜੇ ਅਫਸਰ ਇਮਾਨਦਾਰ ਜਿਹੜੇ ਆ, ਉਹਨਾਂ ਨੂੰ ਡਿਊਟੀ ਤੇ ਲਾਇਆ ਹੀ ਨਹੀਂ, ਉਹਨਾਂ ਨੂੰ ਤਾਂ ਖੁੱਡੇ ਲੈਣ ਲਾਇਆ। ਉਹ ਲਾਏ ਗਏ ਜਿਹੜੇ ਯੈਸਮੈਨ, ਜਿਹੜੇ ਇਹਨਾਂ ਦੀ ਪਾਣੀ ਭਰਦੇ ਇਹਨਾਂ ਦਾ, ਉਹ ਯੈਸਮੈਨ ਹੈ। ਯੈਸਮੈਨ ਜੋ ਕਹਿੰਦੇ ਉਹਨਾਂ ਨੂੰ ਕਰਨਾ ਪੈਂਦਾ। ਹਲਕਾ ਵਿਧਾਇਕ ਦੇਖੋ, ਇਹ ਭਾਈ ਸਾਹਿਬ ਕਹਿੰਦੇ ਨਹੀਂ ਹੋ ਸਕਦਾ, ਕਿਤਨਾ ਨਹੀਂ ਹੋ ਸਕਦਾ? ਮੈਂ ਕਹਿੰਦਾ ਕਿਤਨਾ ਹੀ ਹੋ ਸਕਦਾ। ਅਗਰ ਮੈਂ ਠੀਕ ਆ, ਮੇਰਾ ਆਪਣੀ ਨੀਅਤ ਠੀਕ ਆ, ਮੁੱਖ ਮੰਤਰੀ ਠੀਕ ਆ, ਉਹਦੇ ਥੱਲੇ ਮਿਨਿਸਟਰ ਠੀਕ ਆ, ਵਿਧਾਇਕ ਠੀਕ ਆ, ਕਿਤਨਾ ਪ੍ਰਸ਼ਾਸਨ ਗਲਤ ਕੰਮ ਕਰੂਗਾ? ਕਿਵੇਂ ਕਰ ਸਕਦਾ? ਮੇਰੇ ਲਾਗੇ 3 ਕਿਲੋਮੀਟਰ ਤੇ ਥਾਣਾ ਆ। ਅਗਰ ਹਰ ਥਾਣੇਦਾਰ ਨੂੰ ਜਾਂ ਇੰਸਪੈਕਟਰ SHO ਨੂੰ ਉੱਥੇ ਪਤਾ ਹੋਏ ਕਿ ਸਾਡੇ ਵਿਧਾਇਕ ਨੇ ਗਲਤ ਕੰਮ ਨਹੀਂ ਹੋਣ ਦੇਣਾ, ਕਰਨ ਉਹਦੀ ਹਿੰਮਤ ਨਹੀਂ ਪਊਗੀ ਕਰਨ ਦੀ। ਬਿਲਕੁਲ ਜੀ, ਵਿਧਾਇਕ ਹੀ ਗਲਤ ਕੰਮ ਕਰੂਗਾ ਤਾਂ ਹੀ ਅੱਗੇ ਕੰਮ ਗਲਤ ਜਿਹੜੇ ਹੋਣਗੇ। ਪਹਿਲੀ ਗੱਲ ਵਿਧਾਇਕ ਉਹਦੀ ਪਕੜ, ਉਹਨਾਂ ਦੋਵਾਂ ਦਾ ਆਪਸ ਵਿੱਚ ਤਾਲਮੇਲ ਬੈਠੇਗਾ ਤੇ ਗਲਤ ਕੰਮ ਹੋਣਗੇ। ਹਾਂਜੀ, ਇੱਕ ਹੋਰ ਕੁਐਸਚਨ ਸੀ ਜੀ ਉਹਨਾਂ ਦਾ, ਇੱਕ ਹੋਰ ਕੁਐਸਚਨ ਸੀਗਾ ਉਹਨਾਂ ਦਾ ਕਿ ਸਾਰੇ ਹੀ ਕਹਿ ਦਿੰਦੇ ਆ ਕਿ ਜਿਹੜੀ ਜਾਂ ਕਾਂਗਰਸ ਨੇ ਜਾਂ ਅਕਾਲੀਆਂ ਨੇ ਸਾਰੇ ਕੰਮ ਮਾੜੇ ਕੀਤੇ ਆ, ਉਹਦੇ ਬਾਰੇ ਤੁਹਾਡਾ ਕੀ ਆਨਸਰ ਹੈਗਾ? ਦੇਖੋ ਮੈਂ ਇਹ ਨਹੀਂ ਕਹਿੰਦਾ ਹਰ ਪਾਰਟੀ ਵਿੱਚ ਮਾੜੇ ਚੰਗੇ ਲੋਕ ਹੁੰਦੇ ਆ, ਮੈਂ ਨਹੀਂ ਕਹਿੰਦਾ, ਕੁਝ ਚੰਗੇ ਵੀ ਹੋਣਗੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਦੇਖੋ ਜੋ ਪੰਜਾਬ ਦੀ ਤਰਾਸਦੀ ਇਹ ਹੈ, ਆਪਾਂ ਕਿਸ ਤਰ੍ਹਾਂ ਚੰਗੇ ਕੰਮ ਗਿਣ ਲਈਏ? ਪੰਜਾਬ ਪਹਿਲੇ ਨੰਬਰ ਤੋਂ 17ਵੇਂ ਨੰਬਰ ਤੇ ਆ ਗਿਆ। ਕੀ ਇਹ ਭਾਈ ਸਾਹਿਬ ਨੂੰ ਪੁੱਛੋ ਕਿ ਕਿਹਨੂੰ ਸਰਟੀਫਿਕੇਟ ਦਈਏ? ਕਾਂਗਰਸ ਨੂੰ ਦਈਏ, ਬਾਦਲ ਨੂੰ ਦਈਏ, ਕਿਹਨੂੰ ਚੰਗਾ ਦਈਏ? ਅਸੀਂ ਪਹਿਲੇ ਨੰਬਰ ਤੇ ਸੀ, ਅੱਜ ਪੰਜਾਬ ਪਛੜ ਕੇ 17ਵੇਂ ਨੰਬਰ ਤੇ ਆ ਗਿਆ। ਕਿਹਦੇ ਤੇ ਮਾਣ ਕਰੀਏ? ਬਾਦਲ ਤੇ ਕਰੀਏ, ਕਾਂਗਰਸ ਤੇ ਕਰੀਏ, ਕਿਹਦੇ ਤੇ ਕਰੀਏ?
ਮਤਲਬ ਗੱਲ ਤਾਂ ਇਹ ਲਓ ਵੀ ਜੇ ਪੰਜਾਬ ਹੋਰ ਤਰੱਕੀਆਂ ਬੁਲੰਦੀਆਂ ਛੂਹਦਾ, ਪੰਜਾਬ 'ਚ ਨੌਕਰੀਆਂ ਚੰਗੀਆਂ ਹੁੰਦੀਆਂ, ਪੰਜਾਬ ਦਾ ਵਾਤਾਵਰਨ ਚੰਗਾ ਹੁੰਦਾ, ਪੰਜਾਬ ਦੀ ਜਵਾਨੀ ਕਿਸਾਨੀ ਅੱਗੇ ਵੱਧਦੀ, ਤਾਂ ਫਿਰ ਆਪਾਂ ਕਹਿੰਦੇ ਜੀ ਠੀਕ ਆ, ਬਿਲਕੁਲ ਵਧੀਆ ਗੱਲ ਹੈ। ਅਸੀਂ ਵਿਰੋਧੀ ਧਿਰ ਦੇ ਹੁੰਦਿਆਂ ਹੋਇਆਂ ਵੀ ਕਿਸੇ ਨੂੰ ਕਹਿੰਦੇ ਵੀ ਚੰਗਾ ਕੰਮ ਕੀਤਾ ਜੀ ਜੀ। ਪਰ ਜੇ ਹੋਇਆ ਹੀ ਕੁਛ ਨਹੀਂ, ਆਪਾਂ ਪਛਾਣ ਨੂੰ ਚਲ ਗਏ ਆ ਅੱਗੇ ਦੀ ਬਜਾਏ। ਦੇਖੋ ਨਾ ਮੈਡਮ ਜੀ, ਦੇਖੋ ਮੇਰੀ ਇੱਕ ਸਵਾਲ ਹੈ ਵੀ ਮੇਰੇ ਕੋਲ ਜੇ 24 ਜਾਂ 25 ਏਕੜ ਜਾਂ 20 ਏਕੜ ਜ਼ਮੀਨ ਆ, ਤੇ ਜੇ ਤਾਂ ਆਪਾਂ ਕਮਾਈ ਕੀਤੀ ਇਮਾਨਦਾਰੀ ਨਾਲ ਅੱਗੇ ਵੱਧ ਕੇ 20 ਦੀ 22 ਹੋ ਜੇ, ਫਿਰ ਤਾਂ ਆਪਾਂ ਤਰੱਕੀ ਗਿਣ ਲਾਂਗੇ ਨਾ। ਲੋਕ ਕਹਿਣਗੇ ਨਾ ਤੇ 2 ਹੋਰ ਵੱਧ ਗਈ ਆ। ਤੇ ਜੇ ਆਪਾਂ ਉਹ ਗਹਿਣੇ ਪਾ ਕੇ ਵੇਚ ਕੇ 20 ਦੀ 16 ਰਹਿਣ ਦਿੱਤੀ, ਆਪਾਂ ਜਾਇਦਾਦਾਂ ਸਰਕਾਰੀ ਵੇਚ ਲਈਆਂ, ਰੈਸਟ ਹਾਊਸ ਵੇਚ ਕੇ, ਮੈਂਟਲ ਹਸਪੀਟਲ ਦੀ ਜਗ੍ਹਾ ਵੇਚ ਦਿੱਤੀ ਪੰਜਾਬ ਸਰਕਾਰ ਨੇ, ਬੱਸ ਅੱਡੇ ਗਹਿਣੇ ਪੈ ਗਏ, ਸਾਰੀ ਪੰਜਾਬ ਦੀ ਪ੍ਰਾਪਰਟੀ ਪਲੱਜ ਹੋ ਗਈ, ਸਰਕਾਰੀ ਜਾਇਦਾਦਾਂ ਵਿਕਣੀਆਂ ਸ਼ੁਰੂ ਹੋ ਗਈਆਂ, ਤੇ ਪੰਜਾਬ ਨੂੰ ਤਰੱਕੀ ਕਹੋਗੇ? ਤੁਸੀਂ NRI ਬੈਠੇ, ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਦੇ ਦਿਓ ਵੀ ਆਪਾਂ ਇਸ ਨੂੰ ਤਰੱਕੀ ਗਿਣਾਂਗੇ? ਇਹ ਘਰ ਹੀ ਜਿਹੜੇ ਮੈਂ ਘਰ 'ਚ ਰਹਿ ਰਿਹਾ ਇਹੀ ਗਹਿਣੇ ਪੈ ਗਿਆ, ਮੈਂ ਤਰੱਕੀ ਕਾਹਦੀ ਕੀਤੀ? ਤਰੱਕੀ ਤੇ ਮੇਰੀ ਤਾਂ ਮੰਨੀ ਜਾਊਗੀ ਮੈਂ ਇਮਾਨਦਾਰੀ ਨਾਲ ਚੰਗੇ ਤਰੀਕੇ ਨਾਲ ਆਪਣੇ ਘਰ ਨੂੰ ਅੱਗੇ ਵਧਾਇਆ। ਫੇਰ ਤਾਂ ਲੋਕੀ ਆਂਢੀ ਗੁਆਂਢੀ ਮੇਰੇ ਕਹਿ ਲੈਣਗੇ ਵੀ ਯਾਰ ਬੜਾ ਲਾਇਕ ਬੰਦਾ ਆ, ਇਹਦੇ ਕੋਲ 20 ਕਿੱਲੇ ਜ਼ਮੀਨ ਸੀ, ਦਿਨ ਰਾਤ ਖੇਤੀ ਕਰਦਾ, ਬੜੀ ਮਿਹਨਤ ਕੀਤੀ, ਇਹਨੇ 20 ਦੀ ਬਜਾਏ 21 ਕਰ ਲਏ। ਹੁਣ ਬਾਦਲ ਸਾਹਿਬ ਨੇ ਪਹਿਲੇ ਨੰਬਰ ਤੋਂ ਖੜ ਕੇ ਤੇ ਇਸੇ ਕਾਂਗਰਸ ਦੀ ਤੇ ਬਾਦਲ ਸਾਹਿਬ ਨੇ ਮਿਹਰਬਾਨੀ ਪੰਜਾਬ ਤੇ ਕੀਤੀ ਆ ਤੇ 17ਵੇਂ ਨੰਬਰ ਤੇ ਪੰਜਾਬ ਚਲਾ ਗਿਆ। ਜੀ ਜੀ। ਤੇ ਅਗਲੇ ਕਾਲਰ ਲਵਾਂਗੇ ਜੀ। ਤਰੱਕੀਆਂ ਤਾਂ ਬਹੁਤ ਕੀਤੀਆਂ, ਗਿਣਾਂਗੇ ਜੀ ਜ਼ਰੂਰ। ਤੇ ਅੱਗੇ ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਮੇਰੇ 2 ਕੁਐਸਚਨ ਨੇ ਜੀ ਇਹਨਾਂ ਨੂੰ। ਇੱਕ ਤਾਂ ਮੇਰਾ ਕੁਐਸਚਨ ਇਹ ਹੈਗਾ ਜੀ, ਜਿਵੇਂ ਤੁਸੀਂ ਨੈਚੁਰਲੀ ਦੇਖਦੇ ਹੋ ਵੀ ਜਿਵੇਂ ਕੋਈ MLA ਬਣਿਆ ਜੀ, ਅੱਜ 2-4 ਸਾਲ ਪਾਰਟੀ 'ਚ ਫਿਰੇ ਜੀ ਜੀ, ਤੇ ਹੋਰ 2 ਸਾਲਾਂ ਬਾਅਦ ਤੁਸੀਂ ਦੇਖਿਆ ਤੇ ਉਹ ਜੀ 100 ਕਿੱਲਿਆਂ ਦਾ ਮਾਲਕ ਬਣਿਆ ਬੈਠਾ। ਬਿਲਕੁਲ। ਤੇ ਦੂਜਾ, ਤੇ ਕੀ ਇਹਨਾਂ ਨੇ ਆਪਣਾ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਆਪਣੀ ਪ੍ਰਾਪਰਟੀ ਸਾਰੀ ਹੁਣ ਲਿਖਾਈ ਆ ਵੀ ਸਾਡੇ ਕੋਲ ਕੀ ਆ, ਜਿੰਨੇ ਵੀ ਆਮ ਆਦਮੀ ਪਾਰਟੀ 'ਚ ਆ ਰਹੇ ਨੇ ਬੰਦੇ ਜੀ? ਤੇ ਦੂਸਰਾ ਸਵਾਲ ਜੀ, ਦੂਜਾ ਕੁਐਸਚਨ ਮੇਰਾ ਇਹ ਹੈਗਾ ਜੀ ਗਵਰਨਮੈਂਟ ਸਕੂਲਸ ਬਾਰੇ, ਕਿ ਜਦੋਂ ਤੁਸੀਂ, ਮੈਂ ਲਾਸਟ ਟਾਈਮ ਕਿਸੇ ਹੋਰ ਰੇਡੀਓ ਦੇ ਪ੍ਰੋਗਰਾਮ ਸੁਣ ਰਹੀ ਸੀਗੀ ਜੀ, ਤੇ ਉਹ ਕਹਿੰਦੇ ਬੜੀ ਪ੍ਰੋਬਲਮ ਆਉਂਦੀ ਹੈ ਸਾਨੂੰ, ਪੰਜਾਬੀ ਬੋਲਣ ਵਾਲੇ ਮੁੰਡੇ ਹੁਣ ਬੈਂਕਾਂ 'ਚ ਕੰਮ ਨਹੀਂ ਕਰਦੇ, ਜਾਂ ਕੁੜੀਆਂ ਕੋਈ ਵੀ ਲਾ ਲਓ, ਹਨਾ, ਕਿਉਂਕਿ ਪੰਜਾਬੀ ਬੋਲਣ ਵਾਲੇ ਪੰਜਾਬੀ ਸਕੂਲਾਂ 'ਚ ਜਾਂਦੇ ਨਹੀਂ, ਉਹ ਦੂਜੇ ਸਕੂਲਾਂ 'ਚ ਪੜ੍ਹਨ ਜਾ ਨਹੀਂ ਸਕਦੇ, ਤੇ ਸਾਨੂੰ ਪੰਜਾਬੀ ਬੋਲਣ ਵਾਲੇ ਹੁਣ ਅੱਗੋਂ ਨਹੀਂ ਮਿਲਣਗੇ ਪੰਜਾਬ 'ਚ, ਕਿਉਂਕਿ ਉਹੀ ਜਾਂਦੇ ਨੇ ਮਿਡਲ ਸਕੂਲਾਂ 'ਚ ਜਾਂ ਤੁਸੀਂ ਲਾ ਲਓ ਇੰਗਲਿਸ਼ ਸਕੂਲਾਂ ਵਗੈਰਾ 'ਚ ਪੜ੍ਹਨ, ਜਿਨ੍ਹਾਂ ਕੋਲ ਪੈਸੇ ਨੇ ਜੀ ਜੀ। ਤੇ ਗਵਰਨਮੈਂਟ ਸਕੂਲਾਂ ਨੂੰ ਇਹ ਮਤਲਬ ਅਪਗ੍ਰੇਡ ਕਰਨ ਲਈ ਆਮ ਆਦਮੀ ਪਾਰਟੀ ਦਾ ਕੀ ਹਿਸਾਬ ਕਿਤਾਬ ਹੈ ਪੰਜਾਬੀ ਬਾਰੇ? ਠੀਕ ਹੈ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਵਿੰਦਰ ਸਿੰਘ ਅੱਜ ਜੀ, ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਲਾਈਨ ਆ ਜਿਹੜੀ ਉਹ ਛੁੱਟ ਗਈ ਆ, ਤੇ ਆਪਾਂ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਆਪਾਂ ਪੰਜਾਬੀ ਦੀ ਗੱਲ ਕਰ ਰਹੀਏ, ਇੱਕ ਬ੍ਰੇਕ ਵੀ ਲਵਾਂਗੇ ਜਿਹੜੇ ਹੋਲਡ ਤੇ ਰਹਿਣਾ, ਤੇ ਜਦ ਤੱਕ ਉਹਨਾਂ ਦੀ ਲਾਈਨ ਨਹੀਂ ਮਿਲਦੀ। ਗੱਲ ਕੀ ਆ ਕਿ ਜਿਹੜੀ ਤੁਸੀਂ ਪੰਜਾਬੀ ਦੀ ਗੱਲ ਕੀਤੀ ਆ, ਤੇ ਮੈਂ ਪਿੱਛੇ ਜਿਹੇ ਮੈਨੂੰ ਗੱਲ ਸੁਣੀ ਆ ਕਿ ਪੰਜਾਬ ਯੂਨੀਵਰਸਿਟੀ ਆ, ਉੱਥੋਂ ਕਹਿੰਦੇ ਵੀ ਅਸੀਂ ਪੰਜਾਬੀ ਨਹੀਂ ਪੜ੍ਹਾਉਣੀ। ਪੰਜਾਬੀ ਤੁਸੀਂ ਆਪਣੇ ਪਿੰਡਾਂ ਵੱਲ ਹੀ ਨਜ਼ਰ ਮਾਰ ਲਓ ਵੀ ਕਿੰਨੇ ਕੁ ਸਾਡੇ ਜਿਹੜੇ ਪਿੰਡਾਂ ਵਾਲੇ ਆ ਇੰਗਲਿਸ਼ ਆਉਂਦੀ ਆ, ਤੇ ਉਹਨਾਂ ਨੂੰ ਜਦ ਤੁਹਾਡੇ ਸਕੂਲਾਂ ਦੇ ਵਿੱਚੋਂ ਸਾਡੀ ਜ਼ੁਬਾਨ ਦੇ ਨਾਲੋਂ ਤੋੜ ਦਿੱਤਾ ਗਿਆ, ਸਕੂਲਾਂ ਦੇ ਵਿੱਚੋਂ ਪੰਜਾਬੀ ਚੱਕ ਦਿੱਤੀ ਗਈ ਆ, ਜਾਂ ਬਹੁਤੇ ਜਿਹੜੇ ਸਕੂਲ ਹੈਗੇ ਆ ਕਿਸੇ ਨਾ ਕਿਸੇ ਡੇਰੇ ਦੇ ਨਾਲ ਸੰਬੰਧਿਤ ਆ, ਜਾਂ ਕਈ ਸਾਰੀਆਂ ਜਿਹੜੀਆਂ ਅਕੈਡਮੀਆਂ ਆ ਜਿੱਥੇ ਤੁਸੀਂ ਦਾਨ ਦਿੰਦੇ ਆ, ਜਿੱਥੇ ਆਪਣੇ ਬੱਚੇ ਪੜ੍ਹਨ ਭੇਜਦੇ ਆ, ਤੇ ਉੱਥੇ ਵੀ ਤੁਸੀਂ ਦੇਖ ਲਓ ਕਿ ਪੰਜਾਬੀ ਆ ਜਿਹੜੀ ਉੱਥੇ ਖਤਮ ਕਰ ਦਿੱਤੀ ਗਈ ਆ, ਉੱਥੇ ਹਿੰਦੀ ਨੂੰ ਤਰਜੀਹ ਦਿੱਤੀ ਜਾਂਦੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਭਾਸ਼ਾ ਮਾੜੀ ਆ, ਹਰ ਇੱਕ ਭਾਸ਼ਾ ਨੂੰ ਜੇ ਬੋਲਿਆ ਜਾਊਗਾ ਉਹ ਠੀਕ ਰਹੂਗੀ, ਚੰਗੀ ਰਹੂਗੀ, ਸਾਰੀਆਂ ਭਾਸ਼ਾ ਆਉਣੀਆਂ ਚਾਹੀਦੀਆਂ ਆ। ਅਸੀਂ ਇੱਥੇ ਵੀ ਇਸ ਗੱਲ ਨੂੰ ਸਪੋਰਟ ਕਰਦੇ ਹਾਂ ਕਿ ਜੇ ਅਸੀਂ ਹੋਰ ਕੰਟਰੀ 'ਚ ਕਿਸੇ ਵਿੱਚ ਵੀ ਗਏ ਆ, ਤੇ ਉਸ ਕੰਟਰੀ ਦੇ ਵਿੱਚ ਵੀ ਤੁਹਾਨੂੰ ਜਿਹੜੀ ਆ ਉਹ ਭਾਸ਼ਾ ਉਸ ਕੰਟਰੀ ਦੀ ਆਉਣੀ ਚਾਹੀਦੀ ਆ। ਤੇ ਸਾਡੇ ਨਾਲ ਗੁਰਵਿੰਦਰ ਸਿੰਘ ਹੋਰਾਂ ਦੀ ਜਿਹੜੀ ਲਾਈਨ ਆ ਵਾਪਸ ਮਿਲ ਗਈ ਆ, ਤੇ ਇਹਨਾਂ ਨੇ ਗੁਰਵਿੰਦਰ ਸਿੰਘ ਜੀ ਸਵਾਲ ਜਸਵੀਰ ਕੌਰ ਹੋਰੀ ਪੁੱਛਿਆ ਸੀਗਾ ਤੁਹਾਨੂੰ ਕਿ ਜਦੋਂ ਕੋਈ MLA ਬਣ ਜਾਂਦਾ ਆ ਤੇ ਉਹ ਆਪਣੇ ਕਈ ਸੈਂਕੜੇ ਜਿਹੜੇ ਏਕੜ ਹੁੰਦੇ ਆ ਉਹਨਾਂ ਦਾ ਮਾਲਕ ਬਣ ਜਾਂਦਾ। ਹੋਇਆ ਜੀ ਇਹਨਾਂ ਦਾ 100% ਮੈਂ ਸਹਿਮਤ ਆ ਜੀ, ਇਹਨਾਂ ਨੇ ਇਹੋ ਕੁਝ ਹੋਇਆ। ਸਾਡੇ ਪਾਰਟੀ ਨੇ ਐਤਕਾ ਐਫੀਡੇਵਿਟ ਲਿਆ, ਹਲਫੀਆ ਬਿਆਨ ਵੀ ਤੁਹਾਡੇ ਕੋਲ ਪ੍ਰਾਪਰਟੀ ਕੀ ਹੈ, ਜਦੋਂ ਕਿ ਕਿਸੇ ਪਾਰਟੀ ਨੇ ਅੱਜ ਤੱਕ ਇਹ ਨਹੀਂ ਲਿਆ। ਅਸੀਂ ਜਨਤਕ ਕੀਤੀ ਆਪਣੀ ਜਾਇਦਾਦ, ਜਨਤਕ ਕੀਤੀ ਹੈ ਕਿ ਸਾਡੇ ਕੋਲ ਆਹ ਕੁਝ ਹੈ, ਸਾਡੇ ਕੋਲ ਜੇ ਕਿਸੇ ਕੋਲ 24 ਏਕੜ ਜ਼ਮੀਨ ਹੈ ਜਾਂ 20 ਆ ਜਾਂ 10 ਹੈ, ਉਹੀ ਦੱਸੀ ਹੈ। ਸਾਡੀ ਕੀ ਪ੍ਰਾਪਰਟੀ ਦੇ ਸਾਧਨ ਹੈ, ਕਿੱਥੋਂ ਅਸੀਂ ਰੋਟੀ ਖਾਂਦੇ ਹਾਂ, ਕੀ ਸਾਨੂੰ ਇਨਕਮ ਹੈ, ਇਹ ਸਾਰਾ ਕੁਝ ਅਸੀਂ ਲਿਖ ਕੇ ਦਿੱਤਾ ਫਾਈਲ ਬਣਾ ਕੇ ਆਪਣੀ ਪਾਰਟੀ ਨੂੰ। ਜੀ ਜੀ। ਤੇ ਬਾਕੀ ਪੰਜਾਬੀ ਦੀ ਗੱਲ ਕੀਤੀ ਸੀਗੀ ਇਹਨਾਂ ਨੇ ਕਿ ਜਿਸ ਤਰ੍ਹਾਂ ਪੰਜਾਬੀ ਖਤਮ ਹੁੰਦੀ ਜਾ ਰਹੀ ਆ, ਤੁਹਾਡੀ ਪਾਰਟੀ ਆਉਂਦੀ ਹੈ ਤੇ ਪੰਜਾਬੀ ਲਈ ਕੀ ਕਰੂਗੀ ਪੰਜਾਬ ਦੇ? ਅਸੀਂ ਬਿਲਕੁਲ ਪੰਜਾਬੀ ਲਾਗੂ ਕਰਾਂਗੇ ਜੀ। ਅਸੀਂ ਸਾਡਾ ਪਹਿਲਾ ਭਾਸ਼ਾ ਪੰਜਾਬ ਦੀ ਮਾਤ ਭਾਸ਼ਾ ਨੂੰ ਅਸੀਂ ਬਿਲਕੁਲ ਪ੍ਰਫੁੱਲਤ ਕਰਾਂਗੇ ਔਰ ਪੰਜਾਬੀ ਸਖਤੀ ਨਾਲ ਲਾਗੂ ਕਰਾਂਗੇ,
ਜਿਹੜੀ ਕਿ ਅਜੇ ਤੱਕ ਨਹੀਂ ਕਰ ਸਕੇ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਜਿਹੜੇ ਆ, ਇੱਕ ਪ੍ਰਾਊਡ ਟੂ ਬੀ ਅਕਾਲੀ, ਇਹਨਾਂ ਦੀਆਂ ਲਾਇਆ ਨੇਮ ਪਲੇਟਾਂ ਲਾਈਆਂ ਬਣਾ ਕੇ ਕਾਰਾਂ ਤੇ ਲਿਖਿਆ, ਇਹ ਪੰਜਾਬੀ ਛੱਡ ਗਏ ਆ ਜਿਹੜੇ ਆਪਣੇ ਆਪ ਨੂੰ ਪੰਥ ਦੇ ਵੱਡੇ ਠੇਕੇਦਾਰ ਕਹਾਉਂਦੇ ਆ। ਇਹ ਨਹੀਂ ਲਿਖਿਆ ਆਪਣੀਆਂ ਜੇਬਾਂ ਦੇ ਉੱਤੇ ਵੀ ਮੈਨੂੰ ਅਕਾਲੀ ਹੋਣ ਤੇ ਮਾਣ ਹੈ, ਪ੍ਰਾਊਡ ਟੂ ਬੀ ਅਕਾਲੀ, ਇਹ ਅੰਗਰੇਜ਼ੀ 'ਚ ਲਿਖੇ ਨੇਮ ਪਲੇਟਾਂ ਆਪ ਲਾਈਆਂ। ਜੀ ਬਾਹਰ ਤੇ ਗੱਲ ਪੰਜਾਬੀ ਬੋਲਦੇ ਜੀ। ਅਤੇ ਆਪਾਂ ਇੱਕ ਕਾਲਰ ਲੈ ਕੇ ਬ੍ਰੇਕ। ਜੀ ਅਸੀਂ ਪੰਜਾਬੀ ਹੋਣ ਤੇ ਫਖਰ ਮਹਿਸੂਸ ਕਰਾਂਗੇ। ਮੈਂ ਪੰਜਾਬੀ ਲੈਂਗੁਏਜ ਨੂੰ ਤਰਜੀਹ ਦੇਣਾ, ਮੈਂ ਬੋਲਦਾ ਆ, ਮੈਂ ਪੰਜਾਬੀ ਹੋਣ ਦੇ ਨਾਤੇ ਪੰਜਾਬੀ 'ਚ ਗੱਲ ਕਰੂੰਗਾ, ਪੰਜਾਬੀ ਨੂੰ ਪਹਿਲ ਦੇਵਾਂਗੇ, ਪੰਜਾਬ ਵਿੱਚ ਪੰਜਾਬੀ ਲਾਗੂ ਕਰਾਂਗੇ। ਜੀ ਅਤੇ ਗੁਰਵਿੰਦਰ ਸਿੰਘ ਜੀ, ਅਸੀਂ ਅਗਲੇ ਕਾਲਰ ਲੈਣੇ ਆ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ ਬੋਲਦਾ ਜੀ। ਜੀ ਕੁਲਦੀਪ ਸਿੰਘ ਜੀ, ਕੀ ਸਵਾਲ ਹੈ? ਹਾਂਜੀ, ਮੇਰਾ ਇੱਕ ਸਵਾਲ ਹੈ ਜੀ। ਸਾਰੀਆਂ ਪਾਰਟੀਆਂ ਆਮ ਤੌਰ ਤੇ SYL ਦਾ ਤੇ ਪਾਣੀ ਦਾ ਮੁੱਦਾ ਜ਼ਿਆਦਾ ਉਠਾਉਂਦੀਆਂ ਜੀ। ਨੰਬਰ 1 ਤੇ SYL ਦਾ ਕੋਈ ਮੁੱਦਾ ਨਹੀਂ, ਮਤਲਬ ਕਿ ਨਾ ਅੱਜ ਤੱਕ ਵੀ ਪਾਣੀ ਛੱਡਿਆ, ਨਾ ਇਹ ਪੂਰੀ ਇਹਦੀ ਖੁਦਾਈ, ਨਾ ਹੀ ਪੰਜਾਬ ਦੇ ਕੋਲ ਪਾਣੀ ਹੈ, ਨਾ ਹੀ ਸੈਂਟਰਲ ਗੌਰਮੈਂਟ ਦੇ ਜਿਹੜੇ ਨੈਚੁਰਲ ਸੋਰਸਸ ਆ ਮੋਸਟਲੀ ਦੇ ਆਰ ਅੰਡਰ ਦੀ ਕੰਟਰੋਲ ਆਫ ਸੈਂਟਰਲ ਗੌਰਮੈਂਟ। ਹਾਂਜੀ ਕੁਲਦੀਪ ਸਿੰਘ ਜੀ, ਤੁਹਾਡਾ ਸਵਾਲ ਕੀ ਹੈ? ਮੇਰਾ ਸਵਾਲ ਇਹ ਹੈ ਵੀ SYL ਦਾ ਮੁੱਦਾ ਹੀ ਨਹੀਂ, ਕਿਉਂ ਹਰ ਇੱਕ ਪਾਰਟੀ ਉਛਾਲਦੀ ਹੈ? ਮੇਰੇ ਖਿਆਲ ਦੇ ਵਿੱਚ ਕੁਲਦੀਪ ਸਿੰਘ ਜੀ, ਅਸੀਂ ਇਹਦੀ ਅੱਜ ਗੱਲ ਹੀ ਨਹੀਂ ਕਰ ਰਹੇ, ਤੁਸੀਂ ਆਪਣਾ ਸਵਾਲ ਇਹਨਾਂ ਨੂੰ ਪੁੱਛੋ। ਅੱਛਾ, ਮੇਰਾ ਦੂਜਾ ਸਵਾਲ ਹੈ ਸਕੂਲਾਂ ਦੇ ਬਾਰੇ। ਸਕੂਲਾਂ ਦੇ ਬਾਰੇ ਆਪਣੇ ਜਿਹੜੇ ਗੌਰਮੈਂਟ ਸਕੂਲ ਹੈ ਜੀ, ਉਹਨਾਂ ਦਾ ਮਿਆਰ ਉਦੋਂ ਤੱਕ ਉੱਚਾ ਨਹੀਂ ਉਠਾ ਸਕਦਾ ਵੀ ਕਿਵੇਂ ਉਠਾ ਸਕਦੇ ਮੁੱਦਾ। ਲੋਕੀ ਆਮ ਤੌਰ ਤੇ ਸਿਰਫ ਤੇ ਸਿਰਫ ਇੰਗਲਿਸ਼ ਵਾਸਤੇ ਦੂਜੇ ਸਕੂਲਾਂ ਵਿੱਚ ਜਾਂਦੇ ਆ। ਜਦ ਤੱਕ ਅਸੀਂ ਇਹਦਾ ਕਰਿਕੂਲਮ ਨਹੀਂ ਬਦਲਦੇ, ਇਹਨੂੰ ਕਿਵੇਂ ਸਟੈਂਡਰਡ ਦੇ ਹਿਸਾਬ ਨਾਲ ਲਿਆਉਂਗੇ ਵੀ ਅਸੀਂ ਜਿਹੜੇ ਆਪਣੇ ਪ੍ਰਾਇਮਰੀ ਸਕੂਲ ਆ ਉਹਨਾਂ ਦਾ ਸਟੈਂਡਰਡ ਕਿਵੇਂ ਉੱਚਾ ਚੁੱਕਾਂਗੇ? ਉਹਨਾਂ ਵੀ ਸਾਡੇ ਬੱਚੇ ਜਾਂਦੇ ਨੇ, ਲੋਕ ਇੰਗਲਿਸ਼ ਦੀ ਤਰਜੀਹ ਕਰਦੇ ਆ, ਇੰਗਲਿਸ਼ ਨੂੰ ਕਿਵੇਂ ਲਿਆਉਂਗੇ ਜਦ ਤੱਕ ਅਸੀਂ ਫਸਟ ਗ੍ਰੇਡ ਤੇ ਇੰਗਲਿਸ਼ ਨੂੰ ਨਹੀਂ ਪੜ੍ਹਾਉਂਦੇ? ਇਹਦੇ ਬਾਰੇ ਮੇਰਾ ਕੁਐਸਚਨ ਹੈ। ਦੇਖੋ ਜੀ, ਇਹ ਜਿਹੜਾ ਭਾਈ ਸਾਹਿਬ ਸਵਾਲ ਕਰਦੇ ਆ, ਦੇਖੋ ਦਿੱਲੀ ਵਿੱਚ ਕਿਵੇਂ ਸਕੂਲ ਸੁਧਰ ਗਏ ਜੀ। ਸਰਕਾਰੀ ਸਕੂਲ ਦਿੱਲੀ ਦੇ ਵਿੱਚ ਵੇਖੋ ਜਾ ਕੇ, ਅੱਜ ਦਿੱਲੀ ਦੇ ਵਿੱਚ ਸਰਕਾਰੀ ਹਸਪੀਟਲ ਤੇ ਸਰਕਾਰੀ ਸਕੂਲ ਸੁਧਰ ਗਏ ਆ। ਅਸੀਂ ਕਹਿੰਦੇ ਆ ਵੀ ਸਾਡੀ ਸਰਕਾਰ ਬਣੂਗੀ, ਅਸੀਂ ਸਰਕਾਰੀ ਸਕੂਲਾਂ ਦਾ ਸਟੈਂਡਰਡ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਾਂਗੇ। ਕਿਉਂ ਨਹੀਂ? ਸਭ ਕੁਝ ਹੋ ਸਕਦਾ। ਮੈਂ ਤਾਂ ਪਹਿਲਾਂ ਕਹਿ ਰਿਹਾ ਕਿਉਂ ਨਹੀਂ ਹੋ ਸਕਦਾ ਜੀ। ਹੁਣ ਦੇਖੋ ਜਿਹੜੇ ਦਿੱਲੀ ਦੇ ਵਿੱਚ ਸਕੂਲ ਆ ਸਰਕਾਰੀ, ਉਹਦੇ ਵਿੱਚ ਕੇਜਰੀਵਾਲ ਨੇ ਬਹੁਤ ਵਧੀਆ ਸੁਧਾਰ ਕੀਤੇ ਆ। ਸਰਕਾਰੀ ਹਸਪਤਾਲਾਂ 'ਚ ਬਹੁਤ ਵਧੀਆ ਸੁਧਾਰ ਕੀਤੇ ਆ। ਇਹਨਾਂ ਸਕੂਲਾਂ 'ਚ ਲੋੜ ਹੈ ਸਾਨੂੰ ਸਰਕਾਰੀ ਸਕੂਲਾਂ ਦਾ ਜਿਹੜਾ ਸਟੈਂਡਰਡ ਹੈ, ਉਹਦਾ ਮਿਆਰ ਹੈ ਉੱਚਾ ਚੁੱਕਣ ਦਾ, ਉਹ ਅਸੀਂ ਚੁੱਕਾ। ਹਰ ਸਕੂਲ ਦੇ ਵਿੱਚ ਅਗਰ 7 ਟੀਚਰਾਂ ਦੀ ਜ਼ਰੂਰਤ ਹੈ, 7 ਅਧਿਆਪਕਾਂ ਦੀ ਜ਼ਰੂਰਤ ਹੈ, ਤੇ 3 ਕੰਮ ਕਰ ਰਹੇ, ਪੂਰੇ ਅਧਿਆਪਕ ਹੀ ਨਹੀਂ। ਬੱਚੇ ਪੜ੍ਹਨਗੇ ਕਿੱਥੋਂ? ਬਿਲਡਿੰਗ ਸਹੀ ਨਹੀਂ ਹੈ, ਵਾਤਾਵਰਨ ਉੱਥੇ ਸਹੀ ਨਹੀਂ ਹੈ। ਜਦੋਂ ਤੱਕ ਇਹ ਸਾਰਾ ਸਿਸਟਮ ਨੂੰ ਤੁਸੀਂ ਸੁਧਾਰੋਗੇ ਨਹੀਂ, ਉਹਨਾਂ ਚਿਰ ਸਰਕਾਰੀ ਸਕੂਲਾਂ ਨੂੰ ਲੋਕ ਤਰਜੀਹ ਨਹੀਂ ਦੇਣਗੇ ਔਰ ਪ੍ਰਾਈਵੇਟ ਸਕੂਲਾਂ 'ਚ ਬੱਚੇ ਪਾਉਣਗੇ। ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਆ ਉਹਨੂੰ ਉੱਚਾ ਚੁੱਕਣ ਵਾਸਤੇ ਸਾਡੇ ਚੋਣ ਮੈਨੀਫੈਸਟੋ 'ਚ ਬਹੁਤ ਕੁਝ ਲਿਖਿਆ, ਜਿਹੜਾ ਬਹੁਤ ਡਿਟੇਲ ਨਾਲ ਹੁਣ ਇਹਨੇ ਵਰਣਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਹਾਡੇ ਕੋਲ ਸਮਾਂ ਸੀਮਤ ਹੁੰਦਾ। ਇਸ ਕਰਕੇ ਸਰਕਾਰੀ ਸਕੂਲ ਜਿਹੜੇ ਆ ਉਹਨਾਂ ਨੂੰ ਸੁਧਾਰ ਕਰਾਂਗੇ ਅਸੀਂ, ਉਹਦੇ ਸਾਡਾ ਇਹ ਵਾਅਦਾ ਹੈ। ਬਿਲਕੁਲ ਜੀ, ਬਿਲਕੁਲ। ਆਪਾਂ ਨੂੰ ਉਦਾਹਰਨ ਲੈਣੀ ਚਾਹੀਦੀ ਹੈ। ਦਿੱਲੀ ਦੇ ਵਿੱਚ ਜਿਹੜੇ ਸਕੂਲ ਹੈ ਉਹਨਾਂ ਦਾ ਜਿਹੜਾ ਸਾਰਾ ਕੁਝ ਚੇਂਜ ਹੋਇਆ ਹੈ। ਸੁਧਾਰਦੇ ਆ ਨਾ, ਸੁਧਾਰਦੇ। ਹਸਪੀਟਲ ਦੇਖੋ, ਤੁਸੀਂ ਦੇਖੋ ਅੱਜ ਸਕਾਊਟ ਵਰਗੇ ਦੂਜੇ ਜਿਹੜੇ ਪ੍ਰਾਈਵੇਟ ਪੰਜਾਬ 'ਚ ਹਸਪੀਟਲ ਹੈ, ਅੱਜ ਪ੍ਰਮਾਤਮਾ ਨਾ ਕਰੇ ਕਿਸੇ ਦਾ ਜੀ ਬਿਮਾਰ ਹੋ ਜਾਂਦਾ, 3-3 ਲੱਖ ਰੁਪਈਆ ਲਾ ਕੇ ਉੱਥੇ ਆਉਂਦੇ ਆ। ਪਰ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਆ ਜਿਹਦੀ US ਦੇ ਉਦੋਂ ਦੇ ਰਾਸ਼ਟਰਪਤੀ ਆਪਣੇ ਤੁਹਾਡੇ ਓਬਾਮਾ ਨੂੰ ਵੀ ਤਾਰੀਫ ਕਰਨੀ ਪਈ ਆ, ਤੁਹਾਨੂੰ ਯਾਦ ਹੋਏਗਾ ਤੁਹਾਡੇ। ਹਾਂਜੀ, ਉਹਦੇ ਵਿੱਚ ਉਹਨੇ ਮੁਹੱਲਾ ਕਲੀਨਿਕ ਖੋਲ ਦਿੱਤੇ ਆ, ਡਾਕਟਰ ਲਾਤੇ ਆ, ਦਵਾਈਆਂ ਫ੍ਰੀ ਕਰ ਦਿੱਤੀਆਂ, ਟੈਸਟ ਫ੍ਰੀ ਕਰ ਦਿੱਤੇ ਆ। ਉਹਦੇ ਕੋਲ ਕਿੱਥੋਂ ਪੈਸਾ ਆਉਂਦਾ? ਪੈਸਾ ਆ ਜਾਏਗਾ, ਨੀਅਤ ਠੀਕ ਹੋਣੀ ਚਾਹੀਦੀ ਆ। ਕਰਪਸ਼ਨ ਬੰਦ ਕਰ ਦਿਓ, ਨੀਅਤ ਠੀਕ ਕਰੋ, ਲੋਕਾਂ ਦੀ ਸੇਵਾ ਭਾਵਨਾ ਨਾਲ ਅੱਗੇ ਆਓ, ਸਭ ਕੁਝ ਠੀਕ ਹੋ ਜਾਏਗਾ। ਮੈਂ ਇਹ ਦਾਅਵਾ ਕਰਦਾ ਵੀ ਫਿਰ ਗੱਲ ਮੇਰੀ ਉੱਥੇ ਆਉਂਦੀ ਆ ਕਿ ਮੁਖੀ ਠੀਕ ਹੈ, ਸਭ ਕੁਝ ਠੀਕ ਹੈ, ਪਰਿਵਾਰ ਦਾ ਮੁਖੀ ਠੀਕ ਹੈ, ਪਰਿਵਾਰ ਤਰੱਕੀ ਦੇ। ਪਰਿਵਾਰ ਦੇ ਘਰ ਵਿੱਚ 7 ਮੈਂਬਰ ਆ, ਅਗਰ ਪਰਿਵਾਰ ਦਾ ਮੁਖੀ ਵੱਖਰੇ ਪੈਸੇ ਰੱਖਣੇ ਸ਼ੁਰੂ ਕਰਦੇ, ਪਰਿਵਾਰ ਕੋਲੋਂ ਲੁਕਾਉਣੀਆਂ ਗੱਲਾਂ ਸ਼ੁਰੂ ਕਰ ਦਿਓ, ਪਰਿਵਾਰ ਤਰੱਕੀ ਨਹੀਂ ਕਰੂਗਾ। ਇਸੇ ਤਰ੍ਹਾਂ ਜੇ ਸਟੇਟ ਦਾ ਚੀਫ ਮਿਨਿਸਟਰ ਇਮਾਨਦਾਰ ਹੈ, ਉਹਦੇ ਥੱਲੇ MLA ਇਮਾਨਦਾਰ ਰਹਿਣਗੇ। ਅਗਰ MLA ਉਹਦੇ ਇਮਾਨਦਾਰ ਰਹਿਣਗੇ, ਥੱਲੇ ਪ੍ਰਸ਼ਾਸਨ ਇਮਾਨਦਾਰ ਰਹੂਗਾ। ਸਿਸਟਮ ਨੂੰ ਜਿਹੜਾ ਗਰਕ ਗਿਆ ਸਿਸਟਮ ਹੈ, ਇਹਨੂੰ ਸੁਧਾਰਨ ਦੀ ਲੋੜ ਆ। ਪੰਜਾਬ ਤੇ ਬਣਿਆ ਹੋਇਆ ਇੱਥੇ ਗੁੰਡਾ ਰਾਜ, ਇੱਥੇ ਮਾਫੀਆ ਗਰੋਹ, ਇੱਥੇ ਕਈ ਗਰੋਹ ਚੱਲਣ ਡੇ, ਇੱਥੇ ਕੋਈ ਸੇਫ ਨਹੀਂ, ਕਿਸੇ ਦੀ ਇੱਜ਼ਤ ਸੇਫ ਨਹੀਂ, ਕਿਸੇ ਦੀ ਧੀ ਭੈਣ ਸੜਕ ਤੇ ਜਾਂਦੀ ਉਹਦੀ ਇੱਜ਼ਤ ਮਹਿਫੂਜ਼ ਨਹੀਂ। ਪਿੱਛੇ ਹੋਇਆ ਕੀ ਆ ਦੇਖੋ, ਇੱਕ ਥਾਣੇਦਾਰ ਦੀ ਬੇਟੀ ਆਪਣੀ ਇੱਜ਼ਤ ਤੋਂ ਉਹਨੂੰ ਗੁੰਡੇ ਤੰਗ ਕਰਦੇ, ਉਹ ਮਗਰ ਜਾਂਦਾ ਤੇ ਥਾਣੇਦਾਰ ਮਾਰ ਦਿੱਤਾ ਸੀ, ਗੋਲੀਆਂ ਮਾਰ ਕੇ ਅੰਮ੍ਰਿਤਸਰ ਕਾਂਡ ਹੋਇਆ ਸੀ। ਮਤਲਬ ਮੇਰਾ ਕਹਿਣ ਦਾ ਭਾਵ ਹੈ ਵੀ ਜਿੰਨਾ ਚਿਰ ਤੁਸੀਂ ਪ੍ਰਸ਼ਾਸਨ ਕਾਨੂੰਨ ਠੀਕ ਨਹੀਂ ਕਰੋਗੇ, ਉਹਨਾਂ ਚਿਰ ਕੁਝ ਨਹੀਂ ਹੋਣਾ ਠੀਕ। ਔਰ ਠੀਕ ਤਾਂ ਹੋਏਗਾ ਜੇ ਕੋਈ ਕਾਨੂੰਨ ਦੀ ਪਾਲਣਾ ਕਰਨ ਵਾਲਾ ਵਧੀਆ ਬੰਦਾ ਅੱਗੇ ਆਵੇ।
ਬਿਲਕੁਲ ਕੁਲਵਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਲਾਈਨ ਤੇ ਬਣੇ ਰਹਿਣਾ। ਆਪਾਂ ਇੱਕ ਬ੍ਰੇਕ ਲੈਣੀ ਆ ਤੇ ਜਿੰਨੇ ਵੀ ਸਾਡੇ ਹੋਲਡ ਤੇ ਨੇ ਕਾਲਰਸ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਮੈਨੂੰ ਤਾਂ ਮੈਡਮ ਜੀ ਜਿੰਨਾ ਚਿਰ ਆਖੋਗੇ ਮੈਂ ਲੱਗਾ ਰਹੂੰ, ਮੈਨੂੰ ਤਾਂ ਭਾਵੇਂ ਸਾਰੀ ਰਾਤ ਲੱਗੀ ਰਹੋ। ਨਹੀਂ ਬਿਲਕੁਲ ਜੀ, ਤੁਹਾਨੂੰ ਅਸੀਂ ਹੋਰ ਕਾਫੀ ਟਾਈਮ ਰੱਖਾਂਗੇ। ਤੇ ਨਾਲ ਸਰੋਤਿਓ ਦੱਸਣਾ ਕਿ ਅੱਜ ਖਬਰਾਂ ਨਹੀਂ ਹੋਣਗੀਆਂ। ਮਿੰਟੂ ਗੁਰਸਰੀਆ ਜੀ ਕਿਸੇ ਕੰਮ ਕਾਰਨ ਕਰਕੇ ਉਹ ਬਾਹਰ ਨੇ, ਇਸ ਕਰਕੇ ਅੱਜ ਇਸ ਵੇਲੇ ਦੀਆਂ ਖਬਰਾਂ ਜਿਹੜੀਆਂ 9:30 ਵਜੇ ਹੁੰਦੀਆਂ ਨਹੀਂ ਹੋਣਗੀਆਂ। ਤੁਸੀਂ ਆਪਣੀਆਂ ਕਾਲਾਂ ਕਰਕੇ ਤੁਹਾਡੇ ਸਵਾਲ ਆ, ਪੰਜਾਬ ਦਾ ਤੁਹਾਡੇ ਅੰਦਰ ਦਰਦ ਆ, ਉਹ ਤੁਸੀਂ ਸਵਾਲ ਇਹਨਾਂ ਨੂੰ ਪੁੱਛ ਸਕਦੇ ਆ। ਆਪਾਂ ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਣ ਕੇ ਫਿਰ ਤੁਹਾਡੀਆਂ ਇਸੇ ਤਰ੍ਹਾਂ ਕਾਲਾਂ ਲੈਣੇ 4082725200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੌਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। ਅੱਛਾ ਗੱਲ ਸੁਣ, ਮੇਰੀ ਸ਼ੂਗਰ ਵੀ ਠੀਕ ਹੈ ਤੇ ਇਨਸੂਲਿਨ ਵੀ ਬੰਦ ਹੋ ਗਈ। ਕੀ ਗੱਲ ਮਨਜੀਤ ਜੀ, ਬੜੀ ਅਪਸੈਟ ਲੱਗਦੇ ਹੋ। ਬੜੀ ਪਰੇਸ਼ਾਨ ਆ ਵੀਰ ਜੀ, ਲੱਤਾਂ ਸੁੱਜ ਜਾਂਦੀਆਂ ਨੇ, ਦੁਖਦੀਆਂ ਨੇ, ਥਕਾਵਟ, ਖਾਰਸ਼, ਜਲਨ, ਦਰਦ ਤਾਂ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ। ਸਮਝ ਨਹੀਂ ਆਉਂਦੀ ਕੀ ਕਰਾਂ। ਤੁਹਾਨੂੰ ਜਾਣਾ ਚਾਹੀਦਾ ਹੈ ਇੰਟਰਮੈਡ ਵੇਨ ਕਲੀਨਿਕ ਤੇ। ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ। ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ। ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ। ਉਹ ਛੱਡੋ ਭੈਣ ਜੀ, ਉਹ ਆਪ ਪੰਜਾਬੀ ਬੋਲਦੇ ਨੇ। ਕੌਣ ਨੇ ਡਾਕਟਰ ਸਾਹਿਬ? ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ। 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ 'ਚ, ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਇਫੈਕਟਿਵ ਤੇ ਪੇਨਲੈਸ ਹੈ। ਤੇ ਉਹ ਚੰਦ ਕੋਨਾ ਡਾਕਟਰਸ ਦੇ ਵਿੱਚੋਂ ਨੇ ਜਿਹੜੇ ਵੇਨਸ ਦਾ ਟ੍ਰੀਟਮੈਂਟ ਬਿਨਾਂ ਸਰਜਰੀ ਦੇ ਕਰਦੇ ਨੇ। ਇੰਸ਼ੋਰੈਂਸ ਦਾ ਕੀ? ਸਾਰੀ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸ ਐਕਸੈਪਟ ਕਰਦੇ ਨੇ, ਜਿਵੇਂ ਮੈਡੀਕੇਅਰ, ਕਵਰਡ ਕੈਲੀਫੋਰਨੀਆ, ਮੈਡੀਕਲ, ਹੋਰ ਬਹੁਤ ਸਾਰੀਆਂ। ਤੇ ਤੁਹਾਡੀ ਸਿਸਟਰ ਦਾ ਕੀ ਹਾਲ ਹੈ ਹੁਣ ਇਲਾਜ ਤੋਂ ਬਾਅਦ? ਓ ਬਹੁਤ ਵਧੀਆ, ਉਹਦੀ ਪੇਨ ਤਾਂ ਬਿਲਕੁਲ ਹੀ ਖਤਮ ਹੋ ਗਈ। ਮੈਂ ਤਾਂ ਤੁਹਾਨੂੰ ਵੀ ਤੇ ਬਾਕੀ ਸਭ ਨੂੰ ਇਹੀ ਸਲਾਹ ਦਿੰਦਾ ਕਿ ਜਿਹਨੂੰ ਵੀ ਲੱਤਾਂ 'ਚ ਦਰਦ ਹੈ, ਵੈਰੀਕੋਸ ਵੇਨਸ ਨੇ, ਅਲਸਰ ਹੈ, ਕ੍ਰੈਂਪਸ ਨੇ, ਅੱਜ ਹੀ ਕਾਲ ਕਰੋ ਇੰਟਰਮੈਡ ਵੇਨ ਕਲੀਨਿਕ ਤੇ 530 434 7700। ਮੈਨੂੰ ਪਤਾ ਲੱਗਾ ਹੈ ਕਿ ਡਿਸ਼ ਨੈਟਵਰਕ ਤੇ ਰੋਜ਼ ਸਵੇਰੇ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ। ਡਿਸ਼ ਨੈਟਵਰਕ ਲਵਾਉਣਾ ਬੜਾ ਮਹਿੰਗਾ ਹੋਊਗਾ। ਨਹੀਂ ਜੀ, ਮੇਰੀ ਸਹੇਲੀ ਨੇ ਦੱਸਿਆ ਕਿ ਡਿਸ਼ ਨੇ ਅੱਜਕੱਲ ਬੜੀ ਵਧੀਆ 20% ਆਫ ਪ੍ਰਮੋਸ਼ਨ ਚਲਾਈ ਹੈ। ਤੁਸੀਂ ਆਪਣੇ ਮਨਪਸੰਦ ਚੈਨਲ ਜਿਵੇਂ PTC ਅਤੇ ਕ੍ਰਿਕਟ ਚੈਨਲ, ਬਿੱਲੋ TV, ਇਹ ਸਾਰੇ ਚੈਨਲ 24 ਮਹੀਨੇ ਤੱਕ ਸਿਰਫ $19.99 ਦੇ ਵਿੱਚ 2 ਸਾਲਾਂ ਦੇ ਵਿੱਚ ਪੂਰੇ $120 ਦੀ ਬਚਤ। ਅੱਜ ਤਾਂ ਤੂੰ ਬੜੀ ਸੋਹਣੀ ਗੱਲ ਕੀਤੀ ਹੈ। ਦੱਸ ਕਿੱਥੇ ਫੋਨ ਕਰਾਂ? ਗੋ ਸੈਟੇਲਾਈਟ ਸਿਟੀ ਵਾਲੇ ਰਾਜ ਸਿੰਘ ਨੂੰ 530 770 1192 5307701192 ਤੇ ਫੋਨ ਕਰੋ। ਤੇ ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ, ਗੋ ਸੈਟੇਲਾਈਟ ਸਿਟੀ ਵੱਲੋਂ ਡਿਸ਼ ਤੇ ਸਾਈਨ ਅਪ ਕਰਨ ਤੇ $100 ਦਾ ਗਿਫਟ ਕਾਰਡ ਵੀ ਮਿਲੇਗਾ। ਮੈਂ ਹੁਣੇ ਹੀ 530 770 1192 ਤੇ ਫੋਨ ਕਰਦਾ। ਅੱਜ ਤਾਂ ਤੁਸੀਂ ਖੁਸ਼ ਹੀ ਕਰਤਾ। Limited time offer. Requires credit qualification, 24-month commitment and early termination fee and EA to pay. Requires subscription to a qualifying American or Dish Latino package. Other restrictions apply. Call for details. ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530 323 56 530 300 2356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਜੱਟਾਂ ਦੇ ਬਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਆਪਾਂ ਪ੍ਰੋਗਰਾਮ ਕੁਰਸੀ ਦੀ ਦੌੜ ਵਿੱਚ ਸ਼ਾਮਲ ਹਾਂ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਉਹਨਾਂ ਦੇ ਨਾਲ NRI ਬਹੁਤ ਜੁੜੇ ਹੋਏ ਆ। ਸਾਡੇ ਬਹੁਤ ਸਵਾਲ ਆ, ਆਪਾਂ ਨੋਟ ਤੇ ਵੋਟ ਦੇ ਨਾਲ ਵੀ ਸਪੋਰਟ ਕਰਦੇ ਆ ਜੀ। ਤੇ ਇਸ ਕਰਕੇ ਆਪਾਂ ਨੂੰ ਬਹੁਤ ਸਾਰੇ ਸਵਾਲ ਹੁੰਦੇ ਆ, ਕਿਸੇ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੋਵੇ ਤੇ ਤੁਹਾਡੇ ਜਿਹੜੇ ਸਵਾਲ ਆ ਉਹ ਆਪਾਂ ਉਹਨਾਂ ਤੋਂ ਆਪਾਂ ਜ਼ਰੂਰ ਪੁੱਛਦੇ ਆ। ਤੇ ਗੁਰਵਿੰਦਰ ਸਿੰਘ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਆ ਤੁਹਾਡਾ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ, ਧੰਨਵਾਦ। ਤੇ ਜੀ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਗੁਰਵਿੰਦਰ ਸਿੰਘ ਜੀ ਸ਼ਾਮਪੁਰਾ, ਜਿਨ੍ਹਾਂ ਦਾ ਵਿਧਾਨ ਸਭਾ ਦਾ ਹਲਕਾ ਹੈਗਾ ਜੀ ਫਤਿਹਗੜ੍ਹ ਚੂੜੀਆਂ। ਤੁਸੀਂ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉੱਥੇ ਦੇ ਹੋਣੇ ਆ, ਉੱਥੇ ਆਲੇ ਦੁਆਲੇ ਦੇ ਹੋਰ ਪਾਸਿਆਂ ਦੇ ਹੋਣੇ ਆ। ਜੇ ਤੁਸੀਂ ਉੱਥੇ ਦੇ ਨਹੀਂ ਵੀ ਤੇ ਤੁਹਾਡੀਆਂ ਬਹੁਤ ਸਾਰੇ ਤੁਹਾਡੇ ਜਿਹੜੇ ਆ ਸਵਾਲ ਜੁੜੇ ਹੋਣਗੇ ਉਸ ਪੰਜਾਬ ਦੀ ਧਰਤੀ ਦੇ ਨਾਲ ਕਿ ਜਿਸ ਨੂੰ ਆਪਾਂ ਭੁਲਾ ਨਹੀਂ ਸਕਦੇ। ਆਪਾਂ ਨੂੰ ਕਈ ਸਾਲ ਹੋ ਗਏ ਪਰ ਫਿਰ ਵੀ ਆਪਾਂ ਉੱਥੇ ਜੁੜੇ ਹੋਏ ਆ। ਤੇ ਆਪਾਂ ਸਵਾਲ ਇਹਨਾਂ ਤੋਂ ਪੁੱਛਦੇ ਆ ਜੀ। ਜਸਵੀਰ ਸਿੰਘ ਜੀ ਸ਼ਿਕਾਗੋ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੇਰਾ ਕੁਐਸਚਨ ਹੈ ਨਾ, ਮਾਲਵੇ ਰਹਿਣ ਵਾਲਾ ਹੈ। ਸਾਡੇ ਮਾਲਵੇ ਤਾਂ ਆਮ ਪਾਰਟੀ ਦਾ ਕਾਫੀ ਜ਼ੋਰ ਹੈ। ਤੁਹਾਡੇ ਦੁਆਬੇ ਤੇ ਮਾਝੇ 'ਚ ਪਹਿਲਾਂ ਕਾਫੀ ਕਮਜ਼ੋਰ ਸੀ, ਹੁਣ ਕੁਛ ਕਿਸ ਤਰ੍ਹਾਂ ਕੋਈ ਤਰੱਕੀ? ਨਹੀਂ, ਬਿਲਕੁਲ ਜੀ, ਹੁਣ ਠੀਕ ਹੋ ਗਿਆ, ਬਿਲਕੁਲ ਸਾਰਾ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਇੱਥੇ ਵੀ ਕੋਈ ਐਸੀ ਗੱਲ ਨਹੀਂ, ਕੁਝ ਟੈਨਸ਼ਨ ਵਾਲੀ ਚਿੰਤਾ ਵਾਲੀ ਗੱਲ ਨਹੀਂ ਹੈ, ਚੱਲ ਰਹੀ ਵਧੀਆ ਪਾਰਟੀ। ਜੀ ਥੈਂਕ ਯੂ ਜਸਵੀਰ ਸਿੰਘ ਜੀ। ਤੇ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਜੀ, ਮੈਂ ਡਿਸਟ੍ਰਿਕਟ ਕਪੂਰਥਲਾ, ਇੰਡੀਆ ਤੋਂ, ਪੰਜਾਬ ਤੋਂ। ਮੈਂ ਤੁਹਾਡੀ ਗੱਲ ਨਾਲ ਇਹਦੇ ਨਾਲ ਬਿਲਕੁਲ ਸਹਿਮਤ ਹਾਂ ਜੀ। ਤੁਸੀਂ ਕਹਿੰਦੇ ਨਾ 24 ਘੰਟਿਆਂ ਦੇ ਵਿੱਚ ਪ੍ਰਸ਼ਾਸਨ ਕਰ ਸਕਦਾ ਕੰਮ ਸਾਰੇ। ਸਾਡੇ ਸਾਲ 13 ਦੀ ਗੱਲ ਆ ਜੀ, ਸਾਡੇ ਕਪੂਰਥਲਾ ਡਿਸਟ੍ਰਿਕਟ ਹੈ ਸਾਡਾ, ਤੇ ਉੱਥੇ SSP ਬਰਾੜ ਸਾਹਿਬ ਆਏ, ਯੰਗ ਜਿਹੇ ਮੁੰਡੇ ਸੀਗੇ। ਠੀਕ ਹੈ ਜੀ। ਉੱਥੇ ਆਪਣੇ ਸਰਬਜੀਤ ਮੱਕੜ ਦੇ ਜਿਹੜੇ ਗੁੰਡੇ ਸੀ ਉਹ ਬਹੁਤ ਮਤਲਬ ਰਾਤ ਨੂੰ ਐਵੇਂ ਖਰਾਬੀਆਂ ਕਰਦੇ ਹੁੰਦੇ ਸੀਗੇ। ਉਹ ਆਪ ਨਾਕਾ ਲਾਉਂਦਾ ਹੁੰਦਾ ਸੀਗਾ ਜੀ। ਉਹਨੇ ਇੱਕ ਦਿਨ ਰਾਤ ਨੂੰ, ਉਹ 2 ਕਾਰਾਂ 'ਚ ਉੱਥੇ ਘੁੰਮਦੇ ਸੀਗੇ, ਉਹਨੇ ਰਾਤ ਨੂੰ ਜਾ ਕੇ ਫੜ ਕੇ ਜੇਲ੍ਹ ਤੇ ਸਿੱਟ ਦਿੱਤੇ, ਥਾਣੇ ਲੈ ਗਿਆ। ਮੱਕੜ ਦਾ ਫੋਨ ਆਇਆ, ਛੱਡ ਦੇ, ਕਹਿੰਦਾ ਨਹੀਂ ਜੀ ਇਹ ਰਾਤ ਏਦਾਂ ਕਰਦੇ ਸੀਗੇ। ਇਹ ਨਹੀਂ, ਉਹ 3 ਵੀਕਾਂ ਰਿਹਾ ਕਪੂਰਥਲੇ ਦਾ, ਅੱਧਾ ਸੁਧਾਰ ਹੋ ਗਿਆ। ਇਹ ਨਹੀਂ 3 ਵੀਕਾਂ ਬਾਅਦ ਉਹ ਬਰਾੜ ਸਾਹਿਬ ਨੂੰ ਪਤਾ ਨਹੀਂ ਕਿ ਕਿਹੜੇ ਖੁੰਝੇ ਲੈਣ ਲੱਗਾ। ਉਹ ਅੱਜ ਤੇ ਅਸੀਂ ਉਹਦਾ ਕਿਤੇ ਬਿਆਨ ਹੀ ਨਹੀਂ ਮੁੜ ਕੇ ਪੜਿਆ। ਬਿਲਕੁਲ ਇਹੀ ਵੀਰ ਜੀ ਤਰਾਸਦੀ ਆ, ਮੈਂ ਕਹਿੰਦਾ ਵੀ ਇਹੀ ਤਰਾਸਦੀ ਆ। ਤੁਸੀਂ ਕਹਿੰਦੇ ਹੋ ਮੈਂ ਇੱਥੇ ਖੜਾ ਹੈ ਨਾ, ਮੈਂ ਸ਼ੂਗਰ ਮਿਲ ਦਾ ਚੇਅਰਮੈਨ ਸੀ। ਕੋਈ ਕਿਸੇ ਨਾਲ ਅਫਸਰ ਨਾਲ ਮੱਥਾ ਨਹੀਂ ਸੀ ਲੈਂਦਾ। ਮੈਂ ਸ਼ੂਗਰ ਮਿਲ 95 ਦੇ ਵਿੱਚ, ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ, ਮੈਂ 95 ਤੋਂ ਲੈ ਕੇ 2000 ਤੱਕ ਚੇਅਰਮੈਨ ਰਿਹਾ ਸ਼ੂਗਰ ਮਿਲ ਦਾ। ਮੈਂ ਉੱਥੇ ਕਰਪਸ਼ਨ ਫੜ ਲਈ 1 ਕਰੋੜ 68 ਲੱਖ ਦੀ। ਮੈਂ GM ਸਸਪੈਂਡ ਕਰਾਤਾ। ਉਹ ਬੜਾ ਵਿਗੜਿਆ ਬੰਦਾ ਸੀ। ਉਹਨੇ ਮੇਰੇ ਘਰ ਚਿੱਠੀਆਂ ਧਮਕੀ ਭਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਇੰਜ ਕਰ ਦਾਂਗੇ, ਜਿਵੇਂ ਕਰ ਦਾਂਗੇ, ਘਰਦਿਆਂ ਨੂੰ ਡਰਾਉਣ ਵਾਸਤੇ। ਬਦਕਿਸਮਤੀ ਮੇਰੇ ਬੇਟੇ ਦੀ ਉਹਨਾਂ ਦਿਨਾਂ 'ਚ ਡੈਥ ਹੋ ਗਈ, ਇੱਕ ਛੋਟੇ ਦੀ, ਯੰਗ ਬੇਟੇ ਦੀ। ਤੇ ਮੇਰੇ ਘਰ ਦੇ ਵੀ ਪਰੇਸ਼ਾਨ ਸਾਰੇ ਗੱਲ। ਉਧਰੋਂ ਮਤਲਬ ਮੈਂ ਉਹਦੀਆਂ ਇਨਕੁਆਰੀਆਂ, ਉਹਨੂੰ ਸਸਪੈਂਡ ਕਰਾਤਾ, ਰਿਵਰਟ ਕਰਾਇਆ ਔਰ ਉਹਨੂੰ ਡਿਸਮਿਸ ਕਰਾਇਆ। ਜਦੋਂ ਤੁਸੀਂ ਮਤਲਬ ਲੜਾਈ ਲੜਦੇ ਹੋ, ਤੁਹਾਡੇ ਪੱਲੇ ਸੱਚ ਹੋਏ, ਤੁਸੀਂ ਇਮਾਨਦਾਰ ਹੋ, ਸਭ ਕੁਝ ਠੀਕ ਹੋ ਜਾਂਦਾ ਜੀ, ਕੋਈ ਐਸੀ ਗੱਲ ਨਹੀਂ ਹੈ। ਮੈਂ ਬਲਵਿੰਦਰ ਭੈਣ ਜੀ, ਮਤਲਬ ਮੈਂ ਉੱਥੇ ਬੇਅੰਤ ਸਿੰਘ ਦੇ ਮੇਜ਼ ਤੇ ਰੱਖ ਦਿੱਤੀ ਤੇ ਆਹ ਤੇਰਾ GM ਜਿਹੜਾ ਕਰਪਸ਼ਨ ਕਰ ਰਿਹਾ, 1 ਕਰੋੜ 68 ਲੱਖ ਸ਼ੂਗਰ ਮਿਲ ਬਟਾਲਾ ਦੀ ਉਦੋਂ ਕਰਪਸ਼ਨ ਬੜੀ ਸੀ। ਇਸ ਤਰ੍ਹਾਂ ਇਹ ਆ ਵੀ ਜਦੋਂ ਤੁਸੀਂ ਠੀਕ ਕੰਮ ਕਰੋ, ਮੈਂ ਕਹਿੰਦਾ ਬਿਲਕੁਲ ਮੈਂ ਉਸ ਗੱਲ ਤੇ ਆਪਣੀ ਜ਼ੁਬਾਨ ਤੇ ਪੱਕਾ ਆ। ਅਗਰ ਸਾਡੀ ਪਾਰਟੀ ਆ ਗਈ 24 ਘੰਟਿਆਂ ਦੇ ਅੰਦਰ ਮੈਂ ਫਤਿਹਗੜ੍ਹ ਚੂੜੀਆਂ 'ਚੋਂ ਨਸ਼ੇ ਵਿਕਣੇ, ਸਮੈਕ ਵਿਕਣੀ ਔਰ ਜਿਹੜੀ ਬਦਅਮਨੀ ਉਹ ਬੰਦ ਕਰ ਦਾਂਗਾ। ਮੈਂ ਆਪਣੇ ਹਲਕੇ ਦੀ ਜ਼ਿੰਮੇਵਾਰੀ ਲੈਣਾ। ਮੈਂ ਸਰੋਤਿਆਂ ਨੂੰ ਕਹਿਣਾ ਮੈਨੂੰ ਦਿਓ ਮੌਕਾ, ਜੇ 24 ਘੰਟਿਆਂ ਦੇ ਵਿੱਚ ਕੋਈ ਗੁੰਡਾ ਨਜ਼ਰ ਆ ਜਾਊਗਾ ਨਾ ਮੇਰੇ ਹਲਕੇ 'ਚ, ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ, ਜੋ ਸਜ਼ਾ ਦਿਓਗੇ ਮੈਂ ਭੁਗਤਾਂਗਾ। ਬਿਲਕੁਲ ਜੀ, ਇਹਨਾਂ ਨੇ ਬਿਲਕੁਲ ਹੋ ਸਕਦਾ। 13 ਦੀ ਗੱਲ ਕੀਤੀ ਸੀ ਉੱਥੇ, ਤਾਂ 13 ਮੈਂ ਚੈਲੰਜ ਕਰਦਾ ਇਸ ਗੱਲ ਦੀ। ਮੈਂ ਚੈਲੰਜ, ਇਹਨਾਂ ਮਿਸਾਲ ਦਿੱਤੀ ਹੈ ਨਾ ਵੀ ਬਰਾੜ ਸਾਹਿਬ ਇਮਾਨਦਾਰ SSP ਆਏ ਸੀ ਤੇ ਉਹਨਾਂ ਨੇ ਆਪ ਨਾਕਾ ਲਾ ਕੇ ਫੜ ਲਏ। ਗੱਲ ਇਹੀ ਆ। ਹੁਣ ਤਾਂ ਇਹ ਗੁੰਡਾ ਰਾਜ ਬਣਿਆ ਪਿਆ ਹੈ, ਇਹ ਆਪ ਕਰਾਉਂਦੇ ਆ ਸਭ ਕੁਝ। ਇਹਨਾਂ ਬਰਬਾਦ ਕਰਾ ਕੇ ਰੱਖ ਦਿੱਤਾ ਪੰਜਾਬ, ਇਹਨਾਂ ਜਵਾਨੀ ਕਿਸਾਨੀ ਮਾਰ ਕੇ ਰੱਖ ਦਿੱਤੀ ਹੈ, ਇਹਨਾਂ ਗੁੰਡਾ ਰਾਜ ਇੱਥੇ ਪ੍ਰਧਾਨ ਕਰ ਦਿੱਤਾ। ਕਿਸੇ ਦੀ ਇੱਜ਼ਤ ਸੇਫ ਨਹੀਂ। ਮੈਂ ਤਾਂ ਬੜੀ ਦਲੇਰੀ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ। ਮੈਂ ਫਾਰਮ 'ਚ ਜ਼ਮੀਨ 'ਚ ਬਹਿ ਕੇ ਘਰ ਬਣਾਇਆ ਔਰ ਮੈਨੂੰ ਕਈ ਵਾਰ
ਜਦੋਂ ਮੈਂ ਇਹ ਲੜਾਈ ਲੜਦਾ ਰਿਹਾ, ਬੜੇ ਦੇਰ ਤੋਂ ਪੁਰਾਣੀ ਲੜਦਾ ਰਿਹਾ, ਮੈਨੂੰ ਧਮਕੀਆਂ ਆਉਂਦੀਆਂ ਨੇ ਯਾਰ, ਮੇਰੇ ਯਾਰਾਂ ਦੋਸਤਾਂ ਨੇ ਕਹਿਣਾ ਤੈਨੂੰ ਕੁਛ ਕਰਾ ਨਾ ਦੇਣ ਰਸਤੇ 'ਚ, ਤੈਨੂੰ ਫਲਾਣੇ ਥਾਂ ਨਾ ਕਰ ਦੇਣ, ਤੂੰ ਟਾਈਮ ਸਿਰ ਘਰ ਆ ਜਾ ਕਰ। ਮਤਲਬ ਇਹ ਹਾਲਾਤ ਇਹ ਬਣਾਤੇ ਆ ਵੀ ਜੇ ਕੋਈ ਸੱਚ ਬੋਲਣ ਦਾ ਚਾਰਾ ਕਰਦਾ ਤੇ ਉਹਨੂੰ ਦਬਾਇਆ ਜਾਂਦਾ ਹੈ। ਜੀ 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 ਬਿਲਕੁਲ। ਤੇ ਆਪਾਂ ਆਪਣੇ ਅਗਲੇ ਕਾਲਰ ਲਵਾਂਗੇ। ਤੇ ਸਰੋਤੇ ਤੁਸੀਂ ਜੁੜੇ ਹੋਏ ਹੋ ਆ ਪ੍ਰੋਗਰਾਮ ਆ ਪੰਜਾਬ ਦੀ ਇਲੈਕਸ਼ਨ ਆ ਜਿਹੜੀ, ਉਸ ਦੇ ਉੱਤੇ ਆਪਾਂ ਗੱਲ ਕਰਦੇ ਆ, ਚੋਣ ਦੰਗਲ ਆ, ਤੇ ਉਸ ਦੀ ਗੱਲਬਾਤ ਕਰਦੇ ਆ। ਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜੇ ਹੋਏ ਨੇ ਜੀ, ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਇੱਕ ਸੁਝਾਅ ਵੀ ਦੇਣਾ ਚਾਹੁੰਦਾ, ਇੱਕ ਸਵਾਲ ਵੀ ਹੈ। ਜਿਹੜੇ ਆਪਣੇ NRI ਵੀਰ ਪੁੱਛਦੇ ਆ ਪੰਜਾਬੀ ਨਹੀਂ ਉੱਥੇ ਪੜ੍ਹਾਈ ਜਾਂਦੀ, ਇਹ ਆ ਉਹ ਆ, ਠੀਕ ਹੈ। ਔਰ ਮੈਂ ਨਵਾਂ ਹੀ ਆਇਆ, 2 ਸਾਲ ਹੀ ਹੋਏ ਇੰਡੀਆ ਤੋਂ ਆਏ ਨੂੰ। ਇੱਥੇ ਜਦੋਂ ਦਾ ਤੋਤਾ ਸਿੰਘ ਵਿੱਦਿਆ ਮੰਤਰੀ ਬਣਿਆ ਸੀ ਨਾ, ਉਹਨੇ ਪ੍ਰਾਈਵੇਟ ਸਕੂਲਾਂ ਨੂੰ, ਇੰਗਲਿਸ਼ ਸਕੂਲਾਂ ਨੂੰ ਜ਼ਿਆਦਾ ਮਤਲਬ ਅਥਾਰਟੀਆਂ ਦਿੱਤੀਆਂ। ਹਾਂਜੀ, ਔਰ ਉਹ ਅਥਾਰਟੀਆਂ ਦੇ ਕਾਰਨ ਤੋਤਾ ਸਿੰਘ ਨੇ ਆਪਣੇ ਰੁਪਈਏ ਕਮਾ ਲਏ ਤੇ ਸਕੂਲਾਂ ਵਾਲੇ ਆਪਣੇ ਕਮਾ ਰਹੇ ਆ। ਪੰਜਾਬੀ ਅਸੀਂ ਵੀ ਪੜ੍ਹੇ ਆ, ਸਾਡੀ 60 ਸਾਲ ਦੀ ਉਮਰ ਆ, ਪ੍ਰਾਈਵੇਟ ਸਕੂਲਾਂ, ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਆ। ਅਗਰ ਇਹ ਪਾਰਟੀ ਆਊਗੀ, ਇਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਨੱਥ ਪਾਉਣ ਤਾਂ ਆਪੇ ਪੰਜਾਬੀ ਚੱਲੂਗੀ। ਪਹਿਲੀ ਤਾਂ ਗੱਲ ਇਹ ਹੈ ਜੀ। ਜੀ ਹਾਂਜੀ, ਬਿਲਕੁਲ ਪੰਜਾਬੀ ਚੱਲੂਗੀ, ਪੰਜਾਬੀ ਨੀਅਤ। ਹਾਂਜੀ ਹਾਂਜੀ, ਵੱਡੇ ਵੱਡੇ ਸਕੂਲ ਜਿਹੜੇ ETT ਆਪਣਾ BEd ਸਕੂਲ ਖੋਲਤੇ ਆ, ਉਹਨਾਂ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਨੇ ਇੰਨੇ ਕੁ ਬੱਚੇ ਪਾਸ ਕਰਤੇ ਆ ਜਿਨ੍ਹਾਂ ਨੂੰ ਮਾਸਟਰੀ ਦੀ ਨੌਕਰੀ ਨਹੀਂ ਮਿਲ ਰਹੀ। ਉਹ ਸਰਕਾਰੀ ਕਰਨ ਇਹ ਪਾਰਟੀ ਆ ਕੇ ਉਨੇ ਹੀ ਬੱਚਿਆਂ ਨੂੰ ETT ITT ਮਤਲਬ BEd ਕਰਾਉਣ ਜਿਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਜੀ ਠੀਕ ਹੈ ਜੀ, ਥੈਂਕ ਯੂ ਬਲਵਿੰਦਰ ਜੀ। ਹਾਂਜੀ, ਇੱਕ ਸਵਾਲ ਮੇਰਾ ਹੋਰ ਹੈ ਜੀ। ਜੀ, ਉਹ ਸਵਾਲ ਇਹ ਹੈ ਕਿ ਅਸੀਂ ਜਿਹੜੇ ਜ਼ਿਮੀਂਦਾਰ ਆ, ਸਾਨੂੰ ਬਾਦਲ ਸਰਕਾਰ ਦਾ ਬਿੱਲ ਮਾਫ ਕੀਤਾ ਹੈ ਜੀ ਬਿਜਲੀ ਦਾ, ਔਰ ਸਟੂਡ ਕਾਸਟ ਨੂੰ ਕੀਤਾ 150 ਯੂਨਿਟ। ਉਹਦੇ ਵਿੱਚ ਕਈ ਜ਼ਿਮੀਂਦਾਰ ਇਹੋ ਜਿਹੇ ਆ ਜਿਹਨਾਂ ਕੋਈ ਜ਼ਮੀਨ ਹੀ ਹੈ ਨਹੀਂ ਜੀ, ਮਿਸਤਰੀ ਆਉਂਦੇ ਆ, ਰਾਜੇ ਸਿੱਖ ਆਉਂਦੇ ਆ, ਤੇ ਔਰ ਆਪਣੇ ਕਿੰਨੀਆਂ ਬਰਾਦਰੀਆਂ। ਇਹ ਰੈਗੂਲਰੀ ਮਾਫ ਕਰਨਾ ਚਾਹੀਦਾ, ਚਾਹੇ ਉਹ ਜ਼ਿਮੀਂਦਾਰ ਹੈ, ਚਾਹੇ ਉਹ ਹੋਰ ਸਟੂਡ ਕਾਸਟ ਦਾ ਹੈ। ਰੈਗੂਲਰੀ 100 ਯੂਨਿਟ 150 ਯੂਨਿਟ ਜਿਹੜੀ ਬਿੱਲ ਹੈ ਉਹ ਹਰ ਬੰਦੇ ਨੂੰ ਮਾਫ ਕਰਨਾ ਚਾਹੀਦਾ, ਜਿਹਦੇ ਵਿੱਚ ਹਰ ਬੰਦੇ ਨੂੰ ਸਹੂਲਤ ਹੋਣੀ ਚਾਹੀਦੀ, ਚਾਹੇ ਉਹ ਹਿੰਦੂ ਤਬਕਾ ਹੈ, ਚਾਹੇ ਉਹ ਸਰਦਾਰ ਤਬਕਾ ਹੈ, ਜਾਂ ਕਿਸੇ ਵੀ ਮਤਲਬ ਕਿ ਕਾਸਟ ਦੇ ਨਾਲ ਹੈ। ਥੈਂਕ ਯੂ ਸੁਰਿੰਦਰ ਜੀ। ਇਸ ਤਰ੍ਹਾਂ ਜੀ, ਜਿੱਥੋਂ ਤੱਕ ਪੰਜਾਬੀ ਦਾ ਸਵਾਲ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਸਖਤੀ ਨਾਲ। ਪੰਜਾਬੀ ਦਾ ਜਿਹੜੀ ਭਾਸ਼ਾ ਹੈ, ਪੰਜਾਬ ਅਗਰ ਪੰਜਾਬ 'ਚ ਪੰਜਾਬੀ ਨਾ ਰਹੀ ਤੇ ਪੰਜਾਬ ਕਾਹਦਾ ਰਹਿ ਗਿਆ। ਇੱਕ ਤਾਂ ਗੱਲ ਇਹ ਹੈ, ਬਿਲਕੁਲ ਹੋਏਗੀ ਜੀ ਸਰਕਾਰੀ ਸਕੂਲਾਂ 'ਚ ਵੀ, ਔਰ ਇਹਨਾਂ ਦੀ ਨਕੇਲ ਜਿਹੜੀ ਹੈ ਕੱਸੀ ਜਾਊਗੀ ਬਿਲਕੁਲ। ਦੂਸਰੀ ਵੀਰ ਜੀ ਕਹਿ ਰਹੇ ਵੀ ਜਿਹੜੇ BEd ਕਰਕੇ ਦੂਜੇ ਬੇਰੁਜ਼ਗਾਰ ਫਿਰਦੇ ਆ, ਉਹ ਇਹਨਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਬਣਾਤੀਆਂ ਇਹਨਾਂ ਨੇ ਵੀ ਜਿਹੜੇ ਬੱਚੇ ਜਿਹੜੇ ਆ ਬੇਰੁਜ਼ਗਾਰ ਵਿਚਾਰੇ ਸੜਕਾਂ 'ਤੇ ਤੁਰੇ ਫਿਰਦੇ ਆ। ਇਹ ਔਨ ਮੈਰਿਟ ਹੋਣੀ ਚਾਹੀਦੀ ਆ, ਜਿਹੜੀ ਭਰਤੀ ਆ, ਜਿਹੜੀ ਨੌਕਰੀ ਆ, ਜਿਹੜਾ ਉਹ ਡਿਜ਼ਰਵ ਕਰਦਾ ਉਹੀ ਨੌਕਰੀ ਲਵੇ। ਦੂਸਰੀ ਗੱਲ ਇਹ ਹੈਗੀ ਆ, ਇਹਨਾਂ ਨੇ ਵੀਰ ਜੀ ਨੇ ਸ਼ਾਇਦ ਤੀਜਾ ਸਵਾਲ ਪਤਾ ਨਹੀਂ ਕਿਹੜਾ ਕੀਤਾ ਸੀ, ਹੁਣ ਮੇਰੇ ਸਲਿੱਪ ਕਰ ਗਿਆ। ਹੈਲੋ ਹਾਂਜੀ, ਆਵਾਜ਼ ਆ ਰਹੀ ਮੇਰੀ ਜੀ? ਆਵਾਜ਼ ਆ ਰਹੀ? ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ। ਅੱਛਾ, ਇਹ ਤੀਸਰਾ ਸਵਾਲ ਪਤਾ ਨਹੀਂ ਇਹਨਾਂ ਦਾ ਕਿਹੜਾ ਸੀ। 2 ਤੇ ਸੀ, ਇੱਕ ਨੌਕਰੀ ਬਾਰੇ, ਇੱਕ ਪੰਜਾਬੀ ਬਾਰੇ, ਤੀਜਾ ਇੱਕ ਬਿਜਲੀ ਦੇ ਬਿੱਲਾਂ ਬਾਰੇ ਸੀ ਜੀ। ਬਿਜਲੀ ਦੇ ਬਿੱਲ ਬਾਰੇ। ਉਹ ਤਾਂ ਬਿਲਕੁਲ ਜੀ ਠੀਕ ਆ। ਹੁਣ ਇੱਕ ਵਿਚਾਰੇ ਕੋਈ ਬੇਜ਼ਮੀਨਾ ਕਿਸਾਨ ਉਹ ਦਿਹਾੜੀ ਕਰਨ ਡਿਆ, ਤੇ ਉਹ ਸਹੂਲਤ ਵਿੱਚ ਵੀ ਆਉਣਾ ਚਾਹੀਦਾ। ਉਹ ਅਸੀਂ ਇਹ ਬਿਲਕੁਲ ਰੱਖਿਆ ਜੀ, ਇਹ ਚੋਣ ਮੈਨੀਫੈਸਟੋ 'ਚ ਇਹ ਗੱਲ ਰੱਖੀ ਹੈ। ਤੇ ਇੱਕ ਦੇ ਕੋਲ ਉਹਨੂੰ ਜੀ ਇੱਕ ਦੇ ਕੋਲ ਹਜ਼ਾਰਾਂ ਏਕੜ ਆ, ਉਹ ਵੀ ਇਸ ਦੀ ਲੈ ਰਿਹਾ ਜੀ। ਹਾਂ, ਉਹ ਵੀ ਉਹ ਸਹੂਲਤ ਲੈ ਰਿਹਾ। ਇਹ ਸਹੂਲਤ ਜਿਹੜੀ ਆ ਕਿਸੇ ਨੂੰ ਆਰਥਿਕ ਪੱਧਰ ਤੇ ਦੇਣੀ ਚਾਹੀਦੀ ਹੈ। ਜਿਹੜਾ ਉਹ ਡਿਜ਼ਰਵ ਕਰਦਾ ਵਿਚਾਰਾ ਉਹਨੂੰ ਮਿਲੇ, ਦੂਜੇ ਨੂੰ ਕਾਹਦੇ ਨਹੀਂ ਮਿਲੇ। ਜਿਹੜਾ ਮਤਲਬ ਉਹ ਵਿਚਾਰਾ ਉਸ ਲਾਈਨ 'ਚ ਆਉਂਦਾ ਆ, ਉਹਨੂੰ ਮਿਲਣੀ ਚਾਹੀਦੀ। ਉਹਦਾ ਕਸੂਰ ਕੀ ਆ? ਜੇ ਉਹ ਜੱਟ ਸਿੱਖ ਦੇ ਘਰ ਜੰਮ ਪਿਆ ਤੇ ਉਹਦੇ ਕੋਲ 1 ਮਰਲਾ ਜ਼ਮੀਨ ਨਹੀਂ ਆ, ਦਿਹਾੜੀ ਉਹ ਕਰਦਾ, ਲੇਬਰ ਕਰਦਾ, ਲੇਕਿਨ ਉਹਨੂੰ ਉਹ ਸਹੂਲਤ ਨਹੀਂ। ਅਸੀਂ ਇਹ ਗੱਲ ਤੋਂ ਉੱਪਰ ਉੱਠ ਕੇ 10 ਲੱਖ ਤੋਂ ਵੱਧ ਨੀਲੇ ਕਾਰਡ ਜਿਹੜੇ ਇਹਨਾਂ ਨੇ ਗਲਤ ਬਣਾਏ ਆ ਉਹ ਬਣਾਵਾਂਗੇ, ਜਿਹੜੇ ਸਹੀ ਮਾਇਨਿਆਂ 'ਚ ਉਹ ਸਹੂਲਤ ਲੈਣ ਦੇ ਕਾਬਲ ਆ, ਲਾਇਕ ਆ, ਜਿਨ੍ਹਾਂ ਨੂੰ ਇਹ ਮਿਲਣੀ ਚਾਹੀਦੀ। ਅਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਅਸੀਂ ਸੋਚਿਆ। ਬਲਵਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਜਿਹੜੇ ਬੰਦੀ ਸਿੰਘ ਆ, ਜਿਹੜੇ ਕੈਦੀ ਸਿੰਘ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ ਜੀ, ਉਹਨਾਂ ਦੀ ਰਿਹਾਈ ਵਾਸਤੇ ਵੀ ਆਮ ਆਦਮੀ ਪਾਰਟੀ ਕੁਛ ਕਰ ਰਹੀ ਆ? ਕਿਉਂਕਿ ਉਹਨਾਂ ਵਾਸਤੇ ਬਿਲਕੁਲ ਕਰਾਂਗੇ। ਹਾਂਜੀ, ਅਸੀਂ ਉਹਨਾਂ ਨੂੰ ਕੋਈ ਸਾਰ ਹੀ ਨਹੀਂ ਲੈ ਰਿਹਾ ਬਾਪੂ ਸੂਰਤ ਸਿੰਘ ਜੀ। ਥੈਂਕ ਯੂ ਬਲਵਿੰਦਰ ਸਿੰਘ ਜੀ। ਜਿਹੜੇ ਆ ਨੇ ਦੇਖੋ ਜੀ, ਵਿਚਾਰਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ, ਜਿਹੜੇ ਨਜਾਇਜ਼ ਤੌਰ ਤੇ ਜੇਲ੍ਹਾਂ 'ਚ ਰੋਲ ਰਹੇ ਆ, ਬਿਲਕੁਲ ਅਸੀਂ ਉਹਨਾਂ ਦੀ ਰਿਹਾਈ ਵਾਸਤੇ ਪ੍ਰਬੰਧ ਕਰਾਂਗੇ। ਸਾਡੀ ਗੱਲ ਇਹ ਵਾਅਦਾ ਹੈ ਸਾਡਾ, ਮਤਲਬ ਬਿਲਕੁਲ ਕਿਸੇ ਨਾਲ ਕਾਨੂੰਨ ਤੋਂ ਬਾਹਰ ਜਾ ਕੇ ਧੱਕਾ ਨਹੀਂ ਹੋਊਗਾ।
ਬਿਲਕੁਲ ਉਹਨਾਂ ਦੀ ਸਾਰ ਲਵਾਂਗੇ ਜੀ, ਉਹਨਾਂ ਨੂੰ ਕਰਾਵਾਂਗੇ ਜਿਨ੍ਹਾਂ ਦੇ ਜਿਹੜੇ ਸਜ਼ਾ ਭੁਗਤ ਚੁੱਕੇ। ਤੇ ਜੀ ਬਿਲਕੁਲ ਸਰੋਤਿਓ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਕੋਸ਼ਿਸ਼ ਕਰੋ ਕਿ ਸਵਾਲ ਇੱਕ ਹੀ ਕਰੋ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਹੈ ਚੋਣ ਦੰਗਲ, ਇਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ, ਜਿਸ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ ਅਤੇ ਤੁਸੀਂ ਦੁਬਾਰਾ ਕੋਸ਼ਿਸ਼ ਕਰਕੇ ਦੁਬਾਰਾ ਜ਼ਰੂਰ ਕਰ ਸਕਦੇ ਆ, ਪਰ ਸਵਾਲ ਇੱਕ ਕਰਿਆ ਕਰੋ। ਗੁਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸ਼ਾਮਪੁਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਹੈ ਮੇਰੇ ਸਰਨਾਵੇਂ ਹੀ ਜੇ ਤੇ ਬਹੁਤ ਹੀ ਵਧੀਆ ਤੁਹਾਡੀ ਹਾਂਜੀ ਤੁਹਾਡੇ ਮੈਂ ਨਾ ਸੁਣਦਾ ਰਿਹਾ ਵਿਚਾਰ, ਤੇ ਤੁਹਾਡੇ ਸਾਹਮਣੇ ਤਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਆਪਣੇ ਮੈਂਬਰ ਸੀ ਉਹ ਵੀ ਭੱਜ ਜਾਂਦੇ ਸੀ ਸੱਚੀਆਂ ਗੱਲਾਂ ਤੋਂ। ਤੇ ਤੁਸੀਂ ਕੋਈ ਜਾਣਦੇ ਹੋ ਨਾ ਮੈਨੂੰ। ਹੋਇਆ ਜਿਵੇਂ ਨਾ ਸੜੀ ਧਰਤੀ ਤੇ ਪਾਣੀ ਪੈਂਦਾ ਨਾ, ਜਿੱਦਾਂ ਮੀਂਹ ਵਰਦਾ ਤੇ ਉਹ ਕਿੱਦਾਂ ਸੂ ਕਰਦੀ ਆ, ਅੱਜ ਸਾਡੇ ਹਿਰਦੇ ਇੰਨੇ ਸ਼ਾਂਤ ਹੋਏ ਆ। ਤੁਹਾਡੇ ਵਰਗੇ ਜਿਹੜੇ ਸਿੱਖ ਆ ਨਾ ਉਹ ਮਤਲਬ ਆਉਣੇ ਚਾਹੀਦੇ ਆ ਰਾਜਨੀਤੀ ਦੇ ਵਿੱਚ। ਤੇ ਤੁਸੀਂ ਕਿਹਾ ਤੁਹਾਡੀ ਮਿਹਰਬਾਨੀ ਹੈ ਜੀ, ਤੁਸੀਂ ਮੈਨੂੰ ਇਸ ਗੱਲ ਇੱਕ ਸਮਝਦੇ ਹੋ, ਮੈਂ ਤੁਹਾਡਾ ਰਿਣੀ ਆ, ਮੈਂ ਇਸ ਕਾਬਲ ਸ਼ਾਇਦ ਨਾ ਹਾਂ ਜੋ ਮੈਨੂੰ ਗੱਲਾਂ ਦਾ ਕਰਨ ਨੂੰ ਜੀ ਕਰਦਾ। ਮੇਰਾ ਤਾਂ ਨਾ ਪੇਪਰ ਹੀ ਭਰ ਗਿਆ, ਹੁਣ ਸਵਾਲ ਮੈਂ ਕਿਹੜਾ ਪੁੱਛਾਂ ਤੇ ਕਿੱਧਰੋਂ ਲੱਗਾ ਮੈਨੂੰ ਇਹ ਸਮਝ ਨਹੀਂ ਆਉਂਦੀ। ਤੁਸੀਂ ਕਿਹਾ ਨਾ 1,60,000 ਕਿਸੇ ਨੇ ਰਿਸ਼ਵਤ ਲਈ ਸੀ ਉਹ ਫੜਿਆ, ਹੁਣ ਤਾਂ 1,75,000 ਕਰੋੜ ਦੀ ਰਿਸ਼ਵਤ ਲੈ ਕੇ ਤੇ ਲੋਕੀ ਕਹਿੰਦੇ ਆ ਵੀ ਕਿਉਂ ਚੀਕੀ ਜਾਂਦੇ ਹੋ, ਸਿਰਫ 1,75,000 ਕਰੋੜ ਤਾਂ ਹੈਗਾ ਸੀ। ਜੀ ਜੀ ਹਾਂਜੀ ਬਿਲਕੁਲ ਇਹ ਸਾਰਾ ਜੀ। ਦੋ ਸਵਾਲ ਹੈ ਨਿੱਕੇ ਇੱਕ ਤਾਂ ਵੋਟਾਂ ਬੜੀਆਂ ਨੂੰ ਕਿੰਨਾ ਕੁ ਚਿਰ ਹੋ ਗਿਆ ਤੁਹਾਡੇ ਸੁਧਾਈ ਹੋਈ ਹੈ ਵੋਟਰ ਸੂਚੀ ਦੇ ਵਿੱਚ, ਕਿਉਂਕਿ ਜੰਗ ਹਾਂਜੀ ਬਣ ਰਹੀਆਂ ਜੀ, ਹੁਣ ਵੀ ਬਣ ਰਹੀਆਂ, ਹੁਣ ਵੀ ਹਾਂਜੀ ਹੋ ਰਹੀ ਹੈ ਜੀ, ਹੋ ਰਹੀ। ਮੇਰਾ ਲਾਸਟ ਸਵਾਲ ਆ, ਅਕਾਲੀ ਸਰਕਾਰ ਦੇ ਵਿੱਚ ਭੀਖੀ ਦੇ ਵਿੱਚ ਗੁਰਪੁਰਬ ਨਹੀਂ ਮਨਾਉਣ ਦਿੱਤਾ ਸੀ, ਉਹ ਸਰਸੇ ਵਾਲੇ ਸਾਧ ਨਾਲ ਲੜਾਈ ਝਗੜਾ ਹੋਣ ਕਰਕੇ। ਗੁਰੂ ਗ੍ਰੰਥ ਸਾਹਿਬ ਦੀ ਕਿੰਨੇ ਥਾਈਂ ਬੇਅਦਬੀ ਹੋਈ ਆ, ਸਰਕਾਰ ਨੇ ਉਲਟਾ ਸਿੱਖਾਂ ਨੂੰ ਹੀ ਫੜ ਕੇ ਪੁਲਿਸ ਨੇ ਕੁੱਟਿਆ ਮਾਰਿਆ ਤੇ ਇੱਕ ਦੋ ਬਿਲਕੁਲ ਕੀਤੇ। ਤੇ ਤੁਸੀਂ ਜਿਹੜਾ ਉਹ ਜੰਮੂ ਦੇ ਵਿੱਚ ਲਿਆ ਸੀ ਸਟੈਂਡ, ਮੁੰਡਾ ਮਾਰਿਆ ਸੀ ਗੁਰਪਾਲ ਸਿੰਘ। ਹਾਂਜੀ ਉੱਥੇ ਮੈਂ ਬੋਲ ਕੇ ਆਇਆ ਸੀ ਜੀ, ਮੈਂ ਬੋਲ ਕੇ ਹਾਂਜੀ ਜਸਵੀਰ ਸਿੰਘ ਕੋਲ ਮੈਂ ਸਪੀਚ ਕਰਕੇ ਆਇਆ ਜੀ। ਹਾਂਜੀ ਇਸ ਸਰਕਾਰ ਨੂੰ ਆਪਾਂ ਪੰਥਕ ਸਰਕਾਰ ਕਿਵੇਂ ਕਹਿ ਸਕਦੇ ਹਾਂ ਜਦੋਂ ਕਿ ਸਿੱਖਾਂ ਦੇ ਵਿਰੋਧੀ ਭੁਗਤਦੀ ਰਹੀ ਆ ਸਾਰੇ ਮਾਮਲਿਆਂ ਦੇ ਵਿੱਚ। ਠੀਕ ਹੈ ਗੁਰਵਿੰਦਰ ਸਿੰਘ ਜੀ, ਸਵਾਲ ਦਾ ਜਵਾਬ ਸੁਣਿਓ ਜੀ। ਜੀ ਗੁਰਵਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਮੈਂ ਇਹਨਾਂ ਨੂੰ ਪਹਿਲਾਂ ਕਹਿੰਦਾ ਅਕਾਲੀ ਸ਼ਬਦ ਇਹਨਾਂ ਨੂੰ ਲਾ ਲਓ, ਇਹ ਅਕਾਲੀ ਨਹੀਂ, ਕਿਉਂਕਿ ਅਕਾਲੀ ਸ਼ਬਦ ਬਹੁਤ ਪਵਿੱਤਰ ਸੀ। ਸਾਡੇ ਵੱਡ ਵਡੇਰੇ ਇਸ ਮੂਵਮੈਂਟ 'ਚ ਰਹੇ ਆ, ਮੇਰੇ ਪਿਤਾ ਜੀ ਰਹੇ ਆ, ਮੇਰੇ ਦਾਦਾ ਜੀ ਰਹੇ ਆ, ਮੈਂ ਰਿਹਾ ਇਸ ਗੱਲ 'ਚ। ਮੈਂ ਇਹਨਾਂ ਨੂੰ ਅਕਾਲੀ ਨਹੀਂ ਕਹਿੰਦਾ ਬਾਦਲ ਨੂੰ, ਮੈਂ ਤੇ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਕਹਿੰਦਾ। ਮੈਂ ਅਕਾਲੀ ਸ਼ਬਦ ਇਹਨਾਂ ਨੂੰ ਲਾਤਾ, ਮੈਂ ਇਹਨਾਂ ਨੂੰ ਨਹੀਂ ਕਹਿੰਦਾ। ਇੱਕ ਗੱਲ। ਦੂਸਰੀ ਗੱਲ ਇਹ ਕਿ ਬਰਗਾੜੀ ਵਿੱਚ ਜੋ ਹੋਇਆ, ਉੱਥੇ ਜੋ ਬੱਚੇ ਸ਼ਹੀਦ ਕੀਤੇ ਗਏ, ਮੈਂ ਉੱਥੇ ਜਿੱਥੇ ਉਹਨਾਂ ਦਾ ਖੂਨ ਡੁੱਲਿਆ ਉਹ ਜਗ੍ਹਾ ਵੇਖ ਕੇ ਆਇਆ, ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਆਇਆ, ਉੱਥੇ ਜਾ ਕੇ ਆਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤੇ 1.5 ਸਾਲ ਤੱਕ ਕੋਈ ਬੰਦਾ ਨਹੀਂ ਫੜਿਆ ਜਾਂਦਾ। ਇਹਨਾਂ ਕਿਸੇ ਲੀਡਰ ਦਾ ਕੁੱਤਾ ਗਵਾ ਕੇ ਅਗਲੇ ਦਿਨ ਲੱਭ ਜਾਂਦਾ। ਇੱਕ ਤੋਂ ਇਹਨਾਂ ਨੂੰ ਪੰਥ ਆਖਿਆ ਕਰੋ, ਪੰਥਕ ਨਾ ਆਖਿਆ ਕਰੋ। ਪੰਥ ਆਨੇ ਆ ਤੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਪੰਥ ਸਾਜਿਆ ਸੀ ਉਹ ਇਹ ਨਹੀਂ ਸੀ, ਉਹ ਬਾਦਲ ਨਹੀਂ ਸੀ, ਉਹ ਪੰਥ ਸਾਜਿਆ ਸੀਗਾ ਤੇ ਪੰਥ ਦੀਆਂ ਕੋਈ ਮਰਜ਼ਾਦਾ ਸਨ, ਕੋਈ ਰਵਾਇਤਾਂ ਸਨ ਉੱਥੇ। ਸੁਣ ਰਹੀ ਜੀ ਮੇਰੀ ਗੱਲ ਤੁਹਾਨੂੰ? ਜੀ 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 ਹਾਂਜੀ। ਇਹ ਜਿਹੜੇ ਜੰਮੂ ਗੁਰਬਚਨ ਸਿੰਘ ਗਿਆ ਸੀ, ਜਿਹੜੀ ਤੁਸੀਂ ਸਵਾਲ ਕੀਤਾ, ਇਹਦੀ ਹਾਜ਼ਰੀ ਵਿੱਚ ਮੈਂ ਗਿਆਨੀ ਗੁਰਬਚਨ ਸਿੰਘ ਦੀ ਆਖਿਆ ਸੀ। ਮੈਂ ਕਿਹਾ ਉਹ ਅਕਾਲੀ ਫੂਲਾ ਸਿੰਘ ਲੱਭੋ ਜਿਹੜਾ ਜਥੇਦਾਰ ਸੀ, ਜਿਹੜਾ ਮਹਾਰਾਜ ਰਣਜੀਤ ਸਿੰਘ ਨੂੰ ਕਹਿੰਦਾ ਸੀ ਇਹਨੂੰ ਬੰਨੋ ਇਮਲੀ ਦੇ ਰੁੱਖ ਨੂੰ ਤਾਣੇ ਨਾਲ। ਇਹਨੇ ਮੋਰਾਂ ਨਚਾਈ ਆ, ਮੋਰਾਂ ਨੱਚਣ ਵਾਲੀ ਨਚਾਈ ਆ। ਇਹਦੀ ਜ਼ਰੂਰਤ ਕਿਸ ਤਰ੍ਹਾਂ ਪਈ ਇਹ ਸਿੱਖ ਪੰਥ ਦੀਆਂ ਪਰੰਪਰਾਵਾਂ ਤੋੜਨ ਦੀ? ਅੱਜ ਮਹਾਰਾਜ ਜੀ ਬਾਦਲ ਹਵਨ ਕਰਾ ਲਏ, ਮੁਕਟ ਪਾ ਲਏ, ਜੋ ਮਰਜ਼ੀ ਕਰ ਰਹੇ, ਜਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਸਿੱਖ ਪਰੰਪਰਾਵਾਂ ਦੀਆਂ ਧੱਜੀਆਂ ਡਾ ਦੇ, ਉਹਨੂੰ ਕੋਈ ਪੁੱਛਦਾ ਜੇ? ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਹੋਈ ਮਰਜ਼ਾਦਾ ਆ, ਅੰਮ੍ਰਿਤ ਧਾਰੀ ਦੋਵੇਂ ਜੀ ਆਉਂਦੇ ਆ। ਬਾਦਲ ਝੂਠਾ ਕਾਤਰਾ ਪਾਇਆ ਸਾਰੀ ਉਮਰ, ਬੀਬੀ ਸੁਰਿੰਦਰ ਕੌਰ ਨੇ ਅੰਮ੍ਰਿਤ ਨਹੀਂ ਛਕਿਆ। ਹੁਣ ਅੱਗੇ ਸੁਖਵੀਰ ਵੱਲ ਆ ਜਾਓ, ਉਹ ਅਕਾਲੀ ਦਲ ਦਾ ਪ੍ਰਧਾਨ ਆ। ਕਿਸੇ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਤੱਕ ਦਾੜਾ ਨਹੀਂ ਬੱਧਾ, ਇਹ ਦਾੜਾ ਬੰਨ ਕੇ ਰੱਖਦਾ ਔਰ ਇਹ ਆਂਦਾ ਮੈਂ ਅੰਮ੍ਰਿਤ ਛਕਿਆ। ਨੰਨੀ ਸ਼ਾਹ ਜਿਹੜੀ ਹੈ ਭਰਵਟਿਆਂ ਦੀ ਬੇਅਦਬੀ ਕਰਦੀ ਹੈ। ਇਹਨਾਂ ਦੇ ਪੰਥ ਗੁਰੂ ਗੋਬਿੰਦ ਸਿੰਘ ਦੀ ਚਲਾਈ ਮਰਜ਼ਾਦਾ ਤੋੜਦੀ, ਤੁਸੀਂ ਇਹਨਾਂ ਨੂੰ ਅਕਾਲੀ ਕਾਹਦੇ ਨਹੀਂ ਕਹਿੰਦੇ? ਇਹਨਾਂ ਨੂੰ ਬਿਲਕੁਲ ਅਕਾਲੀ ਨਾ ਕਿਹਾ ਕਰੋ, ਇਹ ਅਕਾਲੀ ਹੈ ਹੀ ਨਹੀਂ ਗੇ। ਤੇ ਜੀ ਆਪਾਂ ਆਪਣੇ ਅਗਲੇ ਕਾਲਰ ਲੈਨੇ ਆ। ਸਨੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਹੁਣਾਂ ਨੂੰ ਪੁੱਛਣਾ ਚਾਹੁੰਦਾ ਕਿ ਵੀ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਜੀ ਉਹ ਕਹਿ ਕੇ ਗਏ ਨਾ ਜੀ ਪਾਣੀ ਬਾਰੇ, ਥੋੜਾ ਜਿਹਾ ਆਪਣੀ ਪਾਰਟੀ ਨੂੰ ਇਹਦੇ ਬਾਰੇ ਸਚੇਤ ਕਰਨ ਕਿ ਉਹ ਕਰਨ ਪਾਣੀ ਬਾਰੇ ਵੀ ਰਿਪੇਰੀਅਨ ਨੂੰ ਜਿਹੜਾ ਕਹਿੰਦਾ ਉਹਦੇ ਹਿਸਾਬ ਨਾਲ ਅਸੀਂ ਕਰਾਂਗੇ। ਜਿਹਦਾ ਫਾਇਦਾ ਜਿਹੜਾ ਬਿਆਨ ਦੇ ਕੇ ਪਰ ਜਿਹੜਾ ਬਿਆਨ ਦੇ ਕੇ ਉਹਨਾਂ ਪਤਾ ਅਕਾਲੀਆਂ ਨੇ ਫਾਇਦਾ ਚੱਕਣਾ ਜੀ, ਇਹ ਮਾਰਾ ਕਲੀਅਰ ਕਰਾਇਓ ਜੀ ਇਸ ਗੱਲ ਨੂੰ। ਅਸੀਂ ਚਾਹੁੰਦੇ ਆਮ ਆਦਮੀ ਪਾਰਟੀ ਆਵੇ ਨਾ ਪੰਜਾਬ ਦਾ ਸੁਧਾਰ ਹੋਵੇ। ਥੈਂਕ ਯੂ ਸਨੀ ਜੀ। ਬਿਲਕੁਲ ਉਹ ਕਲੀਅਰ ਕਰਾਵਾਂਗੇ ਜੀ, ਉਹ ਕਲੀਅਰ ਕਰਾਵਾਂਗੇ। ਔਰ ਅਸੀਂ ਇਹਦੇ 'ਚ ਬੜਾ ਸਪਸ਼ਟ ਸਟੈਂਡ ਹੈ ਸਾਡਾ ਜੀ। ਪ੍ਰੈਸ ਕਈ ਵਾਰ ਬੰਦੇ ਨੂੰ ਉਲਝਾ ਰਹਿੰਦੀ ਆ, ਸਟੇਜ ਤੋਂ ਉਤਰਦਿਆਂ ਕਈ ਵਾਰ ਉਹਦੇ ਕੋਲ ਐਸੇ ਸ਼ਬਦ ਕਈ ਵਾਰ
ਨਿਕਲ ਜਾਂਦਾ ਤੇ ਜਿਹੜਾ ਉਸ ਸਮਝ ਇਹ ਉਹਨੂੰ ਚੁੱਕ ਕੇ ਪਹਾੜ ਬਣਾ ਲੈਂਦੇ ਆ। ਮੈਂ ਕਹਿੰਦਾ ਵੀ ਅਸੀਂ ਪੰਜਾਬ ਦੀ ਧਰਤੀ ਤੇ ਸਾਡੇ ਤੋਂ 60 ਤੋਂ ਵੱਧ ਟਿਕਟਾਂ ਤਕਰੀਬਨ ਗੁਰਸਿੱਖ ਬੰਦਿਆਂ ਨੂੰ ਮਿਲੀਆਂ ਆ, ਔਰ ਬਹੁਤ ਤਾਬ ਦੇ ਵਿੱਚ ਅੰਮ੍ਰਿਤਧਾਰੀ ਬੰਦੇ ਆ, ਔਰ ਕਿਸਾਨੀ ਕਿੱਤਾ ਕਰਨ ਵਾਲੇ ਅਸੀਂ ਤਾਂ ਇਹਨਾਂ ਵਾਅਦਾ ਕਰਨੇ ਇੱਕ ਬੂੰਦ ਸਾਡੇ ਕੋਲ ਪਾਣੀ ਨਹੀਂ ਹੈਗਾ ਵਾਧੂ, ਔਰ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਇਹ ਲਾਗੂ ਹੋਣਾ ਚਾਹੀਦਾ। ਜੇ ਦੂਜੇ ਥਾਂ ਇਹ ਕਾਨੂੰਨ ਚੱਲ ਸਕਦਾ ਤਾਂ ਸਾਡੇ ਨਹੀਂ। ਇਹਨਾਂ ਨੇ ਬੇਈਮਾਨੀ ਕਰਕੇ, ਬਾਦਲ ਦੀ ਬੇਈਮਾਨੀ ਕਰਕੇ, ਕਾਂਗਰਸ ਦੀ ਬੇਈਮਾਨੀ ਕਰਕੇ ਸਾਡਾ ਪੰਜਾਬ ਦੇ ਪਾਣੀਆਂ ਦਾ ਕੇਸ ਉਲਝਿਆ। ਅਸੀਂ ਬਿਲਕੁਲ ਤੁਹਾਨੂੰ ਇਮਾਨਦਾਰੀ ਨਾਲ ਵਾਅਦਾ ਦਿੰਦੇ ਹਾਂ ਕਿ ਅਸੀਂ ਬਿਲਕੁਲ ਪੰਜਾਬ ਨਾਲ ਅਨਿਆਏ ਨਹੀਂ ਹੋਣ ਦਾਂਗੇ, ਨਹੀਂ ਤੇ ਅਸੀਂ ਸਭ ਕੁਝ ਛੱਡ ਕੇ ਲਾਂਭੇ ਹੋ ਜਾਵਾਂਗੇ ਅਗਰ ਸਾਡੇ ਪੰਜਾਬ ਨਾਲ ਧੱਕਾ ਹੋਇਆ ਤੇ। ਹਾਂ ਜੀ, ਸਾਡੇ ਨਾਲ ਅਗਲੇ ਕਾਲਰ ਨੇ ਮੁਖਤਿਆਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੁਖਤਿਆਰ ਕੌਰ ਜੀ। ਹਾਂਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇਹ ਵੀਰਾਂ ਨੂੰ ਸਵਾਲ ਹੈ ਕਿ ਜਿਹੜੇ 84 ਦੇ ਦੰਗੇ ਹੋਏ ਸੀ, ਨਾ ਤਾਂ ਹਜੇ ਤੱਕ ਉਹਨਾਂ ਨੂੰ ਇਨਸਾਫ ਮਿਲਿਆ ਵਾ ਜੀ, ਉਹਨਾਂ ਨੂੰ ਕੁਛ ਕਰਨਗੇ? ਇੱਕ ਦੂਸਰਾ ਸਵਾਲ ਜੀ, ਜਿਹੜਾ ਅੰਮ੍ਰਿਤਸਰ ਤੇ ਆਪਣਾ ਕੀਤਾ ਇਹਨਾਂ ਨੇ ਖਾਲਸਾ ਪੰਥ ਦੇ ਅਟੈਕ, ਉਹਨਾਂ ਨੂੰ ਹਜੇ ਤੱਕ ਕੋਈ ਕਿਸੇ ਦਾ ਮਿਲਿਆ ਨਹੀਂ, ਕੁਛ ਵੀ ਕੋਈ ਇਹਨਾਂ ਨੂੰ ਸਾਫ਼ ਨਹੀਂ ਦਿੱਤਾ ਹੈਗਾ। ਇਹ ਗਦਾਰ ਪਾਰਟੀ ਆ, ਆਪਣੀ ਮਹਾਰਾਜ ਤੇ ਬੀੜਾਂ ਤੇ ਉਹਨਾਂ ਨੇ ਕਿੰਨਾ ਹਮਲਾ ਕੀਤਾ ਵਾ, ਉਹਨਾਂ ਨੂੰ ਹਜੇ ਤੱਕ ਨਹੀਂ ਫੜ ਸਕੇ। ਇਹ ਸਾਰਾ ਅਕਾਲੀ ਸਾਰਾ ਕਰਾ ਰਿਹਾ। ਮੇਰੇ ਤਾਂ ਇਹੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਮ ਪਾਰਟੀ ਨੂੰ ਹੁਣ ਇੱਕ ਵਾਰੀ ਮੌਕਾ ਦੇ ਦਿਓ, ਇੱਕ ਵਾਰੀ ਮੌਕਾ ਦੇ ਦਿਓ, ਫਿਰ ਦੇਖੋ ਵੀ ਕੀ ਬਣਦਾ। ਠੀਕ ਹੈ, ਥੈਂਕ ਯੂ ਮੁਖਤਿਆਰ ਕੌਰ ਜੀ। ਤੇ ਇਹਨਾਂ ਨੇ 1984 ਦੇ ਕਤਲੇਆਮ ਦੀ ਗੱਲ ਕੀਤੀ ਜੀ। ਹਾਂ ਭੈਣ ਜੀ, ਬਿਲਕੁਲ ਠੀਕ ਹੈ ਜੀ। ਅਸੀਂ ਪਾਵਰ 'ਚ ਤਾਕਤ ਵਿੱਚ ਨਹੀਂ ਆਏ। ਪਹਿਲੀ ਵਾਰੀ ਅਸੀਂ 70 ਸਾਲ ਬਾਅਦ ਪੰਜਾਬੀਆਂ ਨੂੰ, NRI ਵੀਰਾਂ ਨੂੰ, ਭੈਣਾਂ ਭਰਾਵਾਂ ਨੂੰ, ਪੰਜਾਬ ਵਾਸੀਆਂ ਨੂੰ ਪੰਜਾਬ ਦਾ ਵਾਸਤਾ ਪਾ ਕੇ ਕਹਿੰਦੇ ਆ ਤੇ ਇੱਕ ਵਾਰੀ ਤੁਸੀਂ ਪਰਖ ਲਓ। 25-30 ਸਾਲ ਬਾਦਲ ਨੇ ਕਰ ਲਿਆ ਰਾਜ, 40 ਸਾਲ ਕਾਂਗਰਸ ਨੇ ਕਰ ਲਿਆ, ਤੁਸੀਂ 70 ਸਾਲ ਵੇਖੇ ਆ। ਇੱਕ 5 ਸਾਲ ਦੀ ਪਰਖ ਤੁਸੀਂ ਕਰਕੇ ਦੇਖੋ। 5 ਸਾਲ ਦੀ ਪਰਖ ਦੇ ਵਿੱਚ ਅਸੀਂ ਤੁਹਾਨੂੰ ਕੋਈ ਰਿਜ਼ਲਟ ਕੱਢ ਕੇ ਦੇਵਾਂਗੇ, ਠੀਕ ਹੈ, ਨਹੀਂ ਤਾਂ ਸਾਨੂੰ ਚੁੱਕ ਕੇ ਲਾਂਭੇ ਕਰ ਦਿਓ। ਤੁਸੀਂ ਸਾਨੂੰ ਮੌਕਾ ਤੇ ਦੇ ਕੇ ਵੇਖੋ ਕਿ ਅਸੀਂ ਪ੍ਰਬੰਧ ਪੰਜਾਬ 'ਚ ਕਿਸ ਤਰ੍ਹਾਂ ਕਰਾਂਗੇ, ਕਿਵੇਂ ਅਸੀਂ ਕਾਨੂੰਨ ਦਾ ਰਾਜ ਕਾਇਮ ਕਰਾਂਗੇ, ਕਿਵੇਂ ਲੋਕਾਂ ਨੂੰ ਇਨਸਾਫ ਦੇਵਾਂਗੇ, ਕਿਵੇਂ ਸਾਰਾ ਕੁਝ। ਇਹ ਆਉਣ ਵਾਲੇ ਸਮੇਂ 'ਚ ਤੁਸੀਂ ਸਾਨੂੰ ਉਹ ਤਾਕਤ ਦਿਓਗੇ ਤੇ ਅਸੀਂ ਤੁਹਾਨੂੰ ਕਰਕੇ ਵਿਖਾਵਾਂਗੇ। ਜਿੱਥੋਂ ਤੱਕ ਦਿੱਲੀ ਦਾ ਤਲਕ ਹੈ, ਦਿੱਲੀ ਵਿੱਚ ਪੁਲਿਸ ਪ੍ਰਸ਼ਾਸਨ ਕੇਜਰੀਵਾਲ ਦੀ ਪਕੜ ਵਿੱਚ ਨਹੀਂ ਆ, ਉਹ ਸੈਂਟਰ ਗੌਰਮੈਂਟ ਦੇ ਅੰਡਰ ਹੈ, ਔਰ ਪੁਲਿਸ ਉਹਦੇ ਕਹਿਣੇ 'ਚ ਹੀ ਨਹੀਂ ਹੈਗੀ ਕੇਜਰੀਵਾਲ ਦੇ। ਅੱਛਾ, ਦਿੱਲੀ ਦੇ ਵਿੱਚ ਦੰਗੇ ਹੋਇਆ, ਕੋਈ ਸਜ਼ਾ ਨਹੀਂ ਮਿਲੀ। ਇਹਨੇ ਗਲਵਕੜੀ ਪਾਈ ਹੋਈ ਆ ਮੋਦੀ ਨਾਲ, ਬਾਦਲ ਨੇ ਤੇ BJP ਨਾਲ, ਤੇ ਇਹ ਕਿਉਂ ਨਹੀਂ, ਵਾਜਪਾਈ ਕੋਲ ਕਿਉਂ ਨਹੀਂ ਇਨਸਾਫ ਦਵਾ ਸਕਿਆ, ਮੋਦੀ ਕੋਲੋਂ ਕਿਉਂ ਨਹੀਂ ਦਵਾ ਸਕਿਆ? ਮੋਦੀ ਗੁਜਰਾਤ 'ਚੋਂ ਕਿਸਾਨ ਕੱਢ ਰਿਹਾ ਹੈ, ਉਹਨਾਂ ਦਾ ਕੇਸ ਅੱਗੇ ਸੁਪਰੀਮ ਕੋਰਟ 'ਚ ਪਾਤਾ, ਜ਼ਮੀਨਾਂ ਤੋਂ ਬਦਖਲ ਕਰਕੇ ਭੇਜਣਾ ਚਾਹੁੰਦਾ ਪੰਜਾਬ 'ਚ ਵਾਪਸ, ਜਿਹੜੇ 70 ਸਾਲ ਦੇ ਕਿਸਾਨ ਉੱਥੇ ਬੈਠੇ ਆ। ਔਰ ਮੋਦੀ ਇੰਨਾ ਫਿਰਕਾ ਪ੍ਰਸਤ ਅੱਜ ਦਾ ਕੋਈ ਹਿਸਾਬ ਨਹੀਂ ਹੈ, ਉਹਦੇ ਬਾਰੇ ਮੂੰਹ ਨਹੀਂ ਖੋਲਦਾ ਬਾਦਲ। ਮੋਦੀ ਜਾ ਕੇ ਟੋਪੀ ਪਾ ਕੇ ਦਰਬਾਰ ਸਾਹਿਬ 'ਚ ਚਲਾ ਗਿਆ, ਮੋਦੀ ਜਾ ਕੇ ਮੋਦੀ ਕਰਕੇ 10 ਮਿੰਟ ਉੱਥੇ ਕੀਰਤਨ ਬੰਦ ਹੋਇਆ, ਜਿਹੜੀ ਮਰਜ਼ਾਦਾ ਨਹੀਂ ਹੈ। ਇਹ ਇੰਨਾ ਕਰ ਕੁਛ ਕਰ ਲੇ ਤੇ ਫਿਰ ਤੁਸੀਂ ਅੱਖਾਂ ਮੀਟ ਕੇ ਬੈਠੇ ਆ। ਇਹਨੂੰ ਆਪਾਂ ਕੁਝ ਨਹੀਂ ਕਹਿੰਦੇ, ਇਹਨੂੰ ਪੰਜਾਬ ਦੇ ਸਿੱਖ ਪੰਥ ਦੇ ਗਲੋਂ ਲਾਉਣ ਵਿੱਚ ਹੀ ਭਲਾ ਆ, ਪੰਜਾਬ ਦਾ ਵੀ ਇਹਦੇ 'ਚ ਹੀ ਭਲਾ ਆ। ਔਰ ਕਾਂਗਰਸ ਵੀ ਦੋਸ਼ੀ ਆ, ਬਾਦਲ ਵੀ ਦੋਸ਼ੀ ਆ। ਅਸੀਂ ਕਹਿੰਦੇ ਵੀ ਅਸੀਂ ਤਾਂ ਕੋਈ ਗੁਨਾਹ ਨਹੀਂ ਕੀਤਾ, ਕੋਈ ਕੇਜਰੀਵਾਲ ਤੇ ਕੋਈ ਗੁਨਾਹ ਨਹੀਂ ਕੀਤਾ, ਕੋਈ ਕੇਜਰੀਵਾਲ ਨੇ ਕੋਈ ਦੰਗੇ ਨਹੀਂ ਕਰਾਏ, ਕੋਈ ਮਾੜਾ ਕੰਮ ਨਹੀਂ ਕੀਤਾ, ਜੇ ਸਿੱਖਾਂ ਪ੍ਰਤੀ ਕੋਈ ਮਾੜਾ ਕੰਮ ਨਹੀਂ ਕੀਤਾ। ਦੇਖੋ, ਜਿੱਥੋਂ ਤੱਕ ਚੋਣ ਮੈਨੀਫੈਸਟੋ 'ਚ ਨੇ ਇੱਕ ਥੱਲੇ ਝਾੜੂ ਦੀ ਫੋਟੋ ਲਾਈ, ਹਾਲਾਂਕਿ ਰੋਜ਼ ਅਸੀਂ ਗੁਰਦੁਆਰਿਆਂ 'ਚ ਝਾੜੂ ਫੇਰਦੇ ਆ, ਦਰਬਾਰ ਸਾਹਿਬ ਵੀ ਪਰਿਕਰਮਾ ਸਾਫ਼ ਕਰਦੇ ਆ। ਉਹਨੇ ਆ ਕੇ ਮਾਫੀ ਮੰਗੀ ਆ ਵੀ ਜੇ ਸਿੱਖ ਪੰਥ ਨੂੰ ਮੇਰੀ ਇਸ ਗੱਲ ਨਾਲ ਕੋਈ ਠੇਸ ਪਹੁੰਚੀ ਆ ਤੇ ਮੈਂ ਆ ਕੇ ਬਰਤਨ ਧੋਤੇ ਆ, ਸਾਫ਼ ਕੀਤੇ ਆ, ਮੈਂ ਆ ਕੇ ਗੁਰੂ ਘਰੋਂ ਮਾਫੀ ਮੰਗਦਾ ਇਹ ਗੱਲ ਦੀ। ਇਹ ਵੱਡੇ ਵੱਡੇ ਗੁਨਾਹ ਕਰ ਲੈਣ, ਇਹ ਸਰਸਾ ਸਾਧ ਨੂੰ ਮਾਫੀ ਦੇ ਦੇਣ, ਇਹ ਉਹਨੂੰ ਬਿਨਾਂ ਸੱਦਿਆ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਕੋਲ ਮਾਫੀ ਦਵਾ ਲੈਣ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਮੈਂ ਤਾਂ ਕਹਿੰਦਾ ਹੱਦ ਹੋ ਗਈ ਆ। ਸਾਨੂੰ ਸੱਚਾਈ ਨੂੰ ਜਾਣਨਾ ਤੇ ਚਾਹੀਦਾ, ਸੱਚਾਈ ਨੂੰ ਜਾਣਦੇ ਨਹੀਂ ਆਪਾਂ, ਕਿਹੜੀ ਗੱਲ ਹੈ? ਸੱਚ ਪਰਖੋ, ਸਾਨੂੰ ਦਿਓ। ਮੈਂ ਅੰਮ੍ਰਿਤਧਾਰੀ ਸਿੱਖ ਹੈ, ਗੁਰੂ ਦਾ ਸਿੱਖ ਹੈ, ਗੁਰੂ ਕਲਗੀਧਰ ਤੇ ਯਕੀਨ ਰੱਖਣ ਵਾਲਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਦਾ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹੈ, ਹਰ ਇੱਕ ਦਾ ਸਤਿਕਾਰ ਕਰਦਾ ਹੈ, ਕਿਉਂਕਿ ਜਿਹੜਾ ਧਰਮੀ ਬੰਦਾ ਉਹ ਦੂਜੇ ਦੇ ਧਰਮ ਦਾ ਸਤਿਕਾਰ ਕਰੂ। ਮੈਂ ਆਪਣੇ ਕ੍ਰਿਸਚਨ ਭਰਾਵਾਂ ਦਾ, ਈਸਾਈ ਭਰਾਵਾਂ ਦਾ, ਮੁਸਲਮਾਨਾਂ ਦੇ, ਉਹ ਆਪਣੇ ਆਪਣੇ ਧਰਮ 'ਚ ਪਰਪੱਕ ਰਹਿਣ, ਅਸੀਂ ਆਪਣੇ 'ਚ ਰਹੀਏ। ਪਰ ਇਹ ਕਮ ਸੇ ਕਮ ਦੇਖੋ, ਕੇਜਰੀਵਾਲ ਦੀ ਵਿਸ਼ਾਲ ਦਿਲੀ ਤੇ ਵੇਖੋ, ਉਹ ਆ ਕੇ ਹਰਿਮੰਦਰ ਸਾਹਿਬ 'ਚ ਬਰਤਨ ਸਾਫ਼ ਕਰਦਾ ਤੇ ਮੇਰੇ ਕੋਲ ਜੇ ਭਾਈ ਤੁਹਾਡੇ ਝਾੜੂ ਦੀ ਫੋਟੋ ਲਾਉਣ ਨਾਲ ਕੋਈ ਗਲਤੀ ਹੋ ਗਈ ਹੈ ਤੇ ਮੈਂ ਉਹਦੀ ਖਿਮਾ ਮੰਗਣਾ। ਇਹ ਕੀ ਕਰਦੇ ਆ? ਇਹ ਬਰਗਾੜੀ ਮੁੰਡਿਆਂ ਦਾ ਖੂਨ ਡੋਲ ਦੇਣ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦੇਣ, ਇਹ ਉਹਨਾਂ ਨੂੰ ਫੜਨ ਨਾ, ਇਹ ਸਭ ਕੁਝ ਇਹਨਾਂ ਨੂੰ ਮਾਫ ਹੈ। ਇਹ ਮੋਦੀ ਆਇਆ ਤੇ ਉਹ ਕੀਰਤਨ ਹੀ ਬੰਦ ਕਰਾਤਾ ਇਹਨਾਂ ਉੱਥੇ। ਦੱਸੋ, ਮੋਦੀ ਟੋਪੀ ਪਾ ਕੇ ਅੰਦਰ ਗਿਆ ਹੈ। ਬਿਲਕੁਲ ਜੀ। ਇਹਦੀ ਗੱਲ ਇੱਕ ਹੋਰ ਵੀ ਹੈਗੀ ਆ ਜੀ, ਆਪਾਂ ਕੋਲ ਟਾਈਮ ਤੇ ਬੜਾ ਘੱਟ ਆ, ਕਿ ਉਹ ਗੱਲ ਤੇ ਉਹ ਹੋ ਗਈ ਸੀਗੀ। ਤੇ ਇੱਕ ਹੋਰ ਸੁਣਿਆ ਕਿ ਜਿਹੜੀ ਨਵੀਂ ਬੱਸ ਚੱਲੀ ਆ
ਉਹਦੇ ਆਲੇ ਦੁਆਲੇ ਦਰਬਾਰ ਸਾਹਿਬ ਦੀਆਂ ਜਿਹੜੀਆਂ ਪਿਕਚਰਾਂ ਲਾਈਆਂ ਹੋਈਆਂ ਆ ਉਹ ਉਹਨਾਂ ਨੇ ਪ੍ਰਿੰਟ ਕੀਤੀ ਆ, ਪਰ ਉਸ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਉਹਦੇ ਵਿੱਚ ਸਾਰੇ ਅੰਮ੍ਰਿਤਧਾਰੀ ਸਿੱਖ ਬਹਿੰਦੇ ਹੋਣਗੇ ਜਾਂ ਉਹਦੇ ਤੇ ਚਿੱਕੜ ਗਾਰਾ ਨਾ ਪੈਂਦਾ ਹੋਊਗਾ, ਤੇ ਇਹ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਇਹ ਆਪ ਕਤਾਈਆਂ ਕਰਦੇ ਆ। ਹਾਂਜੀ ਹਾਂਜੀ, ਪਰ ਇਹਨਾਂ ਨੂੰ ਦੇਖੋ ਪੁੱਛਣ ਵਾਲਾ ਕੋਈ ਨਹੀਂ ਇਹਨਾਂ ਨੂੰ ਪੁੱਛਦਾ ਕੋਈ। ਅੱਜ ਇਹਨਾਂ ਨੇ ਮਹਾਨ ਪਰੰਪਰਾਵਾਂ ਜਿਹੜੀਆਂ ਅਕਾਲ ਤਖਤ ਸਾਹਿਬ ਦੀਆਂ ਉਹ ਬਦਲ ਕੇ ਰੱਖ ਦਿੱਤੀਆਂ। ਇਹਨਾਂ ਨੇ ਜੋ ਗੁਰਦੁਆਰਿਆਂ ਤੇ ਆਪਣਾ ਗਲਬਾ ਕਾਇਮ ਕਰ ਲਿਆ, ਰਾਜਨੀਤੀ ਦਾ ਸ਼ਿਕਾਰ ਹੋ ਗਏ ਸਾਡੇ ਗੁਰੂ ਘਰ, ਔਰ ਰਾਜਨੀਤੀ ਦਾ ਗਲਬਾ ਉੱਤੇ ਪੈ ਗਿਆ ਇਹਨਾਂ ਦਾ। ਧਰਮ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਤਸ਼ਾਹ ਦੇ ਨਾਲ ਜਿਹੜਾ ਧਰਮ ਹੈ ਸਾਡੇ ਦਸਤਾਰ ਹੈ, ਰਾਜਨੀਤੀ ਸਾਡੇ ਪੈਰਾਂ ਦਾ ਜੋੜਾ ਹੈ। ਰਾਜਨੀਤੀ ਪੈਰਾਂ ਥੱਲੇ ਰਵੇ, ਧਰਮ ਸਿਰ ਉੱਪਰ ਰਹੇ। ਇਹਨਾਂ ਧਰਮ ਦੀ ਦਸਤਾਰ ਪੈਰਾਂ 'ਚ ਰੋਲ ਦਿੱਤੀ ਆ, ਰਾਜਨੀਤੀ ਦਾ ਚਿੱਕੜ ਸਿਰ ਤੇ ਚੁੱਕ ਲਿਆ। ਬਿਲਕੁਲ ਬਿਲਕੁਲ ਜੀ। ਆਪਾਂ ਇੱਕ ਹੋਰ ਅਗਲੇ ਕਾਲਰ ਲਵਾਂਗੇ ਤੇ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਹੜੇ ਚੋਣ ਦੰਗਲ ਦੇ ਇਸ ਪ੍ਰੋਗਰਾਮ ਨੂੰ ਜਿਹੜੇ ਸਪਾਂਸਰ ਕਰਦੇ ਨੇ ਜੀ, ਜਰਨੈਲ ਸਿੰਘ ਜੀ ਲਿਨਬਰਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਜੀ ਲਾਲੀ ਯੂਬਾ ਸਿਟੀ ਤੋਂ। ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਉਹਨਾਂ ਤੱਕ ਪਹੁੰਚਾਇਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਲక్ష్మణ ਸਿੰਘ ਜੌਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਾਮਪੁਰਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੇਰੇ ਦੋ ਸਵਾਲ ਆ ਜੀ। ਇੱਕ ਸਵਾਲ ਆ, ਮੈਂ ਛਾਉਣੀ ਕੈਂਟ ਤੋਂ, ਜੜਿਆਲਾ ਆ ਪਿੰਡ ਮੇਰਾ, ਤੇ ਛਾਉਣੀ ਕੈਂਟ ਨੂੰ ਬਲੌਕ ਕਰਦਾ। ਹਾਂਜੀ, ਤੇ ਉੱਥੇ ਮੈਨੂੰ 3 ਮਹੀਨੇ ਹੋ ਗਏ ਛੱਤ ਲਾਈ ਨੂੰ। 500 ਦੀ ਤਾਂ ਕਾਂਗਰਸ ਦੇ ਵਰਕਰ ਨਾਲ $500 ਦੀ ਤਾਂ ਉਹ ਸੀਟ ਆਪਾਂ ਬਾਲੀਆ ਨੂੰ ਦਿੱਤੀ ਆ, ਤੇ ਉੱਥੇ ਵਿਰੋਧ ਬਹੁਤ ਹੋ ਰਿਹਾ, ਉਹ ਜਿੱਤੂਗੀ ਕਿ ਨਹੀਂ। ਦੂਜਾ ਸਵਾਲ ਮੇਰਾ ਇਹ ਆ, ਜਿਹੜੇ ਤੁਸੀਂ ਆਪਣੇ ਹੁਣ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਇਹਨਾਂ ਦੇ ਇਸ਼ਾਰੇ ਤੇ ਪੈਸੇ ਲੈ ਕੇ ਇਹਨਾਂ ਤੋਂ ਆਪਣੇ ਸਿੰਗਰੇ ਹੁਣੀ ਉਮੀਦਵਾਰ ਖੜੇ ਕਰਨ ਡਏ ਹੋਏ ਆ। ਅਸੀਂ 20 ਵਰਕਰ ਆ ਜਿਹੜਾ ਤੁਹਾਡੀ ਸਪੋਰਟ ਕਰਦੇ ਆ ਇੱਥੋਂ ਯੂਬਾ ਸਿਟੀ ਤੋਂ, ਤੇ ਆਪਣੇ ਜੇ ਇਹਨਾਂ ਨੂੰ ਬਾਅਦ ਵਿੱਚ ਤੁਹਾਡੀ 100% ਸਰਕਾਰ ਹੋਣੀ ਆ, ਮੈਂ ਦਾਅਵਾ ਕਰਕੇ ਕਹਿਣਾ। ਪਰ ਜੇ ਤੁਸੀਂ ਇਹਨਾਂ ਨੂੰ ਵਿੱਚ ਬਾੜਿਆ, ਅਸੀਂ ਤੁਹਾਨੂੰ ਗੁੱਸੇ ਹੋ ਜਾਣਾ। ਜੇ ਇਹਨਾਂ ਨੂੰ ਮਗਰੋਂ ਬਾਅਦ ਵਿੱਚ ਬਾੜਿਆ ਜੀ, ਫੇਰ ਬਣਨ ਦੀ ਕੋਸ਼ਿਸ਼ ਕਰਨੀ। ਹੁਣ ਉਹਨਾਂ ਤੋਂ ਪੈਸੇ ਲੈ ਕੇ ਉਮੀਦਵਾਰ ਖੜੇ ਕਰਦੇ ਤੁਹਾਡੇ ਖਿਲਾਫ। ਇਹ ਮੇਰੇ 2 ਸਵਾਲ ਆ। ਬਿਲਕੁਲ, ਥੈਂਕ ਯੂ ਜੌਲ ਜੀ। ਜੀ ਬਿਲਕੁਲ ਬਿਲਕੁਲ ਜੀ, ਇਹ ਤੁਸੀਂ ਮੇਰੇ ਸਵਾਲ ਦਾ ਪਹਿਲਾਂ ਜਵਾਬ ਦੇ ਦਿੱਤਾ। ਇਹ ਬੜੀ ਤਗੜੀ ਪਲੈਨਿੰਗ ਚੱਲ ਰਹੀ ਆ, ਔਰ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਜਿਹੜੀ ਪੰਜਾਬ ਵਿੱਚ ਤਾਕਤ ਵਿੱਚ ਨਾ ਉਹਦਾ ਰਾਹ ਰੋਕਣ। ਦੇਖੋ ਇਸ ਵੇਲੇ ਸਵਾਲ ਇਹ ਆ ਵੀ ਉਹ ਬੰਦਾ ਜਿਹੜਾ ਆ ਉਹ ਉੱਠਿਆ ਦਿੱਲੀ ਚੋਂ, ਇੱਕ ਚੰਗੀ ਸੋਚ ਲੈ ਕੇ ਉੱਠਿਆ ਜਿਹੜੀ ਕਾਂਗਰਸ ਨੂੰ ਵੀ ਨਹੀਂ ਅੱਜ ਹੁੰਦੀ, ਬਾਦਲ ਨੂੰ ਵੀ ਨਹੀਂ ਹੁੰਦੀ, ਤੇ ਬੀਜੇਪੀ ਨੂੰ ਵੀ ਨਹੀਂ ਹੁੰਦੀ। ਜਿੱਥੋਂ ਤੱਕ ਤੁਸੀਂ ਕਿਹਾ ਵੀ ਜੰਡਿਆਲਾ ਸੀਟ ਜਿੱਤੂਗੀ ਕਿ ਨਹੀਂ ਜਿੱਤੂਗੀ, ਇਹ ਤੇ ਮੈਂ ਦਾਅਵਾ ਕੋਈ ਨਹੀਂ ਕਰ ਸਕਦਾ, ਕਿਉਂਕਿ ਆਉਣ ਵਾਲੇ ਇਲੈਕਸ਼ਨ ਹੈ, ਇਹਦੇ 'ਚ ਰਿਜ਼ਲਟ ਆਉਣ ਤੇ ਹੀ ਪਤਾ ਲੱਗੂਗਾ। ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੜੀ ਅਰਦਾਸ ਕਰਦੇ ਹੋਏ ਨਮਾਣਾ ਸਿੱਖ ਹੋਣ ਦੇ ਨਾਤੇ, ਕਿ ਜਿਹੜਾ ਪਾਪ ਹੈ ਨਾ, ਇਹ ਕੋਠੇ ਤੇ ਚੜ੍ਹ ਕੇ ਨੱਚਣ ਡਿਆ। ਪਾਪ ਦਾ ਭਾਂਡਾ ਭਰ ਚੁੱਕਾ ਹੈ, ਇਹਨੇ ਪਾਪ ਨੇ ਹੁਣ ਖਤਮ ਹੋਣਾ। ਔਰ ਇਸ ਵੇਲੇ ਮੈਨੂੰ ਹਾਲਾਤ ਮੁਤਾਬਕ ਇਉਂ ਲੱਗਦਾ ਆ, ਮੈਂ ਅੱਜ ਹੀ ਤੁਹਾਨੂੰ ਇਹ ਰਿਜ਼ਲਟ ਦੱਸਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੂਗੀ, 100% ਬਣੇਗੀ, ਮੈਨੂੰ ਪੂਰਨ ਆਸ ਹੈ ਜੀ। ਤੇ ਜੀ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਨਿਰਮਲ ਸਿੰਘ ਜੀ ਲਾਲੀ ਤੇ ਜਰਨੈਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਆਪ ਤੇ ਅੱਗੇ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ, ਮੈਂ ਸਵਾਲ ਕੋਈ ਨਹੀਂ ਕਰਨਾ ਜੀ। ਮੇਰਾ ਇਹ ਰਾਇ ਆ ਵੀ ਜਿਹੜੇ ਵੀ ਆਪਣੇ ਸਰੋਤੇ ਬਾਰ-ਬਾਰ ਇੱਕੋ ਗੱਲ ਤੁਸੀਂ ਜਾਂਦੇ ਅੱਗੇ, ਉਹ ਭੈਣ ਜੀ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਨਾ, ਤੇ ਜਾਂ ਹੁਣੇ ਜਿਹੜੇ ਆ ਕਵਰ ਕਰਕੇ ਗਏ ਵੀਰ ਜੀ, ਬਹੁਤ ਹੀ ਚੰਗੀ ਗੱਲ ਆ। ਜਦੋਂ ਇਹਨਾਂ ਨੇ ਸ਼ੁਰੂ ਦੇ ਵਿੱਚ, ਵੇਖੋ ਜੀ, ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਹਾਜ਼ਰ ਨਾਜ਼ਰ ਕਹਿ ਕੇ ਏਡੀ ਵੱਡੀ ਗੱਲ ਕਹਿ ਦਿੱਤੀ, ਤੇ ਇਹਦੇ ਵਿੱਚ ਤਾਂ ਸਾਰਾ ਕੁਛ ਹਾਥੀ ਦੀ ਪੈੜ ਦੇ ਵਿੱਚ ਤੇ ਸਾਰੀ ਪੈੜ ਆ ਜਾਂਦੀਆਂ। ਤੇ ਅਸੀਂ ਬਾਰ-ਬਾਰ ਇਹ ਗੱਲਾਂ ਕਰਨ ਦੀ ਬਜਾਏ ਵੀ ਇਹਨਾਂ ਨੇ ਉਹ ਸਵਾਈਲ ਨਹਿਰ ਦੇ ਬਾਰੇ ਜਾਂ ਉਰੇ ਪਰੇ, ਤੇ ਜਿਹੜੀ ਉਹ ਗੱਲ ਕਰ ਰਹੇ ਵੀ ਇਹ ਕਿਸ ਤਰ੍ਹਾਂ ਕਰਨਗੇ 20 ਦਿਨਾਂ ਦੇ ਵਿੱਚ ਉਹ ਕੰਟਰੋਲ, ਇਹ 10 ਸਾਲ ਦੇ ਵਿੱਚ ਨਹੀਂ ਕਰ ਸਕਦੇ। ਮੈਨੂੰ ਇੰਝ ਲੱਗਦਾ ਹੈ ਕਿ 75% ਕਾਲਰ ਇਹੋ ਜਿਹੇ ਜਿਹੜੇ ਉਹਨਾਂ ਦੇ ਨਾਲ ਸਹਿਮਤ ਜਾਣ ਬੁੱਝ ਕੇ ਹੀ ਐਵੇਂ ਉਲਝਾ ਰਹੇ ਨੇ। ਤੇ ਆਪਾਂ ਸਪੋਰਟ ਦੱਬ ਕੇ ਕਰੀਏ ਇਹਨਾਂ ਦੀ, ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰਕੇ, ਤੇ ਅਸੀਂ ਸਰਕਾਰ ਲਿਆਉਣੀ ਤੇ ਲਿਆਉਣੀ ਆਮ ਆਦਮੀ ਪਾਰਟੀ ਦੀ, ਇਹਨਾਂ ਸਾਰਿਆਂ ਨੂੰ ਗਲੋਂ ਲਾ ਦਈਏ ਇੱਕ ਵਾਰ। ਬਿਲਕੁਲ ਵੀਰ ਜੀ, ਤੁਹਾਡੀ ਸੋਚ ਬੜੀ ਠੀਕ ਆ। ਹਾਂਜੀ ਹਾਂਜੀ, ਮੈਂ ਵੀਰ ਜੀ ਤੁਹਾਡੀ ਸੋਚ ਦੀ ਦੱਸ ਦਿੰਦਾ। ਇਹਨਾਂ ਨੂੰ ਇੱਕ ਵਾਰ ਗਲੋਂ ਲਾ ਦਈਏ, ਇਹਨਾਂ ਨੂੰ ਗਲੋਂ ਲਾ ਦਈਏ। ਜੇ ਅਸੀਂ ਆਪਣੇ ਧੀਆਂ ਪੁੱਤ ਗਾਂ ਬਚਾਉਣੇ
ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਮਨ ਦੇ ਵਿੱਚ ਦਰਦ ਆ ਗੁਰੂ ਗ੍ਰੰਥ ਸਾਹਿਬ ਬਾਰੇ, ਤੇ ਅਸੀਂ ਇੱਕ ਵਾਰ ਇਹਨਾਂ ਦੀ ਸਰਕਾਰ ਲਿਆਈਏ, ਭਾਵੇਂ ਕੁਝ ਵੀ ਹੋ ਜਾਵੇ, ਪਰ ਬਾਰ-ਬਾਰ ਇਹ ਗੱਲ ਨਾ ਕਰੀਏ। ਇਹ ਸਗੋਂ ਕਹੋ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਨਾਂ ਦੀ ਸਪੋਰਟ ਕੀਤੀ ਜਾਵੇ। ਐਵੇਂ ਬਾਰ-ਬਾਰ ਉਲਟੇ ਸਵਾਲ ਮੇਰੇ ਵੀਰ ਨਾ ਕਰਨ। ਥੈਂਕ ਯੂ ਜੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਕਿੰਨੇ ਸਵਾਲਾਂ ਦੇ ਜਵਾਬ ਹੈ ਜਿਹੜੇ ਦੇ ਦਿੱਤੇ ਆ ਕਿ ਬਾਰ-ਬਾਰ ਨਾ ਦੇਤੇ ਜੀ ਇਹਨਾਂ ਸਵਾਲ। ਜੀ ਜੀ ਤੇ ਅੱਗੇ ਭੈਣ ਜੀ ਗੱਲ ਇਹ ਆ ਵੀਰ ਜੀ, ਇਹ ਜਿਹੜੀ ਕਹਿ ਰਹੇ ਆ ਨਾ ਗੱਲ, ਤੁਸੀਂ 70 ਸਾਲ ਵੇਖੇ ਤੇ 5 ਸਾਲ ਵੇਖਣ ਤੇ ਪਰਖਣ ਚ ਕੀ ਫਰਕ ਪੈਂਦਾ? ਮੈਂ ਕਹਿੰਦਾ ਵੀ ਮੈਂ ਤੇ ਇੱਕ ਨਮਾਣਾ ਸਿੱਖ ਖੇਤੀ ਦੇ ਤੇ ਡਿਪੈਂਡੈਂਟ ਆ। ਮੇਰੀ ਬਹੁਤ ਥੋੜੀ ਜ਼ਮੀਨ ਆ, ਕੋਈ ਬਹੁਤ ਜ਼ਿਆਦਾ ਜ਼ਮੀਨ ਨਹੀਂ। ਅਸੀਂ 2 ਭਾਈ ਆ, ਖੇਤੀ ਇੱਕ ਮੇਰੇ ਤੋਂ ਛੋਟਾ ਸਰਵਿਸ ਕਰਦਾ, ਮੈਂ ਖੇਤੀ ਕਰਦਾ। ਮੀਡੀਅਮ ਪਰਿਵਾਰ ਆ, ਮੀਡੀਅਮ ਘਰ 'ਚ ਰਹਿ ਰਿਹਾ। ਇਸ ਵੇਲੇ ਮੈਂ ਆਪਣੇ ਘਰ 'ਚੋਂ ਬੋਲ ਰਿਹਾ। ਮੇਰਾ ਕੋਈ ਹੋਟਲ, ਕੋਈ ਫਾਰਮ, ਕੋਈ ਦੂਜੇ ਬਿਜ਼ਨਸ, ਕੋਈ ਗੱਡੀਆਂ ਨਹੀਂ ਚੱਲਦੀਆਂ, ਕੁਛ ਨਹੀਂ ਹੈ। ਇੱਕ ਖੇਤੀਬਾੜੀ ਕਰਨ ਵਾਲੇ ਆ ਨਰੋਲ। ਮੇਰੇ ਸੱਜਣ ਮਿੱਤਰ ਵਿਚਾਰੇ ਦਿਨ ਰਾਤ ਮੇਰੇ ਨਾਲ ਲੱਗ ਕੇ ਆ ਸਾਰੇ ਇਲਾਕੇ 'ਚ ਫਿਰ ਰਹੇ ਆ, ਅਸੀਂ ਇਲੈਕਸ਼ਨ ਲੜਦੇ ਆ। ਤੁਸੀਂ ਇੱਕ ਮੌਕਾ ਸਾਨੂੰ 5 ਸਾਲ ਦੇ ਦਿਓ, ਮੈਂ ਤੁਹਾਡੇ ਨਾਲ ਆਪਣੇ ਹਲਕੇ ਦੀ ਵਾਅਦਾ ਕਰਨਾ। ਮੈਂ ਦੂਜੇ ਬਾਰੇ ਕਦੀ ਕੁਛ ਨਹੀਂ ਕਹਿੰਦਾ, ਦੂਜੇ ਬਾਰੇ ਦਾਅਵਾ ਨਹੀਂ ਕਰਦਾ। ਮੈਂ ਕਿ ਪਾਰਟੀ ਤਾਕਤ ਵਿੱਚ ਆ ਗਈ, ਅਗਰ ਮੈਂ ਉਸ ਹਾਊਸ ਵਿੱਚ ਬੈਠ ਕੇ MLA ਬਣ ਗਿਆ, ਮੈਂ ਅੱਜ ਵੀ ਕਹਿਣਾ, ਫਿਰ ਮੈਂ ਉਹ ਰਿਪੀਟ ਕਰ ਲਵਾਂਗਾ, ਮੈਂ 24 ਘੰਟਿਆਂ 'ਚ ਕਾਨੂੰਨ ਦਾ ਰਾਜ ਇੱਕ ਪੈਦਾ ਕਰਕੇ ਦੱਸੂਗਾ ਆਪਣੇ ਹਲਕੇ 'ਚ ਵੀ ਕਿਵੇਂ ਕਾਨੂੰਨ ਚੱਲਦਾ। ਔਰ ਅੱਜ ਕਿਸੇ ਦੀ ਧੀ ਭੈਣ ਦੀ ਇੱਜ਼ਤ ਮਹਿਫੂਜ਼ ਨਹੀਂ। ਗੁੰਡਾ ਬ੍ਰਿਗੇਡ ਇੱਥੇ ਹਰਲ ਹਰਲ ਕਰਦੀ ਤੁਰੀ ਫਿਰਦੀ ਆ। ਪੰਜਾਬ ਦਾ ਸਤਿਆਨਾਸ਼ ਹੋ ਗਿਆ ਆ। ਤੁਸੀਂ ਸਹਿਯੋਗ ਦਿਓ ਸਾਨੂੰ, ਸਗੋਂ ਤੁਹਾਡੇ ਮਤਲਬ ਸਹਿਯੋਗ ਦੀ ਬੜੀ ਲੋੜ ਹੈ। ਤੁਸੀਂ ਉੱਥੋਂ ਰਿਸ਼ਤੇਦਾਰਾਂ ਨੂੰ, ਅਸੀਂ ਕੁਛ ਨਹੀਂ ਕਿਸੇ ਕੋਲ ਮੰਗਦੇ। ਮੈਂ ਅੱਜ ਤੱਕ ਕਦੀ ਕਿਸੇ ਕੋਲ ਕੁਛ ਨਹੀਂ ਮੰਗਿਆ, ਨਾ ਮੇਰੀ ਕੋਈ ਡਿਮਾਂਡ ਆ। ਮੇਰੀ ਇੱਕੋ ਹੀ ਡਿਮਾਂਡ ਹੈ, ਇੱਕੋ ਹੀ ਤੁਹਾਡੇ ਚਰਨਾਂ 'ਚ ਬੇਨਤੀ ਆ, ਇੱਕੋ ਹੀ ਮੰਗ ਹੈ ਵੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਵੀ ਆਮ ਆਦਮੀ ਪਾਰਟੀ ਨੂੰ ਵੋਟ ਕਰਨ। ਜਿਨ੍ਹਾਂ ਦੇ ਹਲਕੇ 'ਚ ਫਤਿਹਗੜ੍ਹ ਚੂੜੀਆਂ 'ਚ ਰਿਸ਼ਤੇਦਾਰੀਆਂ, ਉਹਨਾਂ ਨੂੰ ਫੋਨ ਕਰ ਦਿਓ। ਬਸ ਮੇਰੀ ਇਹੀ ਮੰਗ ਹੈ ਤੁਹਾਡੇ ਕੋਲ, ਇਹੀ ਦੁਆ ਆ ਮੇਰੀ। ਸਾਡੇ ਨਾਲ ਅੱਗੇ ਜੁੜੇ ਨੇ ਮਨਜੀਤ, ਤਗੜੇ ਹੋ ਕੇ ਸਾਡੀ ਮਦਦ ਕਰੋ। ਅਸੀਂ ਤੁਹਾਨੂੰ ਬਦਲ ਕੇ ਸਭ ਕੁਝ ਦੱਸਾਂਗੇ, ਤੁਹਾਡੇ ਅੱਗੇ ਰੱਖਾਂਗੇ। ਅਗਰ ਅਸੀਂ ਦੇਖੋ, ਮੈਂ ਫਿਰ ਕੀ ਨਾ ਵੀ ਅਸੀਂ ਨਹੀਂ ਕਰ ਸਕਾਂਗੇ ਤੇ 5 ਸਾਲ ਲੰਘਦੇ ਕਿਹੜਾ ਚਿਰ ਲੱਗੇਗਾ। ਮਾਰਿਓ ਚੁੱਕ ਕੇ ਸਾਨੂੰ ਲਾਂਭੇ ਤੇ ਕਿਉਂ ਵੀ ਝੂਠੇ ਹੋ ਤੁਸੀਂ, ਝੂਠ ਬੋਲ ਕੇ ਤੁਸੀਂ ਵੋਟਾਂ ਲਈਆਂ, ਤੁਸੀਂ ਝੂਠੇ ਹੋ। ਤੁਸੀਂ ਕੁਛ ਨਹੀਂ ਕਰ ਸਕੇ। ਤੁਸੀਂ ਸਾਡੇ ਕੋਲ ਤਾਕਤ ਦੇਣ ਤੋਂ ਬਾਅਦ, ਸਾਡੀ ਸਰਕਾਰ ਬਣਾਉਣ ਤੋਂ ਬਾਅਦ 1 ਮਹੀਨੇ ਬਾਅਦ ਇੰਟਰਵਿਊ ਫੇਰ ਕਰਾਇਓ, ਕੁਐਸਚਨ ਕਰਿਓ ਮੇਰੇ ਗਾੜੀ ਵੀ ਤੁਸੀਂ ਉਦੋਂ ਕਿਹਾ ਸੀ, ਇੰਨੀ ਤਰੀਕ ਨੂੰ ਕਿਹਾ ਸੀ ਕਿ ਅਸੀਂ ਕਾਨੂੰਨ ਦਾ ਰਾਜ ਪੈਦਾ ਕਰਾਂਗੇ। ਅੱਜ ਤੁਹਾਡਾ ਕਾਨੂੰਨ ਕਿੱਥੇ ਹੈ? ਮੈਂ ਜਵਾਬ ਦਊਂਗਾ 1 ਮਹੀਨੇ ਬਾਅਦ। ਬਿਲਕੁਲ ਗੁਰਵਿੰਦਰ ਸਿੰਘ ਜੀ, ਜੇ ਤੁਹਾਡੇ PA ਨੇ ਫੋਨ ਨਾ ਚੱਕਿਆ ਤੇ ਆਪਾਂ ਜ਼ਰੂਰ ਤੁਹਾਨੂੰ ਫੇਰ ਰੂਬਰੂ ਕਰਾਂਗੇ, ਕਿਉਂਕਿ PA ਫੋਨ ਚੱਕ ਕੇ ਕਹਿ ਦਿੰਦੇ ਬਿਜ਼ੀ ਹੈ ਜੀ। ਨਹੀਂ, ਮੈਂ ਖੁਦ ਚੁੱਕੂਗਾ ਭੈਣ ਜੀ। ਬਲਵਿੰਦਰ ਜੀ, ਤੁਹਾਡਾ ਫੋਨ, ਤੁਸੀਂ ਇਹ ਕਿਹਾ ਮੈਂ USA ਤੋਂ ਬਲਵਿੰਦਰ ਬੋਲਦੀ ਆ ਭੈਣ ਜੀ। ਮੈਂ ਜੇ ਨਾ ਚੁੱਕੂਗਾ ਮੈਂ ਤੁਹਾਡਾ ਦੇਣਦਾਰ ਰਹੂੰਗਾ। ਬਿਲਕੁਲ ਮੈਂ ਇਹ ਕਹਿੰਦਾ, PA ਨਹੀਂ ਚੁੱਕੂਗਾ, ਮੈਂ ਚੁੱਕੂਗਾ। ਤੇ ਅੱਗੇ ਸਾਡੇ ਨਾਲ ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਭਰਾ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ, ਮੇਰੇ ਤੇ ਨਾ ਸਵਾਲ ਕੋਈ ਨਹੀਂ, ਤੇ ਮੈਂ ਤੇ ਸਿਰਫ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ। ਸਹੀ, ਤੁਸੀਂ ਆ ਕੇ ਸੱਤਾ ਦੇ ਵਿੱਚ ਆਓ ਜੀ, ਸਦਕੇ ਆਉਣਾ ਵੀ ਤੁਹਾਡਾ ਬਣਦਾ ਹੈ, ਕਿਉਂ ਬੜਾ ਪਾਪ ਹੋ ਰਿਹਾ। ਤੇ ਉਸ ਤੋਂ ਬਾਅਦ ਮੇਰੀ ਇਹ ਬੇਨਤੀ ਹੈ ਤੁਹਾਨੂੰ, ਭਈ ਤੁਸੀਂ ਆਪਣੇ ਘਰਾਂ ਦੇ ਲਾਗੇ ਆਪਣਾ ਜ਼ਿਲ੍ਹਿਆਂ ਦੇ ਲਾਗੇ ਤੁਸੀਂ ਹੋਰ ਆ ਜਿਹੜੇ ਆਪਣਾ ਕੀ ਨੇ ਏਅਰਪੋਰਟ, ਇਹ ਨਾ ਖੋਲਿਓ ਜੇ। ਕਿਉਂ ਇੱਕ ਏਅਰਪੋਰਟ ਖੁੱਲੇ ਤੇ ਖੋਰੇ 50 ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਜਾਂਦਾ ਸਾਡਾ ਜ਼ਿਮੀਂਦਾਰ ਭਰਾ। ਜੀ ਜੀ, ਨਹੀਂ ਜੀ, ਪੰਜਾਬ ਬੜਾ ਛੋਟਾ ਜਿਹਾ 4 ਹਾਂਜੀ ਸਭ ਕਰ ਲਓ, ਮੈਂ ਬਾਅਦ ਚ ਜਵਾਬ ਦੇਣਾ। ਹਾਂਜੀ ਕਰੋ। ਜਿਹੜੀ ਦੇ ਪੰਜੇ ਜਿੰਨਾ ਸਾਡਾ ਪੰਜਾਬ, ਇਹਨੂੰ 4-4 5-5 ਏਅਰਪੋਰਟ ਜਿੰਨੇ ਲੀਡਰ ਨੇ ਉਹਨਿਆਂ ਨੇ ਆਪਣੇ ਘਰਾਂ ਦੇ ਲਾਗੇ ਖੋਲੇ ਨੇ। ਉਹਦੇ ਚ ਇਹ ਅੰਦਾਜ਼ਾ ਨਹੀਂ ਨਾ ਲਾਇਆ ਵੀ ਕਿੰਨੇ ਲੋਕ ਉਜੜੇ ਨੇ, ਕਿੰਨਿਆਂ ਦੇ ਪਰਿਵਾਰ ਉਜੜ ਗਏ ਨੇ, ਕਿੰਨੇ ਬੇਘਰ ਹੋ ਗਏ ਨੇ। ਤੁਸੀਂ ਚੰਡੀਗੜ੍ਹ ਵੱਲ ਜਾ ਕੇ ਵੇਖੋ, ਇੱਕ ਵਾਰੀ ਅਗਲੇ ਨੂੰ ਤੁਸੀਂ ਉਹਨਾਂ ਨੂੰ ਦੇ ਦਿੰਦੇ ਹੋ ਪੈਸੇ, ਤੇ ਰੋਜ਼ ਜਿੱਥੋਂ ਜਿਸ ਧਰਤੀ ਦੇ ਵਿੱਚੋਂ ਆਪਾਂ ਦਾਣਾ ਚੁੱਕ ਕੇ ਰੋਜ਼ ਖਾਂਦੇ ਆ, ਉਹ ਤੇ ਸਾਡਾ ਬੰਦ ਹੋ ਗਿਆ ਨਾ। ਉਹਨਾਂ ਦੇ ਬੱਚੇ ਅੱਗੋਂ ਗਰੀਬ ਹੋ ਗਏ ਨੇ, ਉਹ ਮੰਗ ਕੇ ਖਾਣ ਨੂੰ ਅੱਜ ਮਜਬੂਰ ਨੇ। ਬਹੁਤ ਵਧੀਆ ਤੁਸੀਂ ਰਿਕੁਐਸਟ, ਬਹੁਤ ਵਧੀਆ ਰਿਕੁਐਸਟ ਕੀਤੀ ਮੈਂ ਚੰਡੀਗੜ੍ਹ ਦੀਆਂ। ਤੇ ਮੈਂ ਚੰਡੀਗੜ੍ਹ ਦੇ ਹਾਲਾਤ ਵੇਖੇ ਨੇ ਲਾਗੇ ਪਿੰਡਾਂ 'ਚ। ਪਿੰਡਾਂ ਦੇ ਜਿਹੜੇ ਬਜ਼ੁਰਗ ਨੇ ਨਾ, ਆਪਣੀਆਂ ਜਿੱਥੇ ਉਹਨਾਂ ਦੀਆਂ ਪੈਲੀਆਂ ਸਨ, ਉੱਥੇ ਬਹਿ ਕੇ ਰੋਂਦੇ ਨੇ ਉਹ। ਤੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੀ ਨਾ ਤੇ ਚੌੜੀਆਂ ਸੜਕਾਂ ਕਰਿਓ ਜੇ, ਤੇ ਨਾ ਤੁਸੀਂ ਹੋਰ ਏਅਰਪੋਰਟ ਬਣਾਇਓ ਜੇ। ਮਿਹਰਬਾਨੀ ਤੁਹਾਡੀ ਇੰਨੀ। ਥੈਂਕ ਯੂ ਮਨਜੀਤ ਜੀ। ਭੈਣ ਜੀ, ਮੈਂ ਤੁਹਾਨੂੰ ਬੇਨਤੀ ਕਰਾਂ ਕਿ 4 ਘੰਟੇ ਦਾ ਪੰਜਾਬ ਤੇ ਸਾਡਾ ਅੱਧਿਓਂ ਵੱਧ ਖੋਹ ਲਿਆ। ਇਹਨਾਂ ਦੀਆਂ ਨੀਤੀਆਂ ਮਾੜੀਆਂ ਨੇ। ਏਅਰਪੋਰਟ ਅੰਮ੍ਰਿਤਸਰ, ਏਅਰਪੋਰਟ ਬਠਿੰਡੇ, ਏਅਰਪੋਰਟ ਚੰਡੀਗੜ੍ਹ, ਕਿੱਥੇ ਏਅਰਪੋਰਟ ਪਠਾਨਕੋਟ, ਕਿੱਥੇ ਏਅਰਪੋਰਟ ਖੋਲਣਾ? ਪੰਜਾਬ ਕੋਲ ਤਾਂ ਜ਼ਮੀਨ ਹੀ ਨਹੀਂ ਬਚੀ, ਸਾਡੇ ਕੋਲ ਤਾਂ ਰੋਟੀ ਖਾਣ ਜੋਗੀ ਜ਼ਮੀਨ ਨਹੀਂ ਬਚੀ। ਇਹਨਾਂ ਦੀਆਂ ਏਅਰਪੋਰਟ ਬਣੇ ਕਿਉਂ ਆ? ਇਹ ਮੈਂ ਤੁਹਾਨੂੰ ਜਵਾਬ ਦੇ ਦੇਣਾ ਚਾਹੁੰਦਾ। ਤੁਸੀਂ ਜਦ ਇਹ ਸਮਝਦੇ ਹੋ, ਮੇਰੇ ਨਾਲੋਂ ਵੱਧ ਸਿਆਣੇ ਹੋ।
ਏਅਰਪੋਰਟ ਜਿਹੜੇ ਇਹਨਾਂ ਬਣਾਏ ਆ, ਪਹਿਲਾਂ ਸਸਤੀਆਂ ਜ਼ਮੀਨਾਂ ਲੋਕਾਂ ਕੋਲ ਲੈ ਲਈਆਂ ਔਰ ਮੁੜ ਕੇ ਮਹਿੰਗੀਆਂ ਵੇਚੀਆਂ। ਇਹਨਾਂ ਕਰੋੜਾਂ ਅਰਬਾਂ ਰੁਪਈਆਂ ਦੇ ਲੀਡਰਾਂ ਨੇ ਸਕੈਂਡਲ ਕੀਤੇ ਆ। ਕੋਈ ਏਅਰਪੋਰਟ ਨਹੀਂ ਬਣਾਉਣ ਦੀ ਲੋੜ ਸਾਨੂੰ ਪੰਜਾਬ 'ਚ। 4 ਘੰਟੇ 'ਚ ਤਾਂ ਪੰਜਾਬ ਮੁੱਕ ਜਾਂਦਾ। ਇੱਥੋਂ 4 ਘੰਟੇ ਲੱਗਦੇ ਆ ਮੇਰੇ ਘਰ ਤੋਂ, ਤੇ ਚੰਡੀਗੜ੍ਹ ਆ ਜਾਂਦਾ, ਉੱਥੋਂ 4 ਘੰਟੇ 'ਚ ਬਠਿੰਡਾ ਆ ਜਾਂਦਾ, 3 ਘੰਟੇ। ਕਿੱਥੋਂ ਦੱਸੋ ਕਿੱਥੇ ਏਅਰਪੋਰਟ ਬਣਾਉਣ ਦੀ ਲੋੜ ਆ ਸਾਨੂੰ? ਬਿਲਕੁਲ ਨਹੀਂ। ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ। ਨਹੀਂ ਬਣਨੇ ਚਾਹੀਦੇ। ਹੁਣ ਕੁਝ ਨਹੀਂ ਬਣਨਾ। ਸਾਡੇ ਕੋਲ ਤਾਂ ਪੰਜਾਬ ਦੀ ਧਰਤੀ ਇੰਨੀ ਕੁ ਰਹਿ ਗਈ ਆ ਤੇ ਅਸੀਂ ਤਾਂ ਇੰਨੀ ਕੁ ਰੋਟੀ ਖਾਣ ਜੋਗੇ ਨਹੀਂ ਰਹੇ, ਘਸਿਆਰੇ ਬਣ ਗਏ ਆ ਜੇ। ਸਾਡੇ ਮੁੰਡੇ ਤੇ ਹੁਣ ਥੋੜੀਆਂ ਜ਼ਮੀਨਾਂ ਰਹਿ ਗਈਆਂ, ਲੇਬਰ ਕਰਨ ਨੂੰ ਤੁਰ ਪਏ ਆ। ਕਿੱਥੇ ਕਰਕੇ ਵਾਹੀ ਖੇਤੀ ਕਰਕੇ ਕੋਈ ਰਾਜੀ ਨਹੀਂ। ਕਿਸਾਨੀ ਕਿੱਤਾ ਘਾਟੇ 'ਚ ਚਲ ਗਿਆ, ਜ਼ਮੀਨਾਂ ਸਾਡੀਆਂ ਨਹੀਂ ਰਹੀਆਂ। ਔਰ ਏਅਰਪੋਰਟ ਇਹ ਵੱਡੇ ਜਿਹੜੇ ਆ ਹੋਟਲ ਖੋਲਣ ਦੀਆਂ ਗੱਲਾਂ ਟਾਰਾਂ ਮਾਰਦੇ ਆ। ਕਦੀ ਕੋਈ ਕਹਿ ਦਿੰਦਾ ਮੈਂ ਫਲਾਣੇ ਥਾਂ ਏਅਰਪੋਰਟ ਖੋਲ ਦੂੰਗਾ, ਫਲਾਣਾ ਇੰਜ ਕਰ ਦੂੰਗਾ। ਬਿਲਕੁਲ ਏਅਰਪੋਰਟ ਦੀ ਕੋਈ ਜ਼ਰੂਰਤ ਨਹੀਂ ਜੀ ਹੋਰ ਪੰਜਾਬ 'ਚ। ਮੈਂ ਬਿਲਕੁਲ। ਸਾਡੇ ਨਾਲ ਲਾਸਟ ਕਾਲਰ ਨੇ ਜੀ, ਜਿਨ੍ਹਾਂ ਦੀਆਂ ਅਸੀਂ ਕਾਲਾਂ ਨਹੀਂ ਰਹਿ ਸਕੇ, ਜਿਨ੍ਹਾਂ ਦੀਆਂ ਕਾਲਾਂ ਅਜੇ ਆਉਂਦੀਆਂ ਵੀ ਆ। ਮਾਫੀ ਚਾਹੁੰਦੇ ਹਾਂ ਕਿ ਟਾਈਮ ਘੱਟ ਹੋਣ ਕਰਕੇ, ਤੇ ਜਿਸ ਤਰ੍ਹਾਂ ਇਹਨਾਂ ਨੇ ਵਾਅਦਾ ਕੀਤਾ ਆਪਾਂ ਇਹਨਾਂ ਨੂੰ ਜ਼ਰੂਰ ਦੁਬਾਰਾ ਵੀ ਲੈ ਕੇ ਆਵਾਂਗੇ ਤੇ ਤੁਸੀਂ ਹੋਰ ਵੀ ਸਵਾਲ ਪੁੱਛ ਸਕਦੇ ਆ। ਜਿਸ ਤਰ੍ਹਾਂ NRI ਨੋਟ ਵੋਟ ਸਪੋਰਟ ਕਰਦੇ ਆ ਤੇ ਤੁਹਾਡੇ ਮਨ ਦੇ ਵਿੱਚ ਬੜੇ ਸਵਾਲ ਹੁੰਦੇ ਆ ਜੀ। ਅਸੀਂ ਇੱਕ ਲਾਸਟ ਕਾਲਰ ਲਵਾਂਗੇ ਕਿਉਂਕਿ ਸਾਡੇ ਕੋਲ ਟਾਈਮ ਦੀ ਵੀ ਕਿੱਲਤ ਆ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਗੁਰਵਿੰਦਰ ਸਿੰਘ ਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਜੀ, ਮੈਂ ਤਾਂ ਇਹ ਬਥੇਰੇ ਸੂਝਵਾਨ ਸੱਜਣਾ ਨੇ ਪੁੱਛਿਆ ਹੀ ਆ। ਮੈਂ ਤਾਂ ਤੁਹਾਡੀ ਫੇਵਰ ਦੇ ਵਿੱਚ ਜਵਾਬ ਦੇਣਾ ਚਾਹੁੰਦਾ 2-3 ਚੀਜ਼ਾਂ ਦੇ, ਜਿਹੜੇ ਕਹਿੰਦੇ ਸੀ 24 ਘੰਟਿਆਂ 'ਚ ਇਹ ਗਵਰਨਮੈਂਟ ਦਾ ਨਾਂ ਹੀ ਗਵਰਨਮੈਂਟ ਤਾਂ ਰੱਖਿਆ ਵੀ 1 ਮਿੰਟ ਦੇ ਵਿੱਚ ਜੇ ਗਵਰਨਮੈਂਟ ਦੀ ਨੀਤੀ ਸਾਫ਼ ਹੋ ਜਾਏ ਨਾ 1 ਮਿੰਟ 'ਚ ਸੁਧਾਰ ਸਕਦੀ ਆ ਜਿਹੜਾ ਇਹ ਡਰੱਗਾਂ ਵਾਲੇ ਤੇ ਜਿਹੜਾ ਰਾਜ ਨੂੰ। ਹਾਂਜੀ, ਤੇ ਨਾਲ ਜਿਹੜਾ ਏਅਰਪੋਰਟ ਜਿਹੜੇ ਅੱਗੇ 3-4 ਹੈਗੇ ਆ, ਜੇ ਉਹਨਾਂ 'ਚੋਂ ਇੱਕ ਹੀ ਚੱਲ ਪਏ, ਇੰਟਰਨੈਸ਼ਨਲ ਫਲਾਈਟਾਂ ਚੱਲ ਪੈਣ ਤਾਂ ਬਹੁਤ ਵਾਧੂ ਆ ਜੀ। ਮਿਹਰਬਾਨੀ, ਹੋਰ ਖੋਲਣ ਦੀ ਲੋੜ ਨਹੀਂ। ਇਹ ਤੁਹਾਡੀ ਗੱਲ ਸੱਚੀ ਨਹੀਂ ਬਿਲਕੁਲ ਨਹੀਂ ਖੋਲਣਾ ਜੀ। ਹਾਂਜੀ ਬਿਲਕੁਲ ਵੀਰ ਜੀ, ਕੋਈ ਖੋਲਣ ਦੀ ਜ਼ਰੂਰਤ ਨਹੀਂ ਹੈ ਏਅਰਪੋਰਟ ਹੋਰ ਸਾਨੂੰ ਪੰਜਾਬ 'ਚ। ਬਿਲਕੁਲ ਨਹੀਂ ਖੋਲਣਾ। ਥੈਂਕ ਯੂ ਬੂਟਾ ਸਿੰਘ ਜੀ। ਜਿਹੜੀ ਤੁਸੀਂ ਕਹਿੰਦੇ ਹੋ ਨੀਅਤ ਸਾਫ਼ ਹੋਏ ਤੁਹਾਨੂੰ ਕਰਕੇ ਵਿਖਾਵਾਂਗੇ, ਸਭ ਕੁਝ ਕਰਕੇ। ਅਸੀਂ ਗੁਰੂ ਰਾਮਦਾਸ ਦੇ ਦਰ ਤੋਂ ਤੁਰੇ ਹਾਂ, ਅਰਦਾਸ ਕਰਕੇ ਤੁਰੇ ਹਾਂ, ਚੰਗੇ ਕਾਜ ਵਾਸਤੇ ਤੁਰੇ ਹਾਂ। ਸਾਨੂੰ ਗੁਰੂ ਨੇ ਸਫਲਤਾ ਦਿੱਤੀ, ਅਸੀਂ ਕੁਝ ਕਰਕੇ ਲੋਕਾਂ ਨੂੰ ਦੱਸਾਂਗੇ। ਬਿਲਕੁਲ ਗੁਰਵਿੰਦਰ ਸਿੰਘ ਜੀ, ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ NRI ਭੈਣਾਂ ਭਰਾਵਾਂ ਨੂੰ? ਮੈਂ NRI ਭੈਣਾਂ ਭਰਾਵਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਜੀ। ਦੇਖੋ, ਬਾਰ-ਬਾਰ ਉਹ ਗੱਲਾਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਆਪਾਂ ਇਸ ਸਿਸਟਮ ਨੂੰ 70 ਸਾਲ ਹੋ ਗਏ ਵੇਖਿਆ ਨੂੰ। ਪੰਜਾਬ ਪਹਿਲੇ ਨੰਬਰ ਤੇ 17ਵੇਂ ਨੰਬਰ ਤੇ ਚਲਾ ਗਿਆ। ਪੰਜਾਬ ਦਾ ਵਾਸਤਾ ਪਾ ਕੇ, ਪੰਜਾਬ ਦੀ ਧਰਤੀ ਦਾ ਵਾਸਤਾ ਪਾ ਕੇ, ਇੱਥੋਂ ਦੇ ਬੱਚਿਆਂ ਦਾ, ਇੱਥੋਂ ਦੇ ਭਵਿੱਖ ਦਾ ਵਾਸਤਾ ਪਾ ਕੇ ਕਹਿਣਾ ਵੀ ਇੱਕ ਮੌਕਾ ਸਾਨੂੰ ਜ਼ਰੂਰ ਦਿਓ, ਸਾਨੂੰ ਪਰਖ ਲਓ, ਇੱਕ ਵਾਰ ਟੈਸਟ ਕਰ ਲਓ। ਅਗਰ ਟੈਸਟ ਵਿੱਚ ਅਸੀਂ ਤੁਹਾਡੇ ਕਿਤੇ ਨੇੜੇ ਤੇੜੇ ਪਾਸ ਹੋ ਗਏ ਤੇ ਫਿਰ ਜ਼ਰੂਰ ਸਾਡੇ ਤੇ ਵਿਸ਼ਵਾਸ ਕਰੋ। ਅਗਰ ਅਸੀਂ ਤੁਹਾਨੂੰ ਨਾ ਇਹ ਕੁਝ ਦੇ ਸਕੇ ਤੇ ਫਿਰ ਸਾਨੂੰ ਪੁੱਛ ਲਿਓ। ਮੈਂ ਤਾਂ ਕਹਿਣਾ ਵੀ ਸਰਕਾਰ ਬਣਾਉਣ ਤੋਂ 20 ਦਿਨ ਜਾਂ 15 ਦਿਨ ਬਾਅਦ ਫਿਰ ਮੇਰੀ ਇੰਟਰਵਿਊ ਭੈਣ ਜੀ ਬਲਵਿੰਦਰ ਕਰ ਲਿਓ ਵੀ ਤੁਸੀਂ ਕਿਹਾ ਸੀ ਫਤਿਹਗੜ੍ਹ ਚੂੜੀਆਂ ਤੁਹਾਡੇ ਹਲਕੇ 'ਚ ਗੁੰਡਾਗਰਦੀ ਨਹੀਂ ਹੋਣ ਦਊਂਗਾ, ਨਸ਼ਾ ਨਹੀਂ ਵਿਕਣ ਦਊਂਗਾ, ਚੰਗੇ ਕੰਮ ਕਰੂੰਗਾ। ਦੱਸੋ ਹੁਣ ਤੁਹਾਡਾ ਫਤਿਹਗੜ੍ਹ ਚੂੜੀਆਂ 'ਚੋਂ ਆਹ ਤੁਹਾਡਾ ਲਾਮਾ ਆਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ 15 ਦਿਨਾਂ ਬਾਅਦ ਫਿਰ ਇਸੇ ਚੈਨਲ ਤੇ ਆਊਂਗਾ ਔਰ ਤੁਸੀਂ ਮੌਕਾ ਦਿਓ। ਅਗਰ ਮੈਨੂੰ ਮੌਕਾ ਹੀ ਦਿਓਗੇ, ਮੇਰੇ ਹੱਥ ਵਿੱਚ ਕੁਝ ਹੋਏਗਾ ਤਾਂ ਮੈਂ ਸੁਧਾਰ ਕਰ ਸਕੂੰਗਾ। ਜੇ ਮੇਰੇ ਹੱਥ ਵਿੱਚ ਕੁਝ ਨਹੀਂ ਤਾਂ ਸੁਧਾਰ ਕੀ ਕਰੂੰਗਾ? ਠੀਕ ਹੈ ਨਾ ਜੀ। ਇਹ ਬਿਲਕੁਲ ਮੈਂ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ, ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ, ਗਮਰਾਹ ਕੁਨ ਪ੍ਰਚਾਰ ਤੋਂ ਬਾਜੋ। ਇਹਨਾਂ ਸਾਰਾ ਮੀਡੀਆ ਖਰੀਦਿਆ ਹੋਇਆ, ਅਖਬਾਰਾਂ ਇਹਨਾਂ ਖਰੀਦਣੀਆਂ ਜੇ, TV ਚੈਨਲ ਇਹਨਾਂ ਦੇ ਆਪਣੇ ਜੇ। PTC ਬਿਲਕੁਲ ਨਾ ਵੇਖਿਆ ਕਰੋ। ਇਹ ਸਾਰੇ ਚੈਨਲ ਜਿਹੜੇ ਆ, ਇਹ ਪਹਿਲੀ ਤਾਂ ਗੱਲ ਹੈ PTC ਬਾਦਲ ਸਾਹਿਬ ਦਾ ਚੈਨਲ ਹੈ, ਇਹਨਾਂ ਗੱਲ ਹੀ ਉਹਨਾਂ ਦੀ ਕਰਨੀ ਹੈ। ਔਰ ਇੱਥੇ ਝੂਠ ਹੈ, ਕੂੜ ਜਿਹੜਾ ਨਾ, ਕੂੜ ਜਿਹੜਾ ਹੈ, ਕੂੜ ਪ੍ਰਧਾਨ ਹੈ। ਜਿਵੇਂ ਬਾਬੇ ਨੇ ਉਦੋਂ ਬਾਬਰ ਦੇ ਰਾਜ ਵੇਲੇ ਸ਼ਰਮ ਧਰਮ ਸਭ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹੁਣ ਪੰਜਾਬ 'ਚ ਕੂੜ ਫਿਰਨ ਡਿਆ ਤੇ ਕੂੜ ਨੂੰ ਠੱਲ ਤਾਂ ਹੀ ਪੈ ਸਕਦੀ ਆ ਜੇ ਤੁਸੀਂ ਸਾਡਾ ਸਾਥ ਦਿਓ, ਸਾਡਾ ਸਹਿਯੋਗ ਦਿਓ। ਇੱਕ ਵਾਰੀ ਸਾਨੂੰ ਜ਼ਰੂਰ ਪਰਖੋ। ਮੈਂ ਇਹ NRI ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਤੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਵੀ ਜਵਾਬ ਦਿੱਤੇ ਆ। ਹਾਂਜੀ, ਤੁਹਾਡਾ ਭੈਣ ਜੀ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਇੰਨੇ ਮੈਨੂੰ ਰੂਬਰੂ ਕਰਾਇਆ ਸਰੋਤਿਆਂ ਦੇ, ਮੇਰੀ ਆਵਾਜ਼ ਇੱਥੇ ਤੱਕ ਪਹੁੰਚਾਈ। ਮੈਂ ਤੁਹਾਡੇ ਚੈਨਲ ਦਾ ਡਾਕਟਰ ਬੋਪਾਰਾਏ ਸਾਹਿਬ ਨੇ ਜਿਨ੍ਹਾਂ ਨੇ ਤੁਹਾਡਾ ਨਾਲ ਮਿਲਾਪ ਮੇਰਾ ਕਰਾਇਆ, ਤੁਸੀਂ ਮੇਰੀ ਇਹ ਗੱਲ ਕੀਤੀ, ਤੁਸੀਂ ਕਰਵਾਈ, ਅੱਗੇ ਗਈ। ਮੈਂ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਇੱਕ ਨਿਮਾਣੇ ਜਿਹੇ ਬੰਦੇ ਨੂੰ ਜਿਹਦੀ ਕੋਈ ਆਪਣੀ ਸ਼ਾਇਦ ਕੋਈ ਬਹੁਤੀ ਵੱਡੀ ਔਕਾਤ ਨਹੀਂ, ਫਿਰ ਵੀ ਤੁਸੀਂ ਇਹ ਮੈਨੂੰ ਟਾਈਮ ਦਿੱਤਾ। ਮੈਂ ਤੁਹਾਡਾ ਸਾਰਿਆਂ ਦਾ
ਆਪਣੇ ਐਨਆਰਆਈ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਤੇ ਜੀ ਸਰੋਤੇ, ਇਹ ਸਨ ਗੁਰਵਿੰਦਰ ਸਿੰਘ ਜੀ ਸ਼ਾਮਪੁਰ, ਜਿਨ੍ਹਾਂ ਨੂੰ ਸ਼ਾਮਪੁਰਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਗੁਰਵਿੰਦਰ ਸਿੰਘ ਸ਼ਾਮਪੁਰਾ ਤੇ ਵਿਧਾਨ ਸਭਾ ਹਲਕਾ ਇਹਨਾਂ ਦਾ ਹੈਗਾ ਜੀ ਫਤਿਹਗੜ੍ਹ ਚੂੜੀਆਂ। ਤੇ ਤੁਸੀਂ ਜਿਸ ਤਰ੍ਹਾਂ ਇਹਨਾਂ ਨੇ ਵੋਟ ਤੇ ਸਪੋਰਟ ਮੰਗੀ ਹੈਗੀ ਆ, ਉਹ ਤੁਸੀਂ ਜਿਸ ਵੀ ਇਲਾਕੇ ਦੇ ਹੈਗੇ ਆ, ਆਪੋ ਆਪਣੇ ਵਿਧਾਨ ਸਭਾ ਦੇ ਜਿਹੜੇ ਉਮੀਦਵਾਰ ਖੜੇ ਨੇ ਜੀ, ਉਸ ਹਿਸਾਬ ਦੇ ਨਾਲ ਦੇਖ ਕੇ ਤੁਸੀਂ ਵੋਟਾਂ ਜ਼ਰੂਰ ਪਾਉਣੀਆਂ ਜੀ। ਹੋਰ ਵੀ ਤੁਸੀਂ ਕਿਸੇ ਨੂੰ ਜਾਣਦੇ ਹੋ, ਤੁਹਾਡੇ ਇਲਾਕੇ ਦਾ ਕੋਈ ਵੀ ਇਲੈਕਸ਼ਨਾਂ ਦੇ ਵਿੱਚ ਲੜ ਰਿਹਾ ਹੈ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਤੇ ਤੁਸੀਂ ਸਾਨੂੰ ਉਹਨਾਂ ਦਾ ਕੰਟੈਕਟ ਨੰਬਰ ਦੇ ਸਕਦੇ ਹੋ ਜੀ। ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਸਕੀਏ। ਪਰ ਉਹਨਾਂ ਨੂੰ ਇਹ ਜ਼ਰੂਰ ਦੱਸ ਦੇਣਾ ਕਿ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਕਾਲ ਆਊਗੀ, ਕਿਉਂਕਿ ਕਈ ਨੰਬਰ ਸਾਡੇ ਕੋਲ ਆ ਚੁੱਕੇ ਆ ਪਰ ਉੱਥੇ ਮੋਰੇ ਕੰਟੈਕਟ ਨਹੀਂ ਹੋ ਰਿਹਾ, ਉਹ ਫੋਨ ਨਹੀਂ ਚੱਕ ਰਿਹਾ, ਜਾਂ ਫੋਨ ਬੰਦ ਆਉਂਦੇ ਆ, ਜਾਂ ਪਤਾ ਹੈ ਕਿ ਸਾਰੇ ਬਿਜੀ ਹੈਗੇ ਆ। ਪਰ ਇੱਕ ਗੱਲ ਉਹਨਾਂ ਨੂੰ ਜ਼ਰੂਰ ਦੱਸ ਦਿਓ ਕਿ ਅਸੀਂ ਕਾਲ ਕਰਦੇ ਹਾਂ ਜੀ, ਬਿਲਕੁਲ ਉੱਥੇ ਦੇ ਸਵੇਰੇ ਕਾਲ ਕਰਦੇ ਹਾਂ। ਤੇ ਹੁਣ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੁਣ ਬਲਵਿੰਦਰ ਕੌਰ ਬੋਲੋ, ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।